हाँ जी ਵੀਰੇ ਆਪਾਂ ਸ਼ੁਰੂ ਕੀਤਾ ਸੀਗਾ ਪਾਰਟ 5 ਆਫ ਦਾ ਕਨਸਟੀਟਿਊਸ਼ਨ। ਸਾਰਿਆਂ ਤੋਂ ਪਹਿਲਾਂ ਮੈਂ ਕੁਇਕ ਬਰੀਫ ਦੇ ਵਿੱਚ ਸਾਰਾ ਕੁਝ ਦੱਸ ਦਿੰਦਾ ਆਪਾਂ ਕੀ ਕੁਝ ਕਰ ਚੁੱਕੇ ਹਾਂ ਹੁਣ ਤੱਕ। ਪਾਰਟ 1 ਤੋਂ ਚੱਲੇ ਸੀ। ਪਾर्ट 1 ਸੀ यूनियन एंड इट्स एग्जैक्टिव। सैकेंड पार्ट ऑफ द कॉन्स्टिट्यूशन सीगा अपना सिटीजनशिप। थर्ड पार्ट ਆਪਾਂ ਕੀਤਾ फंडामेंटल राइट्स। फोर्थ पार्ट ਆਪਾਂ डायरेक्टिव प्रिंसिपल ऑफ स्टेट पॉलिसी कर चुके हैं। ਤੇ फोर्थ ए ਉਦੋਂ ਬਾਅਦ ਦੇ ਵਿੱਚ ਕੀਤਾ ਸੀਗਾ फंडामेंटल ड्यूटीज ਆਰਟੀਕਲ 51 ए। ਸੋ ਉਸ ਤੋਂ ਬਾਅਦ ਆਪਾਂ ਯੂਨੀਅਨ ਸ਼ੁਰੂ ਕੀਤਾ ਸੀ। ਯੂਨੀਅਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਮੇਨਲੀ 3 ਪਾਰਟਸ ਦੇ ਵਿੱਚ ਆਪਾਂ ਇਹਨੂੰ ਵੰਡਿਆ। ਪਹਿਲਾਂ ਆ ਗਿਆ यूनियन एग्जैक्टिव, यूनियन ਲੈਜਿਸਲੇਚਰ, फिर आ गया सुप्रीम कोर्ट, यूनियन जुडिशरी। ये तीन पार्ट्स ਦੇ ਵਿੱਚ ਮੇਨਲੀ ਆਪਾਂ ਡਿਵਾਈਡ ਕਰਦੇ ਹਾਂ यूनियन। ਸੋ ਇਹਨਾਂ ਤਿੰਨਾਂ ਪਾਰਟਸ ਦੇ ਵਿੱਚ ਆਪਾਂ यूनियन एग्जैक्टिव ਸ਼ੁਰੂ ਕੀਤਾ ਸੀ। ठीक है, यूनियन एग्जैक्टिव ਦੇ ਵਿੱਚ ਕੀ ਕੁਝ ਆਉਂਦਾ ਸੀਗਾ। यूनियन एग्जैक्टिव ਵਿੱਚ ਪ੍ਰੈਜ਼ੀਡੈਂਟ ਆਇਆ, ਵਾਈਸ ਪ੍ਰੈਜ਼ੀਡੈਂਟ ਆਇਆ, PM ਐਂਡ ਕਾਉਂਸਲ ਆਫ ਮਿਨਿਸਟਰ ਆਈ। ਉਸ ਤੋਂ ਬਾਅਦ ਅਟਾਰਨੀ ਜਨਰਲ ਵੀ यूनियन एग्जैक्टिव ਦਾ ਪਾਰਟ ਹੈਗਾ, ਬਟ ਅਟਾਰਨੀ ਜਨਰਲ ਮੈਂ ਤੁਹਾਨੂੰ ਕਿਹਾ ਵੀ ਆਪਾਂ ਬਾਅਦ ਦੇ ਵਿੱਚ ਕਰਾਂਗੇ, ਟੌਪਿਕ ਅਲੱਗ ਤੋਂ ਕਰਾਂਗੇ। ਤੇ ਹੁਣ ਆਪਾਂ ਕੀ ਸ਼ੁਰੂ ਕਰਨ ਲੱਗੇ ਆ, यूनियन ਲੈਜਿਸਲੇਚਰ। ਠੀਕ ਹੈ, ਸੋ यूनियन ਲੈਜਿਸਲੇਚਰ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਕੀ ਹੈ ਬਈ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਾਉਣੀ ਚਾਹੁੰਦਾ ਵੀ यूनियन ਐਗਜ਼ੈਕਟਿਵ ਜੇ ਤੁਹਾਨੂੰ ਇਹ ਕੁਐਸਚਨ ਆਉਂਦਾ ਪੇਪਰ ਦੇ ਵਿੱਚ ਜਾਂ ਵੀ ਵੈਸੇ ਹੀ ਤੁਹਾਨੂੰ ਕੋਈ ਬੰਦਾ ਪੁੱਛ ਲੇ ਵੀ यूनियन ਲੈਜਿਸਲੇਚਰ यूनियन ਐਗਜ਼ੈਕਟਿਵ ਦਾ ਕੌਣ ਕੌਣ ਪਾਰਟ ਆ। तो यूनियन एग्जैक्टिव ਦਾ कौन कौन पार्ट है? 4 बंदे, प्रेसिडेंट, वाइस प्रेसिडेंट, PM एंड काउंसिल ऑफ मिनिस्टर। the fourth कौन है? अटॉर्नी जनरल ऑफ इंडिया। these 4 are the part of यूनियन एग्जैक्टिव। these 4 are the part of यूनियन एग्जैक्टिव। okay, ਜੇ ਉਦੋਂ ਬਾਅਦ ਦੇ ਵਿੱਚ ਆਪਾਂ ਨੂੰ ਇਹ ਕੋਈ ਪੁੱਛੇ ਬਈ यूनियन ਲੈਜਿਸਲੇਚਰ, यूनियन ਲੈਜਿਸਲੇਚਰ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਆਪਾਂ ਕੀ ਕਹਾਂਗੇ? ਪਾਰਲੀਮੈਂਟ। ਠੀਕ ਹੈ, ਸੋ ਪਾਰਲੀਮੈਂਟ ਦਾ ਕੌਣ ਕੌਣ ਪਾਰਟ ਹੈਗੇ ਆ ਜਾਂ यूनियन ਲੈਜਿਸਲੇਚਰ ਦਾ ਕੌਣ ਕੌਣ ਪਾਰਟ ਹੈਗੇ ਆ? 3 ਬੰਦੇ। ਠੀਕ ਹੈ, ਲੋਅਰ ਹਾਊਸ ਲੋਕ ਸਭਾ, ਅਪਰ ਹਾਊਸ ਰਾਜ ਸਭਾ प्लस प्रेसिडेंट। these 3 are the part of यूनियन ਲੈਜਿਸਲੇਚਰ। यूनियन एग्जैक्टिव क्लियर, यूनियन ਲੈਜਿਸਲੇਚਰ क्लियर। ठीक, सो ਹੁਣ ਆਪਾਂ यूनियन ਲੈਜਿਸਲੇਚਰ ਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਪੜ੍ਹਨਾ, ਪਾਰਲੀਮੈਂਟ ਨੂੰ ਡਿਟੇਲ ਦੇ ਵਿੱਚ ਪੜ੍ਹਨਾ। ਠੀਕ ਹੈ, ਸੋ यूनियन ਲੈਜਿਸਲੇਚਰ ਜਿਹੜੀ ਹੈਗੀ ਆ ਇਹ ਕਿੱਥੋਂ ਸਟਾਰਟ ਹੁੰਦੀ ਹੈ? ਸੋ ਆਰਟੀਕਲ 79 ਤੋਂ ਸਟਾਰਟ ਹੁੰਦੀ ਹੈ यूनियन ਲੈਜਿਸਲੇਚਰ। तो यूनियन ਲੈਜਿਸਲੇਚਰ ਦੇ ਵਿੱਚ ਪਹਿਲੀ ਲਾਈਨ ਕੀ ਹੈ? ਦ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡਸ ਅ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ both at the center and in the states। ठीक है, so constitution of India ने ਆਪਾਂ ਨੂੰ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਨਹੀਂ ਦਿੱਤੀ, ਆਪਾਂ ਨੂੰ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਿੱਤੀ ਹੈ। ਠੀਕ ਹੈ, ਤੇ ਨਾਟ ਓਨਲੀ ਇਨ ਦਾ ਸੈਂਟਰ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਨ ਦਾ ਸੈਂਟਰ ਐਜ਼ ਵੈਲ ਐਜ਼ ਇਨ ਦਾ ਸਟੇਟਸ। ਸਟੇਟਸ ਦੇ ਵਿੱਚ ਵੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ ਤੇ ਸੈਂਟਰ ਦੇ ਵਿੱਚ ਵੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਠੀਕ ਹੈ, ਹੁਣ ਤੁਹਾਡਾ ਕੁਐਸਚਨ ਇਹ ਹੈ ਵੀ ਜਿਹੜਾ ਕਨਸੈਪਟ ਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਉਹ ਕਿਹੜੇ ਦੇਸ਼ ਤੋਂ ਲਿਆ ਗਿਆ ਸੀਗਾ? ਤੁਸੀਂ ਬੋਲਣਾ ਨਹੀਂ ਵੀਡੀਓ ਦੇ ਵਿੱਚ, ਤੁਸੀਂ ਕਮੈਂਟ ਕਰਨਾ ਜਦੋਂ ਇਹਨੂੰ ਸੁਣੋਗੇ ਦੁਬਾਰਾ। ਠੀਕ ਹੈ, ਸੋ ਉਹਦਾ ਆਨਸਰ ਉਦੋਂ ਹੀ ਵੀਡੀਓ ਪੌਜ਼ ਕਰਕੇ ਤੁਸੀਂ ਨਾਲ ਦੇ ਨਾਲ ਦਿੰਦੇ ਰਹਿਣਾ। ਸੋ ਪਹਿਲੀ ਗੱਲ ਕਲੀਅਰ ਆਪਾਂ ਨੂੰ। ਦੂਜੀ ਗੱਲ, the parliament of India consists of the president, ਲੋਕ ਸਭਾ and ਰਾਜ ਸਭਾ। ਇਹ ਗੱਲ ਕਿੱਥੇ ਲਿਖੀ ਹੈ? ਆਰਟੀਕਲ 79 ਦੇ ਵਿੱਚ। ਕਲੀਅਰ। although president is not a member of either house, he is an integral part of the parliament। ਕਹਿਣ ਦਾ ਮਤਲਬ ਇਹ ਆ ਵੀ ਭਾਵੇਂ ਕੁਐਸਚਨ ਤਾਂ ਹੁਣ ਇਹ ਹੈ ਨਾ ਵੀ ਪਾਰਲੀਮੈਂਟ ਨੂੰ ਆਪਾਂ ਤਾਂ ਨਾਰਮਲੀ ਆਪਾਂ ਪੜ੍ਹਦੇ ਹਾਂ, ਪਾਰਲੀਮੈਂਟ ਦੇ 2 ਹੀ ਸਦਨ ਹੁੰਦੇ ਆ, ਕਿਹੜੇ ਕਿਹੜੇ? ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਦੇ ਵਿੱਚ ਵੀ ਨਹੀਂ ਆਪਾਂ ਪੜ੍ਹਿਆ ਪ੍ਰੈਜ਼ੀਡੈਂਟ ਹੁੰਦਾ, ਰਾਜ ਸਭਾ 'ਚ ਵੀ ਨਹੀਂ ਆਪਾਂ ਪੜ੍ਹਿਆ ਪ੍ਰੈਜ਼ੀਡੈਂਟ ਹੁੰਦਾ। ਤੇ ਫਿਰ ਪ੍ਰੈਜ਼ੀਡੈਂਟ ਜੇ ਉਹਨਾਂ ਹਾਊਸਿਸ ਦਾ ਨਹੀਂ ਪਾਰਟ ਗਾ
है ना। तो फिर आप कहोगे पार्लीमेंट का किवें पार्ट आ, बट नहीं। पार्लीमेंट दे विच मैं तुहानूं पहले ही दस चुकिया पार्लीमेंट च कौन आउणगे, 3 बंदे आउणगे, लोक सभा, राज सभा ते प्रेजिडेंट। हालांकि प्रेजिडेंट किसी हाउस का पार्ट नहीं, अलग आ, हाउसेस तो अलग आ, पर वो पार्लीमेंट का पार्ट जरूर है। ठीक है, किसी हाउस का पार्ट नहीं है प्रेजिडेंट, ना ही तो लोक सभा का पार्ट आ। अपन पता एड्रैस जरूर करता लोक सभा नूं, साल च 6 बारी एड्रैस करता। कदों कदों एड्रैस करता, ठीक है। एक तो जो नवी सरकार बनती है, न्यू गवर्नमेंट चुनी जाती है, वह जो पहला सैशन होंगे पार्लीमेंट के लोक सभा के पहला सैशन होंगे, उदों एड्रैस करता। तो एक हरेक साल के शुरू वाला जो पहला सैशन होंगे, जो बजट सैशन होंगे, उन्होंने एड्रैस करता। तो प्रेजिडेंट साल के 6 बारी एड्रैस करता पार्लीमेंट में। ठीक, सो एड्रैस जरूर करता पार्लीमेंट में, पर पार्लीमेंट का वो दोवां हाउसेस का वो पार्ट है नहीं गा, दोवां हाउसेस में एड्रैस जरूर करता, बट पार्लीमेंट का वो पार्ट आ। आप नॉर्मल शब्दों के पार्लीमेंट कंसीडर करते हैं लोक सभा ते राज सभा, बट वैसे जी आप टैक्नीकली वेखिए तो प्रेजिडेंट भी पार्लीमेंट का पार्ट हैगा। ठीक, सो उस तो बाद आ गया दी लाइन आउट ऑफ 9 यूटीज, है ना। अपन पहली गल तो हम 8 है यूटीज, 9 नहीं है, नाउ यूटीज आर 8, है ना। तुहानूं दस्सिया भी दमन एंड दीव ते दादरा नगर एंड हवेली नूं मर्ज कर दिता गया सी, सिर्फ एक यूनियन टैरेटरी बनाती है। हुण तुहाडा क्वेश्चन, तुहानूं एक क्वेश्चन आ मेरा भी जिहड़ी यूनियन टैरेटरी ऑफ दादरा नगर हवेली एंड दमन एंड दीव आ, वो भारत की किहड़ी कोस्ट के उत्ते है? इट लाइज ऑन विच कोस्ट ऑफ इंडिया, ईस्टर्न कोस्ट और वैसटर्न कोस्ट? ये तुसीं आंसर कराओगे। ठीक है, सो ਜਿਹੜੀਆਂ 8 यूनियन टैरेटरीज आ, उन्हां च ਜਿਹੜੀਆਂ 3 यूनियन टैरेटरीज आ, ਕਿਹੜੀਆਂ जम्मू कश्मीर, दिल्ली एंड पुडुचेरी। इन्हां तिन्नां दे विच ही लैजिसलेचरस हैगੀਆਂ ना आपदियां, तो इन्हां तिन्नां दे रिप्रैजेंटेशन होਊਗਾ राज्य सभा ਦੇ ਵਿੱਚ। राज्य सभा ਦੇ ਵਿੱਚ स्टेट्स ਦੀ रिप्रैजेंटेशन ਹੋਊਗੀ, प्लस इन्हां 3 यूनियन टैरेटरीज ਦੀ ਹੋਊਗੀ। ਉਹਨਾਂ ਇਹਨਾਂ ਤਿੰਨਾਂ ਨੂੰ ਛੱਡ ਕੇ ਹੋਰ ਕਿਸੇ ਵੀ यूनियन टैरेटरी का जी रिप्रैजेंटेशन है वो राज्य सभा नहीं होगी। नॉर्मली ये गल कही जाती है भी राज्य सभा किन्ना का सदन है, राज्यों का सदन है। राज्य सभा जो वो हाउस ऑफ स्टेट है, स्टेट्स है। ठीक है, सो हाउस हाउस ऑफ स्टेट्स आ करके आप भी लगभग सारिया स्टेट्स को रिप्रैजेंटेशन होंगी है। यूनियन टैरेटरीज की भी होंगी है, पर सिर्फ 3 की जिन्होंने लैजिसलेचरस है। तो ये चीज़ थोनों इनू जे तुसीं कंपेयर करोगे इलैक्शन ऑफ प्रेजिडेंट के नाल, थोड़े याद होगा भी जो आप प्रेजिडेंट की इलैक्शन की आप गल की भी वह जो इलैक्टरल कॉलेज कौन कौन वोट करूगा प्रेजिडेंट को, वो आप कहा इलैक्टेड मैंबरस ऑफ लोक सभा प्लस राज्य सभा, फिर आप कहा होर कौन वोट करूगा इलैक्टेड MLAs ऑफ स्टेट्स, प्लस 3 नंबर से इलैक्टेड MLAs ऑफ यूटीज। किहड़ियां यूटीज? दिल्ली, पुडुचेरी ते जम्मू एंड कश्मीर। तो उत्थे भी यही गल कही। ठीक है, तो ये गल क्लीयर है। द पॉपुलेशन ऑफ अदर 5 आर टू स्मॉल टू हैव एनी रिप्रेजेंटेशन इन द राज्य सभा। तो ये गल बस याद रख लेनी भी दूजियां का क्यों नहीं, जे क्वेश्चन किते ये आउंदा, वैसे आउंदा नहीं गा, जस्ट ये थोड़े दिमाग च आप वैसे समझने वास्ते गल याद रखनी है भी जेड़ा दूजियां 5 यूटीज का क्यों है नहीं गा विच, क्योंकि उन्होंने पॉपुलेशन घट आ। तो अगे राज्य सभा की गल करते हैं हम। सारे तो पहला आर्टिकल 80 की है राज्य सभा, जो आर्टिकल 79 है वो ये डिफाइन करता भी पार्लीमेंट के कौन कौन आउणगे। ठीक है, आर्टिकल 79 दसदा पार्लीमेंट के लोक सभा हो, राज्य सभा हो तो प्रेजिडेंट होगा। आर्टिकल 80 है जोड़ा वो सिर्फ कि संबंधित है राज्य सभा के नाल। आर्टिकल 80 की कहता
राज्य सभा इज परमानेंट बॉडी। पहली गल आर्टिकल 18 ने अपन की दसी है भी राज्य सभा की है परमानेंट बॉडी है, ये कदे भी भंग नहीं होगी, ये कदे भी भंग नहीं होगी। ठीक है, सो राज्य सभा इज अ परमानेंट बॉडी एंड नॉट सब्जेक्ट टू डिसोल्यूशन। डिसोल्यूशन का मतलब होंगे भंग होना। हुण इट्स मैक्सिमम स्ट्रेंथ इज 250। मैक्सिमम स्ट्रेंथ कितनी है राज्य सभा की 250, जिन्हों चो 238 मैंबरस है जो 238 मैंबरस है वो स्टेट्स एंड यूटीज दे विचों चुने जाणगे, की होणगे चुने जाणगे, इलैक्ट किए जाणगे। एंड 12 मैंबरस है जिहड़े उन्होंने नॉमीनेट किया जाऊगा। कौन करूगा नॉमीनेट? प्रेजिडेंट। ठीक है, सो जिहड़ियां यूटीज की गल की है मैं तुहानूं हुणे दस के गया, बट तुसीं आंसर करो भी किहड़ियां यूटीज दे विचों MLA जिहड़े राज्य सभा के MPs आ वो चुने जाणगे, उन्हां दे नाम तुसीं कमेंट बॉक्स लिख के दसो। ठीक है, सो अगे ये तो आप गल की टोटल स्ट्रेंथ की, मैक्सीमम स्ट्रेंथ इन्नी हो सकती है 250 हो सकती है, मैक्सीमम वध तो वध तुसीं इन्ने लैणे आ। पर इस वक्त एट प्रेजेंट अपने को किन्ने मैंबर आ राज्य सभा 245। ठीक है, जे थोनों क्वेश्चन ये होंदा पेपर दे विच भी व्हाट कैन बी द मैक्सिमम स्ट्रेंथ ऑफ द राज्य सभा। ठीक है, सो अकॉर्डिंग टू कॉन्स्टिट्यूशन कितनी हो सकती है 250। जे थोनों क्वेश्चन ये होंदा व्हाट इज द करंट है ना मैंबर्स आर प्रेजेंट इन द राज्य सभा है ना, जे करंटली पूछते हैं टोटल मैंबरशिप इन द करंट राज्य सभा, तो वो आप की कहांगे 245। इन्हें 245 दे विचों की है 233 है जिहड़े है ना वो स्टेट्स एंड यूटीज दे विचों लै लए, ते जिहड़े 12 मैंबर्स है उन्हां नूं प्रेजिडेंट नॉमीनेट करूगा। ठीक है, सो द टोटल मेंबरशिप ऑफ राज्य सभा एट प्रेजेंट इज 245, आउट ऑफ विच 233 members represent the states and union territories and 12 members are nominated by the president. ठीक है, so however 1/3 members retire every second year. सो हुण मैं तुहानूं ये गल दसी है भी राज्य सभा की है परमानेंट बॉडी है जिहड़ी कदे भंग नहीं हुंदी। राज्य सभा एक परमानेंट बॉडी है जिहड़ी कदे भंग नहीं हुंदी। ते सो तुसीं तुहाडा अगला क्वेश्चन होगा बई फिर जिहड़ा एक बारी राज्य सभा दा मैंबर बन गया ते की वो हमेशा ही मैंबर रहूगा? ठीक है, सो ये गल नहीं, जिहड़ा बंदा राज्य सभा दा एक बारी मैंबर बन गया वो हमेशा मैंबर नहीं रहूगा। मैंबर बदलणगे जरूर पर सारे के सारे मैंबर इक्को बारी नहीं। भी जिवें लोक सभा दे विच की है जदों लोक सभा ਦੀਆਂ ਵੋਟਾਂ ਪੈਣੀਆਂ है ना, अगली लोक सभा ने आना उदों पहले चोण जाबता लगना, उदों सारी सारी लोक सभा भंग हो जाऊगी। लोक सभा के सारे MP ਜਿਹੜੇ ਇੱਕੇ ਦਮ ਹੀ ਜ਼ੀਰੋ ਹੋ ਜਾਣਗੇ ਸਾਰੇ ਇਕੱਠੇ। पर राज्य सभा ਦੇ ਵਿੱਚ ਸਾਰੇ ਇਕੱਠੇ ਨਹੀਂ ਗੇ MP जब सारे इकट्ठे नहीं खत्म होंगी 2-2 साल करके खत्म होंगी है। भी जिवें हुण 2 साल बाद भी जो 6 साल दो कुछ 1/3 एमपीआं ਦੇ ਪਹਿਲਾਂ ਹੋ ਜਾਂਦੇ 6 साल पूरे, 1/3 एमपीआं ਦੇ उदों 2 साल बाद हो जाते 6 साल पूरे, उदों बाद फिर इस तरीके चलता भी एक जो MP है वह जो टर्म आ MP ऑफ राज्य सभा की टर्म कितनी होंगी है 6 साल। MP ऑफ राज्य सभा की कितनी टर्म होंगी है 6 साल। ठीक है, सो ਉਹਦੀ ਆਪਦੀ इंडिविजुअल की टर्म 6 साल आ, पर वैसे की जे आप ओवरऑल राज्य सभा की गल करिए तो वो चों हरेक 2 साल बाद 1/3 मैंबर एक तिहाई हिस्सा जिहड़े बंदे आ वो हरेक 2 साल बाद छड्ड जाणगे राज्य सभा नूं। ठीक है, गल क्लीयर आ? जे नहीं भी गल क्लीयर तो आप ये सोचते हैं भी हुण 2021 दे विच वोटां हुंदियां मन के चलो राज्य सभा दियां, जिहड़े बंदे 2021 दे विच राज्य सभा के मैंबर चुने जाणगे ना उन्हां दी जिहड़ी टर्म पूरी होगी 2027। ठीक है, ਜਿਹੜੇ ਮੈਂਬਰ 2015 ਦੇ ਵਿੱਚ ਚੁਣੇ ਗਏ ਹੋਣਗੇ 80 ਵੀ ਹੁਣ ਵੇਖੋ ਨਾ 1/3 ਮੈਂਬਰ ਪਹਿਲਾਂ ਤਾਂ ਬਣਾਓ 233 ਦਾ 1/3 ਬਣਾਉਣੇ ਆ ਜੇ ਆਪਾਂ ਤੇ ਉਹ ਆਈ ਥਿੰਕ ਉਹ ਆਪਣਾ ਬਣੂਗਾ 80 ਦੇ ਆਸੇ-ਪਾਸੇ ਬਣੂਗਾ, 80 ਤੋਂ ਘੱਟ ਹੀ ਬਣੂਗਾ ਹਨਾ 77 77 ਬਣੂਗਾ।
है ना। सो 77 मैंबर है जिहड़े 77 मैंबर है ना ਉਹ बने आ हुण इस वारी 2021 ਦੇ ਵਿੱਚ। ਇਹ ਕਿੰਨਾਂ ਦੀ ਥਾਂ ਤੇ ਬਣੇ ਹੋਣੇ ਆ ਜਿਹੜੇ 2015 ਦੇ ਵਿੱਚ ਬਣੇ ਸੀਗੇ। 2015 ਵਾਲਿਆਂ ਨੂੰ 2021 ਜਾ ਕੇ 6 ਸਾਲ ਹੋ ਗਏ ਨਾ, ਸੋ ਉਹਨਾਂ ਨੇ ਰਿਟਾਇਰ ਹੋ ਜਾਣਾ ਤੇ 2021 ਦੇ ਵਿੱਚ ਨਵੇਂ 70 ਮੈਂਬਰ ਆ ਜਾਣੇ। ਠੀਕ ਹੈ, ਫਿਰ ਉਦੋਂ ਬਾਅਦ ਦੇ ਵਿੱਚ ਕੀ ਹੋਣਾ, ਜਿਹੜੇ 2021 ਦੇ ਵਿੱਚ ਮੈਂਬਰ ਚੁਣੇ ਗਏ ਆ ਉਹਨਾਂ ਨੇ 2027 ਦੇ ਵਿੱਚ ਉਹਨਾਂ ਦੀ ਟਰਮ ਪੂਰੀ ਹੋ ਜਾਣੀ ਹੈ। ਅਗਲੇ 2 ਸਾਲਾਂ ਨੂੰ 2021 ਤੋਂ ਬਾਅਦ 2023 ਚ ਕਿੰਨਾਂ ਦੀ ਟਰਮ ਪੂਰੀ ਹੋਊਗੀ, ਜਿਹੜੇ 1/3 ਦੀ ਜਿਹੜੇ 2017 ਚ ਚੁਣੇ ਗਏ ਹੋਣਗੇ। 2025 ਚ ਕਿੰਨਾਂ ਦੀ ਖਤਮ ਹੋਊਗੀ, ਜਿਹੜੇ 2019 ਚ ਚੁਣੇ ਗਏ ਹੋਣਗੇ। ਤੇ 2027 ਚ ਕਿੰਨਾਂ ਦੀ ਖਤਮ ਹੋਊਗੀ, ਜਿਹੜੇ 2021 ਚ ਆਪਾਂ ਹੁਣ ਚੁਣੇ ਗਏ। ਠੀਕ ਹੈ, ਸੋ ਇਹ ਚੀਜ਼ ਹੀ ਲਿਖੀ ਹੈ। however 1/3 member retire every second year. Their seats are filled up by fresh elections and president nominations at the beginning of every third year. ਵੀ ਜਦੋਂ 2 ਸਾਲਾਂ ਬਾਅਦ ਇਹ ਚੀਜ਼ ਹੋਣੀ ਹੁੰਦੀ ਹੈ, ਵੀ ਭਾਵੇਂ ਆਪਾਂ ਇਹ ਕਹਿ ਦਈਏ 2 ਸਾਲਾਂ ਬਾਅਦ, ਭਾਵੇਂ ਇਹ ਕਹਿ ਦਈਏ ਵੀ ਹਰੇਕ ਤੀਜੇ ਸਾਲ ਦੇ ਸ਼ੁਰੂ ਚ, ਗੱਲ ਸੇਮ ਹੀ ਹੈ। ਕੰਨ ਫੜਨਾ ਭਾਵੇਂ ਸੱਜਾ ਫੜ ਲਓ ਭਾਵੇਂ ਖੱਬਾ ਫੜ ਲਓ। ਠੀਕ, ਸੋ ਆਹ ਗੱਲ ਆਈ ਥਿੰਕ ਤੁਹਾਨੂੰ ਬਿਲਕੁਲ ਕਲੀਅਰ ਹੈ। ਠੀਕ ਹੈ, ਸੋ ਹੁਣ ਇਹਦੇ ਚੋਂ ਜਿਹੜੀਆਂ ਚੀਜ਼ਾਂ ਤੁਸੀਂ ਮੋਟੀਆਂ ਮੋਟੀਆਂ ਯਾਦ ਰੱਖਣੀਆਂ, ਪਹਿਲਾਂ ਤਾਂ ਰਾਜ ਸਭਾ ਦੇ ਆਪਾਂ ਪਹਿਲਾ ਕੁਐਸਚਨ ਕੀ ਆਪਾਂ ਯਾਦ ਰੱਖ ਲਿਆ ਵੀ ਰਾਜ ਸਭਾ ਇੱਕ ਪਰਮਾਨੈਂਟ ਬੋਡੀ ਆ, ਸਥਾਈ ਸਦਨ ਆ, ਜਿਹੜਾ ਕਦੇ ਭੰਗ ਨਹੀਂ ਹੁੰਦਾ। ਪਹਿਲੀ ਗੱਲ ਦਿਮਾਗ 'ਚ ਪੱਕੇ ਤੌਰ ਤੇ ਬਿਠਾ ਲਓ, ਇੱਕ ਚੀਜ਼ ਬਿਠਾ ਲਈ। ਦੂਜੀ ਗੱਲ, ਮੈਕਸਿਮਮ ਸਟਰੈਂਥ ਰਾਜ ਸਭਾ ਦੀ ਕਿੰਨੀ ਹੈ, 250। ਇਹ ਮੈਕਸਿਮਮ ਸਟਰੈਂਥ ਆ ਵੀ ਇੰਨੀ ਹੋ ਸਕਦੀ ਹੈ। ਠੀਕ ਹੈ, ਪਰ ਐਟ ਪ੍ਰੈਜ਼ੈਂਟ ਕਿੰਨੇ ਮੈਂਬਰ ਆ, 245। ਠੀਕ ਹੈ, ਦੋ ਚੀਜ਼ਾਂ ਬਿਠਾ ਲਈਆਂ। ਤੀਜੀ ਚੀਜ਼ ਦਿਮਾਗ ਦੇ ਵਿੱਚ ਕੀ ਬਿਠਾਉਣੀ ਹੈ, ਵੀ ਜਿਹੜੀ ਰਾਜ ਸਭਾ ਉਹਦੇ 'ਚ ਕੋਈ ਰਿਜ਼ਰਵੇਸ਼ਨ ਨਹੀਂ, ਕੋਈ ਵੀ ਰਿਜ਼ਰਵੇਸ਼ਨ ਰਾਜ ਸਭਾ ਦੇ ਵਿੱਚ ਹੈ ਨਹੀਂ। ਲੋਕ ਸਭਾ ਦੀ ਆਪਾਂ ਗੱਲ ਬਾਅਦ ਚ ਕਰਦੇ ਹੈ, ਉੱਥੇ ਵੀ ਨਹੀਂ ਕੋਈ ਵੀ ਰਿਜ਼ਰਵੇਸ਼ਨ ਦਾ ਮਤਲਬ ਕੀ ਹੈ, ਬਈ ਜਾਤ ਦੇ ਆਧਾਰ ਤੇ, ਕਾਸਟ ਦੇ ਆਧਾਰ ਤੇ ਕੋਈ ਵੀ ਰਿਜ਼ਰਵੇਸ਼ਨ ਹੈ ਨਹੀਂ। ਗੱਲ ਸਮਝ ਲੱਗੀ। ਵੈਸੇ ਤੁਸੀਂ ਕਹਿ ਦੋ ਨੋਮੀਨੇਟ ਵਾਲਾ ਉਹ ਰਿਜ਼ਰਵੇਸ਼ਨ ਵਾਲਾ ਕੰਮ ਹੋ ਜਾਂਦਾ ਹੈ ਨਾ, ਵੀ ਭਾਵੇਂ ਉਹ ਆਰਟ ਸਾਇੰਸ ਦੇ ਖੇਤਰ 'ਚ ਮਿਲਦੇ ਆ, ਲਿਟਰੇਚਰ ਉਹ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਆਧਾਰ ਤੇ ਆ। ਠੀਕ ਹੈ, ਪਰ ਜੇ ਆਪਾਂ ਵੇਖੀਏ ਵੀ ਕਾਸਟ ਦੇ ਆਧਾਰ ਤੇ, ਵੈਸੇ ਆਪਣੇ ਰਿਜ਼ਰਵੇਸ਼ਨ ਆਪਾਂ ਮੇਨਲੀ ਕੀ ਵੇਖਦੇ ਆ, ਕਾਸਟ ਦੇ ਆਧਾਰ ਤੇ ਜ਼ਿਆਦਾ ਹੁੰਦੀ ਹੈ ਨਾ। ਸੋ ਕਾਸਟ ਵਾਲੀ ਜਿਹੜੀ ਆਪਣੀ ਰਿਜ਼ਰਵੇਸ਼ਨ ਆ ਉਹ ਹੈ ਨਹੀਂ। ਦੂਜੀ ਗੱਲ, ਵੀਮਨ ਵਾਲੀ ਰਿਜ਼ਰਵੇਸ਼ਨ ਵੀ ਹੈ ਨਹੀਂ। ਜੇ ਹੁਣ ਗਵਰਨਮੈਂਟ ਜੌਬਸ ਦੇ ਵਿੱਚ ਆਪਾਂ ਕੀ ਵੇਖਦੇ ਆ, ਆਪਾਂ ਦੋ ਤਰ੍ਹਾਂ ਦੀ ਰਿਜ਼ਰਵੇਸ਼ਨ ਵੇਖਦੇ ਆ ਤੇ ਮੇਨਲੀ ਆਪਾਂ ਵੇਖਦੇ ਆ ਹਨਾ। ਇੱਕ ਤਾਂ ਕਾਸਟ ਦੇ ਆਧਾਰ ਤੇ ਵੇਖਦੇ ਆ, ਦੂਜੀ ਆਪਾਂ ਸੈਕਸ ਦੇ ਆਧਾਰ ਤੇ ਵੇਖਦੇ ਆ ਵੀ ਹਾਂ ਵੀ ਬੀਬੀਆਂ ਨੂੰ ਜਿਹੜੀ 33%, ਜਿਵੇਂ ਹੁਣ ਪੰਜਾਬ ਸਰਕਾਰ ਦੇ ਵਿੱਚ 33% ਕੋਟਾ ਜਿਹੜਾ ਉਹ ਬੀਬੀਆਂ ਦਾ ਰੱਖਿਆ ਗਿਆ ਸਾਰੀਆਂ ਪੋਸਟਾਂ ਦੇ ਵਿੱਚ। ਸੋ ਉਹ ਕੀ ਹੈ, ਸੈਕਸ ਦੇ ਆਧਾਰ ਤੇ ਹੋਗੀ। ਠੀਕ ਹੈ, ਸੈਕਸ ਬੇਸਡ ਕੈਟੇਗਰਾਈਜੇਸ਼ਨ ਹੋ ਗਈ, ਉਹ ਰਿਜ਼ਰਵੇਸ਼ਨ ਹੋ ਗਈ। ਸੋ ਜਿਹੜੀ ਰਾਜ ਸਭਾ ਉਹਦੇ ਚ ਕਿਸੇ ਵੀ ਤਰ੍ਹਾਂ ਦੀ ਰਿਜ਼ਰਵੇਸ਼ਨ ਹੈ ਨਹੀਂ ਗੀ, ਨਾ ਹੀ ਕਾਸਟ ਦੇ ਆਧਾਰ ਤੇ ਨਾ ਹੀ ਸੈਕਸ ਬੇਸਡ। ਸਮਝ ਲੱਗ ਗਈ। ਠੀਕ ਹੈ, ਸੋ ਇਹ ਤੀਜੀ ਚੀਜ਼ ਯਾਦ ਰੱਖ ਲਈ। ਚੌਥੀ ਚੀਜ਼ ਤੁਸੀਂ ਕੀ ਯਾਦ ਰੱਖਣੀ ਹੈ, ਵੀ ਬਸ ਇਹ ਤਿੰਨ ਹੀ ਚੀਜ਼ਾਂ ਮੇਨ ਤਾਂ ਯਾਦ ਰੱਖਣੀਆਂ। ਚੌਥੀ ਚੀਜ਼ ਗੱਲ ਸਿਰਫ ਸਮਝਣੀ ਆ ਵੀ ਕੌਂਸਟੀਟਿਊਸ਼ਨ ਨੇ ਜਿਹੜੀ ਟਰਮ ਆ, ਜਿਹੜੀ ਰਾਜ ਸਭਾ ਦੀ ਆਪਾਂ 6 ਸਾਲਾਂ ਦੀ ਗੱਲ ਕਰ ਰਹੇ ਹਾਂ, ਜਿਹੜਾ ਆਪਾਂ ਕਿਹਾ ਵੀ 1/3 ਮੈਂਬਰ ਆ ਜਿਹੜੇ ਉਹ ਸੇਵਾ ਮੁਕਤ ਹੋ ਜਾਂਦੇ ਹਰੇਕ 2 ਸਾਲਾਂ ਬਾਅਦ। ਤੇ ਆਪਾਂ ਕਿਹਾ ਵੀ ਜਿਹੜਾ ਇੱਕ ਮੈਂਬਰ ਰਾਜ ਸਭਾ ਦਾ ਇੰਡੀਵਿਜੂਅਲ ਮੈਂਬਰ ਆ ਉਹ ਕਿੰਨੇ ਟਾਈਮ ਤੱਕ ਰਹੂਗਾ, ਮੈਂਬਰ 6 ਸਾਲਾਂ ਤੱਕ। ਜਿਹੜੀ 6 ਸਾਲਾਂ ਵਾਲੀ ਲਿਮਟ ਆ ਨਾ, ਕੌਂਸਟੀਟਿਊਸ਼ਨ ਦੇ ਵਿੱਚ ਨਹੀਂ ਲਿਖੀ। ਉਹ ਕੌਂਸਟੀਟਿਊਸ਼ਨ ਨੇ ਇਹ ਚੀਜ਼ ਕਿਹਨੂੰ ਕਿਹਾ ਸੀ ਵੀ ਕਿਹਦੇ ਤੇ ਛੱਡੀ ਸੀਗੀ, ਇਹ ਛੱਡੀ ਸੀਗੀ ਪਾਰਲੀਮੈਂਟ ਤੇ, ਵੀ ਤੁਸੀਂ ਜਿੰਨੇ ਟਾਈਮ ਮਰਜ਼ੀ ਰੱਖ ਦਿਓ। ਤੇ ਪਾਰਲੀਮੈਂਟ ਨੇ ਫਿਰ ਐਕਟ ਬਣਾਇਆ ਇੱਕ ਰੀਪ੍ਰੈਜ਼ੈਂਟੇਸ਼ਨ ਆਫ ਪੀਪਲਜ਼ ਐਕਟ 1951। ਸੋ ਉਹ ਐਕਟ ਦੇ ਵਿੱਚ ਪਾਰਲੀਮੈਂਟ ਨੇ ਇਹ ਲਿਖਿਆ ਵੀ ਹਾਂਜੀ ਵੀ ਜਿਹੜੇ ਰਾਜ ਸਭਾ ਦੇ ਮੈਂਬਰ ਹੋਣਗੇ ਉਹ ਕਿੰਨੇ ਸਾਲਾਂ ਤੱਕ ਰਹਿ ਸਕਦੇ ਆ, ਮੈਂਬਰ 6 ਸਾਲਾਂ ਤੱਕ। ਕੌਂਸਟੀਟਿਊਸ਼ਨ ਨੇ ਡਿਊਟੀ ਕਿਹਦੀ ਲਾਈ ਸੀ, ਪਾਰਲੀਮੈਂਟ ਦੀ। ਪਾਰਲੀਮੈਂਟ ਦੀ ਜੇ ਕੌਂਸਟੀਟਿਊਸ਼ਨ ਨੇ ਕਿਸੇ ਗੱਲ ਦੀ ਡਿਊਟੀ ਲਾਈ ਹੈ ਤੇ ਪਾਰਲੀਮੈਂਟ ਉਹ ਡਿਊਟੀ ਨੂੰ ਕਿਵੇਂ ਪੂਰਾ ਕਰੂਗੀ, ਕਾਨੂੰਨ ਬਣਾ ਕੇ। ਉਹਨਾਂ ਨੇ ਕਾਨੂੰਨ ਬਣਾਇਆ, ਕਿਹੜਾ ਕਾਨੂੰਨ ਬਣਾਇਆ, ਰੀਪ੍ਰੈਜ਼ੈਂਟੇਸ਼ਨ ਆਫ ਐਕਟ ਪੀਪਲਜ਼ ਐਕਟ, ਰੀਪ੍ਰੈਜ਼ੈਂਟੇਸ਼ਨ ਆਫ ਪੀਪਲ ਐਕਟ 1951।
ਤੇ ਉਹਦੇ ਚ ਲਿਖਤਾ ਉਹਨਾਂ ਨੇ ਬਈ ਜਿਹੜੀ ਉਮਰ ਆ ਸੌਰੀ ਜਿਹੜੀ ਉਹਨਾਂ ਦੀ ਟਰਮ ਆ ਰਾਜ ਸਭਾ ਦੇ ਮੈਂਬਰਾਂ ਦੀ ਉਹ ਕਿੰਨੀ ਹੋਊਗੀ 6 ਸਾਲ। ਰਾਜ ਸਭਾ ਕਲੀਅਰ, ਠੀਕ ਹੈ। ਅੱਗੇ ਆ ਗਿਆ ਆਪਾਂ ਲੋਕ ਸਭਾ ਚ। ਰਾਜ ਸਭਾ ਕਿਹੜਾ ਹਾਊਸ ਸੀਗਾ? ਅਪਰ ਹਾਊਸ। ਲੋਕ ਸਭਾ ਕਿਹੜਾ ਹਾਊਸ ਹੈ? ਲੋਅਰ ਹਾਊਸ ਆਫ ਦਾ ਪਾਰਲੀਮੈਂਟ। ਇਹਨੇ ਗੱਲ ਕੀ ਲਿਖੀ ਹੈ ਇਹਨਾਂ ਨੇ? ਲੋਕ ਸਭਾ ਇਜ਼ ਦਾ ਲੋਅਰ ਹਾਊਸ ਆਫ ਦਾ ਪਾਰਲੀਮੈਂਟ। ਜਿਵੇਂ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਮੈਕਸਿਮਮ ਸਟਰੈਂਥ ਸੀਗੀ ਰਾਜ ਸਭਾ ਦੀ ਉਹ ਕਿੰਨੀ ਹੋ ਸਕਦੀ ਸੀਗੀ 250। ਉਵੇਂ ਜਿਹੜੀ ਲੋਕ ਸਭਾ ਦੀ ਮੈਕਸਿਮਮ ਸਟਰੈਂਥ ਆ ਉਹ ਕਿੰਨੀ ਹੋ ਸਕਦੀ ਹੈ 552। ਬਟ ਐਟ ਪ੍ਰੈਜ਼ੈਂਟ ਆਪਣੇ ਕੋਲੇ ਕਿੰਨੀ ਸਟਰੈਂਥ ਆ 545, 545 ਮੈਂਬਰ। ਠੀਕ ਹੈ। ਸੋ ਇਹ ਹੁਣ ਜਿਹੜੇ 552 ਆ ਉਹਨਾਂ ਦੇ ਵਿੱਚੋਂ ਕੀ ਹੈ ਵੀ 530 ਮੈਂਬਰ ਆ, 530 ਮੈਂਬਰ ਆ ਜਿਹੜੇ ਉਹ ਉਹਨਾਂ ਨੇ ਕਿੱਥੋਂ ਚੁਣਨੇ ਆ? ਸਟੇਟਸ ਦੇ ਵਿੱਚੋਂ। ਜਿਹੜੇ 20 ਮੈਂਬਰ ਆ ਉਹ ਕਿੱਥੋਂ ਚੁਣਨੇ ਆ? ਯੂਨੀਅਨ ਟੈਰੀਟਰੀਜ਼ ਦੇ ਵਿੱਚੋਂ। ਤੇ ਜਿਹੜੇ 2 ਮੈਂਬਰ ਆ ਉਹ ਕਿੱਥੋਂ ਚੁਣਨੇ ਸੀ? ਐਂਗਲੋ ਇੰਡੀਅਨ ਕਮਿਊਨਿਟੀ ਦੇ ਵਿੱਚੋਂ। ਸੋ ਤੁਹਾਨੂੰ ਇਹ ਠੀਕ ਹੈ। ਤੇ ਇਹ ਚੀਜ਼ ਤੁਹਾਨੂੰ ਮੈਂ ਦੱਸਤੀ ਹੈ ਵੀ ਹੁਣ ਐਂਗਲੋ ਇੰਡੀਅਨ ਵਾਲਾ ਜਿਹੜਾ ਉਹ ਕੰਮ ਖਤਮ ਹੋ ਗਿਆ। ਹੁਣ ਉਹ ਰਿਜ਼ਰਵੇਸ਼ਨ ਨਹੀਂ, ਹੁਣ ਸਿੱਧੀ ਉਹ ਵੀ ਵੋਟਾਂ ਹੀ ਪੈ ਜਾ ਕਰਨਗੇ। ਸੋ ਮੇਨ ਤੇ ਹੁਣ ਇਸ ਵਕਤ ਆਪਣੇ ਕੋਲ ਕਿੰਨੇ ਮੈਂਬਰ ਆ? 545। 545 ਦਾ ਕੀ ਮਤਲਬ ਹੈ? ਕਿਉਂਕਿ ਜੇ ਹੁਣ ਆਪਾਂ 530 ਸਟੇਟਾਂ ਜਿਹੜੇ ਚੁਣ ਸਕਦੇ ਹੋ ਤਾਂ ਸਟੇਟਾਂ ਚੋਂ ਤਾਂ ਆਪਾਂ 530 ਤੇ 530 ਚੁਣ ਲਏ ਆ। ਸਟੇਟਾਂ ਚੋਂ ਤਾਂ ਮੈਕਸਿਮਮ ਰਿਪਰੈਜ਼ੈਂਟੇਸ਼ਨ ਹੋ ਚੁੱਕੀ ਹੈ ਪੂਰੀ, ਹਨਾ। ਯੂਨੀਅਨ ਟੈਰੀਟਰੀਜ਼ ਦੇ ਵਿੱਚ ਆਪਾਂ ਕਿੰਨੇ ਚੁਣ ਸਕਦੇ ਸੀ? 20 ਮੈਕਸਿਮਮ, ਹਨਾ। ਤੇ ਆਪਾਂ ਉਹਨਾਂ ਚੋਂ ਕਿੰਨੇ ਚੁਣਿਆ ਅਜੇ ਤੱਕ? 13। ਮਤਲਬ ਅਜੇ ਤੱਕ ਜਿਹੜੇ 7 ਮੈਂਬਰ ਆਪਣੇ ਘਟ ਰਹੇ ਆ ਨਾ 552 ਚੋਂ 545 ਆ ਉਹਨਾਂ ਚੋਂ ਉਹ ਜਿਹੜੇ 7 ਮੈਂਬਰ ਘਟ ਰਹੇ ਆ ਉਹ ਕਿਹਦੇ ਘਟ ਰਹੇ ਆ? ਯੂਨੀਅਨ ਟੈਰੀਟਰੀਜ਼ ਵਾਲੇ ਘਟ ਰਹੇ ਆ। ਯੂਨੀਅਨ ਟੈਰੀਟਰੀਜ਼ ਦੇ ਵਿੱਚੋਂ ਜੇ ਚਾਹਵੇ ਹਨਾ ਪਾਰਲੀਮੈਂਟ ਇਹ ਵੀ ਬਣਾਉਗੀ ਨਾ ਵੀ ਜੇ ਚਾਹਵੇ ਪਾਰਲੀਮੈਂਟ ਤਾਂ ਉਹ 7 ਮੈਂਬਰ ਉਹ ਵੀ ਵਧਾ ਸਕਦੀ ਹੈ 7 ਸੀਟਾਂ ਹੋਰ ਪਾਰਲੀਮੈਂਟ ਦੇ ਵਿੱਚ। ਠੀਕ ਹੈ, ਓਕੇ ਹੋ ਗਿਆ। ਅੱਗੇ ਵੇਲੇ ਕੀ ਲਿਖਿਆ ਆਪਾਂ? ਇਨ ਨॉर्मल टर्म ਇਟਸ ਨॉर्मल टर्म ਕਿੰਨੀ ਹੈ? 5 ਸਾਲ। ਜੇ ਲੋਕ ਸਭਾ ਦੀ ਆਪਾਂ ਨॉर्मल टर्म ਗੱਲ ਕਰੀਏ ਤਾਂ 5 ਸਾਲ ਹੁੰਦੀ ਹੈ। ਰਾਜ ਸਭਾ ਦੀ ਟਰਮ ਕਿੰਨੀ ਹੁੰਦੀ ਹੈ? ਰਾਜ ਸਭਾ ਖਤਮ ਹੁੰਦੀ ਨਹੀਂ, ਰਾਜ ਸਭਾ ਡਿਸੋਲਵ ਹੁੰਦੀ ਨਹੀਂ। ਰਾਜ ਸਭਾ ਇੱਕ ਪਰਮਾਨੈਂਟ ਬੋਡੀ ਹੈ। ਹਾਂ ਉਹਨਾਂ ਦੇ ਐਮਪੀਆਂ ਦੀ ਜਿਹੜਾ ਕਾਰਜਕਾਲ ਉਹ ਜ਼ਰੂਰ 6 ਸਾਲ ਹੈਗਾ। ਸੋ ਜਿਹੜੀ ਲੋਕ ਸਭਾ ਦੀ ਜਿਹੜੀ ਨॉर्मल ਟਰਮ ਹੈ ਕਿੰਨੀ ਹੈ? 5 ਸਾਲ। ਠੀਕ ਹੈ। ਸੋ ਇੰਨਾ ਚੀਜ਼ ਹੀ ਯਾਦ ਰੱਖੋ। ਉਹ ਤਾਂ ਅੱਗੇ ਤਾਂ ਲਾਈਨ ਸਿਰਫ ਇਹੀ ਲਿਖੀ ਆ ਵੀ ਹਾਂ ਜਿੱਦਣ ਤੋਂ ਸ਼ੁਰੂ ਹੋ ਗਈ ਪਹਿਲੀ ਮੀਟਿੰਗ ਤੋਂ ਲੈ ਕੇ 5 ਸਾਲ ਗਿਣ ਲਾਂਗੇ ਆਪਾਂ। ਉਹਦੇ ਨਾਲ ਨਹੀਂ, ਬਸ ਸਿਰਫ ਇੰਨੀ ਗੱਲ ਦਿਮਾਗ 'ਚ ਬਿਠਾ ਲਓ ਵੀ ਨॉर्मल ਟਰਮ ਇਹਦੀ ਕਿੰਨੀ ਹੈ? 5 ਸਾਲ। ਹਾਂ ਪਰ ਜਿਹੜਾ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਇਜ਼ ਆਥੋਰਾਈਜ਼ਡ ਟੂ ਡਿਸੋਲਵ ਲੋਕ ਸਭਾ ਐਟ ਐਨੀ ਟਾਈਮ। ਪ੍ਰੈਜ਼ੀਡੈਂਟ ਲੋਕ ਸਭਾ ਨੂੰ ਕਦੋਂ ਵੀ ਡਿਸੋਲਵ ਕਰ ਸਕਦਾ even before the completion of 5 years and this can't be challenged in the court of law। ਠੀਕ ਹੈ। ਤੇ ਇਹ ਚੀਜ਼ ਨੂੰ ਪ੍ਰੈਜ਼ੀਡੈਂਟ ਜਿਹੜਾ ਲੋਕ ਸਭਾ ਨੂੰ ਭੰਗ ਕਰੂਗਾ, ਲੋਕ ਸਭਾ ਨੂੰ ਡਿਸੋਲਵ ਕਰੂਗਾ, ਉਸ ਚੀਜ਼ ਨੂੰ ਤੁਸੀਂ ਕਿਸੇ ਵੀ ਕੋਰਟ ਦੇ ਵਿੱਚ ਚੈਲੰਜ ਨਹੀਂ ਕਰ ਸਕਦੇ। ਠੀਕ ਹੈ। ਪਰ ਇਹ ਨਹੀਂ ਵੀ ਪ੍ਰੈਜ਼ੀਡੈਂਟ ਨੇ ਆਪਦੀ ਮਰਜ਼ੀ ਨਾਲ ਹੀ ਭੰਗ ਕਰ ਦੇਣੀ ਹੈ। ਵੀ ਜਦੋਂ ਭੰਗ ਉਹ ਉਦੋਂ ਕਰੂਗਾ ਜਦੋਂ ਲੋਕ ਸਭਾ ਦੇ ਵਿੱਚ ਮੈਜੋਰਟੀ ਨਹੀਂ ਰਹਿਣੀ ਸਰਕਾਰ ਕੋਲੇ। ਠੀਕ ਹੈ। ਜਦੋਂ ਹੁਣ ਮੰਨ ਕੇ ਚਲੋ ਕੋਈ ਗਵਰਨਮੈਂਟ ਆ, ਮੋਦੀ ਗਵਰਨਮੈਂਟ ਆ, ਇਸ ਵਕਤ ਮੋਦੀ ਗਵਰਨਮੈਂਟ ਕੋਲੇ ਕਿੰਨੇ ਐਮਪੀ ਹੈ? ਉਹਨਾਂ ਦੇ ਨਾਲ 303 ਐਮਪੀ ਹੈ। ਸੋ ਮੈਜੋਰਟੀ ਕਿੰਨੀ ਚਾਹੀਦੀ ਹੈ? 545 ਦੇ ਹਿਸਾਬ ਨਾਲ 273 ਬੰਦੇ ਚਾਹੀਦੇ ਸੀ ਉਹਨਾਂ ਨੂੰ ਮੈਜੋਰਟੀ ਵਾਸਤੇ, ਸਰਕਾਰ 'ਚ ਰਹਿਣ ਵਾਸਤੇ। ਜੇ ਮੰਨ ਕੇ ਚਲੋ ਉਹਨਾਂ ਦੇ 40 ਬੰਦੇ ਰਿਜ਼ਾਈਨ ਦੇ ਜਾਂਦੇ ਆ, 40 ਬੰਦੇ ਬੀਜੇਪੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਜਾ ਵੜਦੇ, ਜਾਂ ਉਹ ਕਹਿੰਦੇ ਵੀ ਇਸ ਦਾ ਯਾਦ ਅਸੀਂ ਨਹੀਂ ਬੀਜੇਪੀ ਨਾਲ ਰਹਿੰਦੇ। ਠੀਕ ਹੈ। ਸੋ ਉਹਨਾਂ ਦੀ ਜਿਹੜੀ ਸਪੋਰਟ ਆ ਬੀਜੇਪੀ ਦੀ ਉਹ 303 ਤੋਂ ਘੱਟ ਕੇ ਕਿੰਨੇ ਤੇ ਆ ਜੂਗੀ? 263 ਦੇ। ਠੀਕ ਹੈ। ਸੋ ਹੁਣ ਪ੍ਰੈਜ਼ੀਡੈਂਟ ਜਦੋਂ ਵੀ ਚਾਹਵੇ, ਠੀਕ ਹੈ, ਉਹ ਕਹਿ ਸਕਦਾ ਆਪਣੇ ਨੂੰ ਪ੍ਰਾਈਮ ਮਿਨਿਸਟਰ ਨੂੰ ਵੀ ਅਸਤੀਫਾ ਦੇ ਦਿਓ। ਜੇ ਨਾ ਉਹ ਮੰਨੂਗਾ ਤਾਂ ਉਹਨੂੰ ਲਾ ਦੂਗਾ। ਠੀਕ ਹੈ। ਡਿਸੋਲਵ ਕਰ ਦੂਗਾ ਲੋਕ ਸਭਾ ਨੂੰ। ਸਮਝ ਲੱਗ ਗਈ? ਮੈਂ ਜ਼ਿਆਦਾ ਟੈਕਨੀਕੈਲਿਟੀ 'ਚ ਨਹੀਂ ਜਾ ਰਿਹਾ, ਮੈਂ ਤੁਹਾਨੂੰ ਮੋਟਾ ਮੋਟਾ ਦੱਸ ਰਿਹਾ।
ਉਹ ਜਦੋਂ ਆਪਾਂ ਵੀ ਗੱਲ ਕਰਾਂਗੇ ਵੀ ਹਾਂ ਸਰਕਾਰ ਡਿੱਗਦੀ ਆ, ਲੋਕ ਸਭਾ ਭੰਗ ਹੁੰਦੀ ਆ, ਉਹ ਚੀਜ਼ਾਂ ਗਾਂਹ ਦੀਆਂ ਹੁੰਦੀਆਂ। ਪਰ ਵੀ ਜਿੰਨਾ ਆਪਣੇ ਲਈ ਜ਼ਰੂਰੀ ਹੈ ਮੈਂ ਤੁਹਾਨੂੰ ਉਨੀ ਗੱਲ ਦੱਸਦੀ ਹੈ। ਠੀਕ ਹੈ ਵੀ ਪ੍ਰੈਜ਼ੀਡੈਂਟ ਕਦੋਂ ਲਾਊਗਾ ਸਰਕਾਰ ਨੂੰ, ਜਾਂ ਵੀ ਲੋਕ ਸਭਾ ਨੂੰ ਕਦੋਂ ਭੰਗ ਕਰੂਗਾ, ਜਦੋਂ ਲੋਕ ਸਭਾ ਦੇ ਵਿੱਚ ਕਿਸੇ ਵੀ ਪਾਰਟੀ ਦੀ ਮੈਜੋਰਟੀ ਨਾ ਹੋਵੇ, ਬਸ। ਠੀਕ ਹੈ ਵੀ ਕਹਿਣ ਦਾ ਮਤਲਬ ਇਹ ਹੈ ਵੀ ਲੋਕ ਸਭਾ ਦਾ ਨਾਰਮਲ ਟਰਮ ਆਪਾਂ ਕਹਿ ਸਕਦੇ ਹਾਂ 5 ਸਾਲ ਆ, ਪਰ ਉਹ ਲੋਕ ਸਭਾ ਦੀ ਕੋਈ ਟਰਮ ਨਹੀਂ ਗੀ ਪਹਿਲਾਂ ਵੀ ਭੰਗ ਹੋ ਸਕਦੀ ਹੈ, ਫਿਕਸ ਨਹੀਂ। ਠੀਕ ਹੈ, ਜਿਵੇਂ ਆਪਾਂ ਪ੍ਰਾਈਮ ਮਿਨਿਸਟਰ ਦਾ ਆਪਾਂ ਕਾਰਜਕਾਲ ਪੜ੍ਹਿਆ ਸੀ ਵੀ ਫਿਕਸ ਨਹੀਂ ਸੀਗਾ, ਪ੍ਰਾਈਮ ਮਿਨਿਸਟਰ ਆਪਾਂ ਕਿਹਾ ਸੀਗਾ ਵੀ 5 ਸਾਲ ਕਿ ਫਿਕਸ ਨਹੀਂ, ਕਿੰਨਾ ਟਾਈਮ ਉਹ ਰਹੂਗਾ, ਜਿੰਨਾ ਟਾਈਮ ਪ੍ਰੈਜ਼ੀਡੈਂਟ ਦੀ ਮਰਜ਼ੀ ਹੋਊਗੀ। ਪ੍ਰੈਜ਼ੀਡੈਂਟ ਦੀ ਮਰਜ਼ੀ ਦਾ ਕੀ ਮਤਲਬ ਸੀ, ਪ੍ਰੈਜ਼ੀਡੈਂਟ ਉਸ ਦਿਨ ਲਾ ਸਕਦਾ ਜਦੋਂ ਹੀ ਉਹਦੇ ਕੋਲੇ ਮੈਜੋਰਟੀ ਘਟ ਗਈ। ਜਦੋਂ ਹੀ ਗਵਰਨਮੈਂਟ, ਜਿੰਨਾ ਟਾਈਮ ਗਵਰਨਮੈਂਟ ਕੋਲੇ ਮੈਜੋਰਟੀ ਹੈਗੀ ਆ ਉਹਨਾਂ ਟਾਈਮ ਪ੍ਰਾਈਮ ਮਿਨਿਸਟਰ ਵੀ ਪ੍ਰਾਈਮ ਮਿਨਿਸਟਰ ਰਹੂਗਾ, ਕਿਉਂਕਿ ਪ੍ਰਾਈਮ ਮਿਨਿਸਟਰ ਹਨਾ ਵੀ ਉਹ ਕਿਹੜੀ ਸਰਕਾਰ ਦਾ ਬਣਦਾ, ਸਰਕਾਰ ਕਿਹਦੀ ਬਣਦੀ ਹੈ, ਜਿਹੜੀ ਪਾਰਟੀ ਕੋਲੇ ਲੋਕ ਸਭਾ ਦੇ ਵਿੱਚ ਮੈਜੋਰਟੀ ਹੈਗੀ ਹੈ, ਲੋਕ ਸਭਾ ਦੇ ਵਿੱਚ ਜ਼ਿਆਦਾ ਸੀਟਾਂ ਹੈਗੀਆਂ, ਉਹ ਉਸ ਪਾਰਟੀ ਦਾ ਬਣਦਾ। ਜੇ ਹੁਣ ਲੋਕ ਸਭਾ ਦੇ ਵਿੱਚੋਂ ਹੀ ਬਹੁਮਤ ਤੁਹਾਡਾ ਖਤਮ ਹੋ ਗਿਆ, ਫਿਰ ਕਾਹਦਾ ਪ੍ਰਾਈਮ ਮਿਨਿਸਟਰ ਤੇ ਕਾਹਦੀ ਲੋਕ ਸਭਾ। ਬਾਅਦ ਲੋਕ ਸਭਾ ਵੀ ਹੁਣੇ ਪ੍ਰੈਜ਼ੀਡੈਂਟ ਨੇ ਭੰਗ ਕਰ ਦੇਣੀ ਹੈ, ਪਹਿਲਾਂ ਸਰਕਾਰ ਭੰਗ ਕਰ ਦੇਣੀ ਹੈ, ਫਿਰ ਲੋਕ ਸਭਾ। ਕਿਉਂਕਿ ਜਦੋਂ ਜੇ ਨਵੀਆਂ ਤੁਸੀਂ ਹੁਣ ਮੰਨ ਕੇ ਚੱਲੋ ਵੋਟਾਂ ਕਰਾਉਣੀਆਂ ਤਾਂ ਤੁਹਾਨੂੰ ਲੋਕ ਸਭਾ ਨੂੰ ਭੰਗ ਕਰਨਾ ਹੀ ਪਊਗਾ ਨਾ, ਪਹਿਲਾਂ ਲੋਕ ਸਭਾ ਪੁਰਾਣੀ ਭੰਗ ਹੋਊਗੀ, ਫਿਰ ਨਵੀਆਂ ਵੋਟਾਂ ਹੋਣਗੀਆਂ। ਜੇ ਲੋਕ ਸਭਾ ਪੁਰਾਣੀ ਭੰਗ ਨਹੀਂ ਕੀਤੀ, ਤੁਸੀਂ ਨਵੀਆਂ ਵੋਟਾਂ ਕਰਾ ਲਈਆਂ, ਬਾਅਦ ਚ ਤਾਂ ਐਮਪੀ ਆਪਸ ਚ ਲੜਨਗੇ, ਉਹਨੇ ਕਹਿ ਦੇਣਾ ਯਾਰ ਲੋਕ ਸਭਾ ਦਾ ਐਮਪੀ ਤਾਂ ਮੈਂ ਆ, ਉਹਨੇ ਕਹਿਣਾ ਮੈਂ ਤਾਂ ਹੁਣ ਚੁਣ ਕੇ ਆਇਆ। ਠੀਕ ਹੈ, ਉਹ ਫਿਰ ਦੋ ਐਮਪੀ ਕਿਵੇਂ ਹੋ ਜਾਣਗੇ ਇੱਕ ਸੀਟ ਤੋਂ। ਠੀਕ ਹੈ, ਇਹ ਗੱਲ ਹੋ ਗਈ। तो लोकसभा कैन बी एक्सटेंडेड। हाँ एक आ गल है भी लोकसभा का वैसे 5 साल आप नॉर्मल ਉਹਨੂੰ ਪਹਿਲਾਂ ਵੀ ਰਾਸ਼ਟਰਪਤੀ ਚਾਹਵੇ, ਜੇ ਮੈਜੋਰਟੀ ਹੈ ਨਹੀਂ ਕਿ ਸਰਕਾਰ ਕੋਲੇ ਹੈ ਨਾ, ਸੋ ਉਹ ਪਹਿਲਾਂ ਗਵਰਨਮੈਂਟ ਨੂੰ ਭੰਗ ਕਰ ਸਕਦਾ ਰਾਸ਼ਟਰਪਤੀ। ਜੇ ਜਦੋਂ ਗਵਰਨਮੈਂਟ ਭੰਗ ਹੋ ਗਈ, ਜੇ ਕਿਸੇ ਹੋਰ ਪਾਰਟੀ ਕੋਲੇ ਮੈਜੋਰਟੀ ਹੈ ਨਹੀਂ ਗੀ ਹੈ, ਤੇ ਫਿਰ ਰਾਸ਼ਟਰਪਤੀ ਕੀ ਕਹਿ ਦੂਗਾ ਵੀ ਨਵੀਆਂ ਵੋਟਾਂ ਕਰਾਉਣੀਆਂ, ਫਿਰ ਉਹ ਲੋਕ ਸਭਾ ਨੂੰ ਵੀ ਸਾਰੀ ਦੀ ਸਾਰੀ ਨੂੰ ਭੰਗ ਕਰ ਦੂਗਾ। ਥੋੜਾ ਚਲੋ ਮੈਂ ਤੁਹਾਨੂੰ ਇਹ ਦੱਸ ਹੀ ਦਿੰਦਾ, ਗੱਲ ਸਮਝਣ ਦੀ ਕੋਸ਼ਿਸ਼ ਕਰੋ ਬਈ ਸਰਕਾਰ ਦਾ ਭੰਗ ਹੋਣਾ ਤੇ ਲੋਕ ਸਭਾ ਦਾ ਭੰਗ ਹੋਣਾ ਦੋ ਅਲੱਗ-ਅਲੱਗ ਚੀਜ਼ਾਂ। ਮੈਂ ਪਹਿਲਾਂ ਜਾਣਨਾ ਚਾਹੁੰਦਾ ਸੀ ਪਰ ਮੈਂ ਤੁਹਾਨੂੰ ਦੱਸ ਹੀ ਦਿੰਦਾ। ਠੀਕ ਹੈ, ਹੁਣ ਵੇਖੋ ਜਦੋਂ ਤਾਂ ਕਿਸੇ ਵੀ ਪਾਰਟੀ ਕੋਲ ਮੈਜੋਰਟੀ ਨਾ ਰਹੀ, ਠੀਕ ਹੈ, ਸੋ ਸਰਕਾਰ ਤਾਂ ਫਿਰ ਖਤਮ ਹੋ ਗਈ ਨਾ ਉੱਥੇ। ਜੇ ਹੁਣ ਮੋਦੀ ਪਾਰਟੀ ਕੋਲੇ ਹਨਾ, ਬੀਜੇਪੀ ਪਾਰਟੀ ਕੋਲੇ ਮੈਜੋਰਟੀ ਨਾ ਰਹੀ ਤੇ ਪ੍ਰੈਜ਼ੀਡੈਂਟ ਨੇ ਵੀ ਉਹ ਕੌਨਫੀਡੈਂਸ ਮੋਸ਼ਨ ਹਨਾ ਲੈ ਇਹਨਾਂ ਨੇ ਪ੍ਰੈਜ਼ੀਡੈਂਟ ਨੇ ਕਹਿਣਾ ਮੋਦੀ ਨੂੰ ਵੀ ਹਾਂ ਵੀ ਤੂੰ ਕੌਨਫੀਡੈਂਸ ਮੋਸ਼ਨ ਲੈ ਕੇ ਆ ਵੀ ਆਪਦੀ ਪ੍ਰੂਵ ਕਰ ਮੈਜੋਰਟੀ। ਜਦੋਂ ਮੋਦੀ ਲੈ ਕੇ ਆਊਗਾ ਤੁਹਾਨੂੰ ਦੱਸਿਆ ਸੀ ਕੌਨਫੀਡੈਂਸ ਮੋਸ਼ਨ ਲੈ ਕੇ ਆਊਗਾ, ਜੇ ਆਪੋਜੀਸ਼ਨ ਪਾਰਟੀਆਂ ਲੈ ਕੇ ਆਉਣਗੀਆਂ ਉਹ ਕੀ ਲੈ ਕੇ ਆਉਣਗੀਆਂ, ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਗੀਆਂ। ਠੀਕ ਹੈ, ਸੋ ਮੋਦੀ ਨੇ ਕਿਹਾ ਵੀ, ਮੋਦੀ ਨੂੰ ਕਿਹਾ ਪ੍ਰੈਜ਼ੀਡੈਂਟ ਨੇ, ਕੋਵਿੰਦ ਸਾਹਿਬ ਨੇ ਆਪਣੇ ਨੇ ਕਿਹਾ ਵੀ ਹਾਂਜੀ ਮੋਦੀ ਸਾਹਿਬ ਤੁਸੀਂ ਕੌਨਫੀਡੈਂਸ ਮੋਸ਼ਨ ਲੈ ਕੇ ਆਓ, ਪ੍ਰੂਵ ਕਰੋ ਆਪਦੀ ਮੈਜੋਰਟੀ ਵੀ ਤੁਹਾਡੇ ਕੋਲ ਮੈਜੋਰਟੀ ਹੈਗੀ ਆ, ਵੀ ਤੁਹਾਡੇ 40 ਮੈਂਬਰ ਤਾਂ ਸਾਥ ਛੱਡ ਗਏ, ਤੁਹਾਡੇ ਕੋਲ ਤਾਂ ਉਸ ਹਿਸਾਬ ਨਾਲ ਮੈਜੋਰਟੀ ਘੱਟ ਹੈ। ਇਹਨੇ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਾ ਸਰਕਾਰ ਨੇ, ਮੰਨ ਕੇ ਚਲੋ ਸਰਕਾਰ ਨੂੰ ਵੋਟਾਂ ਪਈਆਂ 263 ਹੀ, ਸਰਕਾਰ ਦਾ ਤਾਂ ਬਹੁਮਤ ਰਿਹਾ ਹੀ ਨਹੀਂ, ਸਰਕਾਰ ਦਾ ਆਟੋਮੈਟਿਕਲੀ ਫਿਰ ਉਹਨੇ ਕਹਿ ਦੇਣਾ ਵੀ ਕੋਵਿੰਦ ਸਾਹਿਬ ਨੇ ਵੀ ਚਲੋ ਜੀ ਤੁਹਾਡਾ ਹੁਣ ਕੌਨਫੀਡੈਂਸ ਮੋਸ਼ਨ ਫੇਲ ਹੋ ਗਿਆ ਤੇ ਤੁਹਾਨੂੰ ਕੀ ਕਰਨਾ ਪਊਗਾ, ਭੰਗ ਕਰਨੀ, ਤੁਹਾਨੂੰ ਕੀ ਕਰਨਾ ਪਊਗਾ, ਰਿਜ਼ਾਈਨ ਦੇਣਾ ਪਊਗਾ। ਹਾਂ ਤੁਹਾਨੂੰ ਰਿਜ਼ਾਈਨ ਦੇਣਾ ਪਊਗਾ ਹਨਾ। ਸੋ ਇਹ ਕੀ ਹੋਈ ਗਵਰਨਮੈਂਟ ਭੰਗ। ਪਰ ਜਿਹੜੇ ਐਮਪੀਜ਼ ਹੈਗੇ ਆ, ਹਜੇ ਤੱਕ ਐਮਪੀਜ਼ ਤਾਂ ਹੈ ਹੀ ਆ ਨਾ, ਗਵਰਨਮੈਂਟ ਨਹੀਂ, ਗਵਰਨਮੈਂਟ ਖਤਮ ਹੋ ਗਈ, ਪਰ ਜਿਹੜੇ 545 ਐਮਪੀ ਚੁਣ ਕੇ ਗਏ ਆ ਸਾਰੇ ਅੱਡੋ ਅੱਡ ਪਾਰਟੀਆਂ ਦੇ, ਉਹ ਤਾਂ ਹਜੇ ਤੱਕ ਲੋਕ ਸਭਾ 'ਚ ਬੈਠੀ ਹੈ, ਲੋਕ ਸਭਾ ਤਾਂ ਨਾ ਭੰਗ ਹੋਈ, ਸਰਕਾਰ ਭੰਗ ਹੋਈ ਹੈ ਜੀ। ਠੀਕ ਹੈ, ਹੁਣ ਅੱਗੇ ਉਦੋਂ ਬਾਅਦ ਦੇ ਵਿੱਚ ਕੀ ਆ ਵੀ ਪ੍ਰੈਜ਼ੀਡੈਂਟ ਆ ਜਿਹੜਾ, ਕੌਣ ਪ੍ਰੈਜ਼ੀਡੈਂਟ, ਹੁਣ ਉੱਥੇ ਮੌਕਾ ਦੇਊਗਾ ਪ੍ਰੈਜ਼ੀਡੈਂਟ, ਨਾਲ ਦੀ ਨਾਲ ਸਰਕਾਰ ਨੂੰ ਭੰਗ ਕਰਕੇ ਪ੍ਰੈਜ਼ੀਡੈਂਟ ਨਾਲ ਦੀ ਨਾਲ ਲੋਕ ਸਭਾ ਨੂੰ ਭੰਗ ਨਹੀਂ ਕਰਦਾਗਾ। ਠੀਕ ਹੈ, ਉਹ ਮੌਕਾ ਦੇਊਗਾ ਕਿਸੇ ਹੋਰ ਪਾਰਟੀ ਨੂੰ, ਜਿਹਨੂੰ ਜਿਹੜਾ ਉਹਦੀ ਨਿਗਾਹ 'ਚ ਹੋਊਗਾ ਵੀ ਆਹ ਬੰਦੇ ਕੋਲੇ ਮੈਜੋਰਟੀ ਆ ਸਕਦੀ ਹੈ। ਵੀ ਜਿਵੇਂ ਮੰਨ ਕੇ ਚਲੋ ਕਾਂਗਰਸ ਦੀਆਂ ਥੋੜੀਆਂ ਸੀਟਾਂ ਘੱਟਦੀਆਂ ਸੀਗੀਆਂ, ਮੰਨ ਕੇ ਚਲੋ ਕਾਂਗਰਸ ਕੋਲੇ 250 ਸੀਟਾਂ ਤਾਂ ਸੀਗੀਆਂ, 22-23 ਸੀਟਾਂ ਹੀ ਘੱਟ ਆ ਉਹਦੀਆਂ, 23 ਸੀਟਾਂ ਘੱਟ ਆ, ਤੇ ਉਹ ਹੋ ਸਕਦਾ ਵੀ ਉਹਨੂੰ ਪ੍ਰੈਜ਼ੀਡੈਂਟ ਨੂੰ ਇਹ ਲੱਗੇ ਵੀ ਹਾਂ ਵੀ ਉਹ ਬੰਦੇ ਮੈਜੋਰਟੀ ਪ੍ਰੂਵ ਕਰ ਸਕਦਾ, ਸੋ ਉਹ ਪਹਿਲਾਂ ਪ੍ਰੈਜ਼ੀਡੈਂਟ ਉਹ ਬੰਦੇ ਨੂੰ ਮੌਕਾ ਦੇਊਗਾ
ਆਪਦੀ ਇੱਛਾ ਤੇ ਨਿਰਭਰ ਕਰਦਾ ਹੈ ਪ੍ਰੈਜ਼ੀਡੈਂਟ ਦੀ, ਹਨਾ। ਤੇ ਹਾਂਜੀ। ਉਹਨੇ ਕਹਿਣਾ ਵੀ ਹਾਂ ਵੀ ਫਲਾਣੇ ਸਿਆਂ ਤੂੰ ਦੇਖ ਵੀ ਲਿਆ ਕੇ ਕੌਨਫੀਡੈਂਸ ਮੋਸ਼ਨ ਵੀ ਤੂੰ ਲਿਆਵੇਂਗਾ, ਹਨਾ। ਉਹ ਸੱਦੂਗਾ ਉਹਨੂੰ, ਉਹਨੇ ਕਹਿ ਦੇਣਾ ਹਾਂਜੀ ਮੈਂ ਕੌਨਫੀਡੈਂਸ ਮੋਸ਼ਨ ਮੈਂ ਮੇਰੇ ਕੋਲੇ ਹੈਗੇ ਆ ਮੈਂਬਰ, ਮੈਂ ਕਰਵਾ ਲੂੰਗਾ ਪਾਸ। ਉਹਨੇ ਉਹਨੂੰ ਇੱਕ ਮੌਕਾ ਦੇਣਾ, ਪਰ ਮੰਨ ਕੇ ਚਲੋ ਉਹ ਤੋਂ ਵੀ ਮੈਜੋਰਟੀ ਜੇ ਪਾਸ ਨਾ ਕਰਵਾਈ ਗਈ, ਹਨਾ, ਮੈਜੋਰਟੀ ਵੋਟ ਉਹਦੇ ਵੱਲ ਵੀ ਨਾ ਆਈ, ਤਾਂ ਫਿਰ ਹੁਣ ਕੋਈ ਸਰਕਾਰ ਤਾਂ ਬਣ ਨਹੀਂ ਰਹੀ। ਹਾਂਜੀ। ਐਮਪੀ ਜ਼ਰੂਰ ਹੈਗੇ ਆ ਨਾ, ਲੋਕ ਸਭਾ ਹੈਗੀ, ਪਰ ਹੁਣ ਵੀ ਜਦੋਂ ਸਰਕਾਰ ਹੀ ਨਹੀਂ ਬਣਦੀ, ਆਪਾਂ ਤਾਂ ਸਰਕਾਰ ਬਣਵਾਉਣੀ ਹੈ ਨਾ। ਤਾਂ ਫਿਰ ਕੀ ਕਰੂਗਾ, ਫਿਰ ਇੱਕ ਦੋ ਬੰਦਿਆਂ ਨੂੰ ਮੌਕਾ ਦੇ ਕੇ, ਜੇ ਪ੍ਰੈਜ਼ੀਡੈਂਟ ਨੂੰ ਲੱਗੂ ਵੀ ਕੋਈ ਹੋਰ ਪ੍ਰੂਵ ਕਰ ਸਕਦਾ, ਤੇ ਜੇ ਉਹਨਾਂ ਤੋਂ ਵੀ ਨਾ ਪ੍ਰੂਵ ਹੋਈ ਮੈਜੋਰਟੀ, ਤੇ ਫਿਰ ਕੀ ਹੋਊਗਾ, ਫਿਰ ਪ੍ਰੈਜ਼ੀਡੈਂਟ ਨੇ ਕਹਿ ਦੇਣਾ ਵੀ ਲੋਕ ਸਭਾ ਡਿਸੋਲਵਡ, ਲੋਕ ਸਭਾ ਹੀ ਭੰਗ ਹੋ ਗਈ ਹੈ, ਹੁਣ ਨਵੀਆਂ ਵੋਟਾਂ ਪੈਣਗੀਆਂ, ਨਵੇਂ ਐਮਪੀ ਚੁਣ ਕੇ ਆਉਣਗੇ ਤੇ ਉਹੀ ਸਰਕਾਰ ਬਣਾਉਣਗੇ। ਸੋ ਆਈ ਥਿੰਕ ਹੁਣ ਕਲੀਅਰ ਇਹ ਚੀਜ਼ ਦਾ ਕਿ ਸਰਕਾਰ ਦਾ ਹਾਂਜੀ। ਭੰਗ ਹੋਣਾ ਤੇ ਲੋਕ ਸਭਾ ਦਾ ਭੰਗ ਹੋਣਾ ਦੋ ਅਲੱਗ-ਅਲੱਗ ਚੀਜ਼ਾਂ। ਪਹਿਲਾਂ ਸਰਕਾਰ ਭੰਗ ਹੋਊਗੀ, ਠੀਕ ਹੈ, ਦੂਜੇ ਬੰਦਿਆਂ ਨੂੰ ਮੌਕਾ ਦਿੱਤਾ ਜਾਊਗਾ ਵੀ ਤੁਸੀਂ ਸਰਕਾਰ ਬਣਾ ਲਓ ਭਾਈ, ਦੂਜੀ ਪਾਰਟੀ ਨੂੰ। ਹਾਂਜੀ। ਪਰ ਜੇ ਦੂਜੀ ਪਾਰਟੀ ਵਿੱਚ ਸਫਲ ਰਹਿੰਦੀ ਹੈ, ਜੇ ਪ੍ਰੈਜ਼ੀਡੈਂਟ ਨੂੰ ਲੱਗਦਾ ਵੀ ਹੁਣ ਸਰਕਾਰ ਬਣ ਹੀ ਨਹੀਂ ਸਕਦੀ, ਠੀਕ ਹੈ, ਫਿਰ ਕੀ ਹੋਣਗੀਆਂ, ਵੋਟਾਂ ਦੁਬਾਰਾ ਪੈਣਗੀਆਂ, ਠੀਕ ਹੈ, ਤੇ ਲੋਕ ਸਭਾ ਸਾਰੀ ਦੀ ਸਾਰੀ ਲੋਕ ਸਭਾ ਹੀ ਭੰਗ ਹੋ ਜੂ, ਸਾਰੇ ਐਮਪੀ ਖਤਮ। ਸੋ ਆਈ ਥਿੰਕ ਨਾਓ ਕਲੀਅਰ, ਕਲੀਅਰ। ਠੀਕ ਹੈ। ਸੋ ਹੁਣ ਲੋਕ ਸਭਾ ਦਾ ਜਿਹੜਾ ਸੈਸ਼ਨ ਆ, ਲੋਕ ਸਭਾ ਦਾ ਜਿਹੜਾ ਟੈਨਿਓਰ ਆ, ਉਹਨੂੰ ਐਕਸਟੈਂਡ ਕੀਤਾ ਜਾ ਸਕਦਾ, ਉਹਨੂੰ ਵਧਾਇਆ ਜਾ ਸਕਦਾ, ਕਦੋਂ, ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਹੈ। ਕਿੰਨੇ ਟਾਈਮ ਲਈ ਵਧਾ ਸਕਦੇ ਹਾਂ ਆਪਾਂ, 1 ਸਾਲ ਲਈ, ਇੱਕ ਟਾਈਮ ਤੇ ਇੱਕੋ ਸਾਲ ਲਈ ਵਧਾਇਆ ਜਾ ਸਕਦਾ। ਮੰਨ ਕੇ ਚਲੋ ਨੈਸ਼ਨਲ ਐਮਰਜੈਂਸੀ ਲੱਗੀ ਹੈ, ਠੀਕ ਹੈ, ਉਧਰੋਂ ਵੋਟਾਂ ਪੈਣ ਦਾ ਟਾਈਮ ਹੋ ਗਿਆ, ਵੀ ਲੋਕ ਸਭਾ ਦੇ 5 ਸਾਲ ਜੁਲਾਈ ਦੇ ਵਿੱਚ ਪੂਰੇ ਹੋ ਰਹੇ ਸੀ, ਪਰ ਜੁਲਾਈ ਮਹੀਨਾ ਉਹ ਸੀ ਜਦੋਂ ਭਾਰਤ ਦੇ ਵਿੱਚ ਐਮਰਜੈਂਸੀ ਚੱਲੀ ਜਾਂਦੀ ਹੈ। ਆ ਹੁਣ ਵੀ ਮੰਨ ਕੇ ਜੇ ਲੋਕ ਸਭਾ ਦੇ 5 ਸਾਲ ਪੂਰੇ ਹੋ ਰਹੇ ਸੀ ਆ ਮਹੀਨੇ ਜੁਲਾਈ ਦੇ 31 ਜੁਲਾਈ ਨੂੰ, ਹਨਾ, ਪਰ ਸਪੋਜ਼ ਕਰ ਲਓ ਭਾਰਤ ਦਾ ਚੀਨ ਨਾਲ ਜੰਗ ਲੱਗਿਆ ਹੋਇਆ, ਭਾਰਤ ਦੇ ਵਿੱਚ ਤਾਂ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ ਸਰਕਾਰ ਨੇ। ਹੁਣ ਕੀ ਹੋਊਗਾ, ਹੁਣ ਵੋਟਾਂ ਪੈਣ ਦੀ ਮਾਹੌਲ ਹੈ ਨਹੀਂਗਾ, ਹਨਾ, ਵੋਟਾਂ ਪੈਣ ਦੀ ਸਥਿਤੀ ਹੈ ਨਹੀਂਗੀ, ਵੀ ਹੁਣ ਸਰਕਾਰ ਆ ਜਿਹੜੀ ਉਹਦਾ ਧਿਆਨ ਵੇਖੋ, ਜਿਹੜੀ ਸਰਕਾਰੀ ਮਸ਼ੀਨਰੀ ਆ ਉਹਦਾ ਧਿਆਨ ਹੁਣ ਚੀਨ ਨੂੰ ਹਰਾਉਣ 'ਚ ਹੋਣਾ ਚਾਹੀਦਾ ਕਿ ਹੁਣ ਵੋਟਾਂ ਪਾਉਣ 'ਚ ਹੋਣਾ ਚਾਹੀਦਾ। ਕੋਸ ਆਪਾਂ ਕਹਾਂਗੇ ਪਹਿਲਾਂ ਬਾਹਰਲਿਆਂ ਨਾਲ ਨਿਪਟ ਗਏ, ਹਨਾ, ਅੰਦਰ ਵੋਟਾਂ ਤਾਂ ਆਪਾਂ ਕਦੋਂ ਵੀ ਪਵਾ ਲਾਂਗੇ। ਸੋ ਪਹਿਲਾਂ ਹੁਣ ਚੀਨ ਨਾਲ ਆਪਾਂ ਨਿਪਟਣਾ, ਤਾਂ ਕਰਕੇ ਆਪਾਂ ਜਿਹੜਾ ਇਹ ਆ ਵੀ ਵੋਟਾਂ ਵਾਲਾ ਸਿਸਟਮ ਆ ਉਹ ਇੱਕ ਵਾਰੀ ਡਿਲੇ ਕਰ ਦਾਂਗੇ। ਆਪਾਂ ਕਹਿ ਦਾਂਗੇ ਵੀ ਉਹੀ ਸਰਕਾਰ ਜਿਹੜੀ ਚੱਲ ਰਹੀ ਆ ਉਹਦਾ ਸਾਲ ਇੱਕ ਟੈਨਿਓਰ ਹੋਰ ਵਧਾ ਦਿੰਦੇ, ਠੀਕ ਹੈ। ਸੋ ਐਮਰਜੈਂਸੀ ਦੇ ਦੌਰਾਨ ਜਿਹੜੀ ਗੌਰਮੈਂਟ ਆ, ਜਿਹੜੀ ਲੋਕ ਸਭਾ, ਉਹਦਾ ਜਿਹੜਾ ਟਾਈਮ ਆ, ਟੈਨਿਓਰ ਆ, ਉਹ ਹੋਰ ਵਧਾਇਆ ਜਾ ਸਕਦਾ, ਕਿੰਨੇ ਟਾਈਮ ਲਈ, 1 ਸਾਲ ਲਈ, ਠੀਕ ਹੈ। ਜਦੋਂ 1 ਸਾਲ ਪੂਰਾ ਹੋ ਗਿਆ ਫਿਰ, ਤੇ ਮੰਨ ਕੇ ਚਲੋ ਉਦੋਂ ਫਿਰ ਹਜੇ ਤੱਕ ਐਮਰਜੈਂਸੀ ਖਤਮ ਹੀ ਨਹੀਂ ਹੋਏਗੀ, ਉਹ ਕਰੋ ਤੇ ਐਮਰਜੈਂਸੀ ਅਜੇ ਵੀ ਚੱਲੀ ਜਾਂਦੀ ਹੈ, ਤੇ ਫਿਰ ਆਪਾਂ 1 ਸਾਲ ਲਈ ਵਧਾ ਸਕਦੇ ਹਾਂ, ਠੀਕ ਹੈ। 2 ਸਾਲ ਵੱਧ ਗਿਆ ਲੋਕ ਸਭਾ ਦਾ ਟੈਨਿਓਰ ਉਸ ਹਿਸਾਬ ਨਾਲ, ਹਨਾ। ਫਿਰ ਉਦੋਂ ਬਾਅਦ ਦੇ ਚ ਐਮਰਜੈਂਸੀ ਹਜੇ ਵੀ ਚੱਲੀ ਜਾਂਦੀ ਹੈ, 2 ਸਾਲ ਵੀ ਪੂਰੇ ਹੋ ਗਏ, ਫਿਰ 1 ਸਾਲ ਵਧਾ ਸਕਦੇ ਹਾਂ। ਤੇ ਹੁਣ ਤੁਹਾਡੇ ਦਿਮਾਗ 'ਚ ਕੁਐਸਚਨ ਆਊਗਾ ਬਾਈ ਯਾਰ ਹੁਣ ਆਪਾਂ ਸਾਲ ਕਰਕੇ ਵਧਾਈ ਜਾਂਦੇ ਤੇ ਇਕੱਠਾ ਹੀ ਵਧਾ ਦਿੰਦੇ 2 ਸਾਲ। ਹੁਣ ਗੱਲ ਇਹ ਹੈ ਵੀ ਆਪਾਂ ਨੂੰ ਇਹ ਥੋੜਾ ਪਤਾ ਸੀਗਾ ਵੀ ਐਮਰਜੈਂਸੀ 2 ਸਾਲਾਂ ਤੱਕ ਚੱਲੀ ਜਾਊਗੀ। ਆਪਾਂ ਨੂੰ ਤਾਂ ਇਹ ਸੀ ਵੀ ਸਾਲ ਵੀ ਬਹੁਤ ਆ, ਸਾਲ ਤੋਂ ਪਹਿਲਾਂ ਖਤਮ ਹੋ ਜੂ, ਹਨਾ। ਹਾਂ। ਸੋ ਮੇਨ ਗੱਲ ਇਹ ਹੈ ਵੀ ਜਿਹੜਾ ਲੋਕ ਸਭਾ ਦਾ ਟੈਨਿਓਰ ਆ ਉਹਨੂੰ ਆਪਾਂ ਵਧਾ ਸਕਦੇ ਹੁੰਦੇ ਹਾਂ ਸਾਲ ਵਾਸਤੇ 1 ਵਾਰੀ, ਠੀਕ ਹੈ। ਪਰ ਉਹ ਕਿੰਨੇ ਵਾਰੀ ਵੀ ਵਧਾਇਆ ਜਾ ਸਕਦਾ, ਜੇ ਮੰਨ ਕੇ ਚਲੋ ਉਹ ਚੀਜ਼ ਕੰਟੀਨਿਊ ਰਹਿੰਦੀ ਹੈ ਤਾਂ ਉਹਨੂੰ ਜਿੰਨੇ ਮਰਜ਼ੀ ਵਾਰੀ ਵਧਾ ਸਕਦੇ ਆ, ਪਰ ਵਧੂ 1 ਵਾਰੀ, ਇੱਕ ਸਾਲ ਵਾਸਤੇ ਹੀ ਵਧੂਗਾ। ਵੀ ਫਿਰ ਦੂਜੇ ਸਾਲ ਫਿਰ 1 ਸਾਲ ਵਾਸਤੇ ਵਧਾ ਲਓ, ਤੀਜੇ ਸਾਲ ਫਿਰ 1 ਸਾਲ ਵਾਸਤੇ ਵਧਾ ਲਓ, ਇੱਕੋ ਟਾਈਮ 1 ਸਾਲ ਵਾਸਤੇ ਵਧੂ, ਪਰ ਜਿੰਨੇ ਵਾਰੀ ਮਰਜ਼ੀ ਵਧਾ ਲਓ, ਭਾਵੇਂ 10 ਵਾਰੀ ਵਧਾ ਲਓ, ਠੀਕ ਹੈ। ਸੋ ਇਹ ਸੀਗੀ ਲੋਕ ਸਭਾ ਦੇ ਟੈਨਿਓਰ ਦੀ ਗੱਲ, ਵੀ ਵਧਾਇਆ ਜਾ ਸਕਦਾ, ਠੀਕ ਹੈ। ਤੇ ਨਾਲ ਇੱਕ ਗੱਲ ਹੋਰ ਲਿਖੀ ਇਹਨਾਂ ਨੇ ਐਂਡ ਤੇ, ਵੀ ਜੇ ਹੁਣ ਮੰਨ ਕੇ ਚੱਲੋ ਤੁਸੀਂ 1 ਸਾਲ ਵਾਸਤੇ ਵਧਾਇਆ ਸੀਗਾ ਤੇ ਤੁਹਾਡੀ ਐਮਰਜੈਂਸੀ 2 ਮਹੀਨੇ ਰਹਿੰਦੀ ਹੈ, ਹਨਾ, ਤੇ ਪਰ ਹੁਣ ਜਦੋਂ ਐਮਰਜੈਂਸੀ ਖਤਮ ਹੋ ਗਈ ਤੇ ਫਿਰ ਤਾਂ ਵੋਟਾਂ ਪੈਣੀਆਂ ਚਾਹੀਦੀਆਂ ਨਾ। ਆਪਾਂ ਵੋਟਾਂ ਕਾਹਤੋਂ ਨਹੀਂ ਪਾਈਆਂ ਸੀਗੀਆਂ, ਲੋਕ ਸਭਾ ਟੈਨਿਓਰ ਵਧਾਉਣ ਦਾ ਕਾਰਨ ਕੀ ਸੀਗੀ, ਐਮਰਜੈਂਸੀ ਹੈ, ਵੀ ਵੋਟਾਂ ਪੈ ਨਹੀਂ ਸਕਦੀਆਂ, ਠੀਕ ਹੈ। ਜਦੋਂ ਐਮਰਜੈਂਸੀ ਖਤਮ ਹੋ ਗਈ ਫਿਰ ਤਾਂ ਵੋਟਾਂ ਪੈ ਸਕਦੀਆਂ ਨਾ, ਵੀ ਜੇ ਐਮਰਜੈਂਸੀ ਪਹਿਲਾਂ ਖਤਮ ਹੋ ਜਾਂਦੀ ਹੈ ਸਾਲ ਤੋਂ,
ਤੇ ਫਿਰ ਉਹਨਾਂ 6 ਮਹੀਨਿਆਂ ਦੇ ਵਿੱਚ ਵੋਟਾਂ ਪੈਣੀਆਂ ਜ਼ਰੂਰੀ ਆ। ਜਿੱਦਣ ਐਮਰਜੈਂਸੀ ਖਤਮ ਹੋ ਗਈ, ਐਮਰਜੈਂਸੀ ਖਤਮ ਹੋਣ ਤੋਂ 6 ਮਹੀਨਿਆਂ ਦੇ ਵਿੱਚ ਵੋਟਾਂ ਪੈਣੀਆਂ ਜ਼ਰੂਰੀ ਆ, ਕਿਉਂਕਿ ਸਰਕਾਰ ਤਾਂ ਪਹਿਲਾਂ ਹੀ 5 ਸਾਲ ਤਾਂ ਸਰਕਾਰ ਦੇ ਪੂਰੇ ਹੋਏ ਸੀਗੇ। ਉਹ ਤਾਂ ਵੀ ਕਹਿਣ ਦਾ ਮਤਲਬ ਐਮਰਜੈਂਸੀ ਕਰਕੇ ਉਹਦਾ 1 ਸਾਲ ਵਧਾਇਆ ਸੀਗਾ, ਪਰ ਉਹ ਐਮਰਜੈਂਸੀ ਹੁਣ ਕੀ ਹੋ ਗਈ, ਖਤਮ। तो फिर 6 ਮਹੀਨਿਆਂ ਦੇ ਜੋ ਵੋਟਾਂ ਪਵਾ ਦਿਓ। ਕਲੀਅਰ? हाँ भाई। ਸੋ ਅੱਗੇ ਆ ਗਿਆ ਐਮਪੀਜ਼, ਹਨਾ, ਮੈਂਬਰ ਆਫ ਪਾਰਲੀਮੈਂਟ। ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ? ਸੋ ਆਪਾਂ ਕੁਆਲੀਫਿਕੇਸ਼ਨ ਕੀਤੀਆਂ ਸੀਗੀਆਂ, ਨਾਲੇ ਮੈਂ ਨਾ ਜਿਹੜੇ ਆ ਤੁਹਾਨੂੰ ਕਮੈਂਟ ਵਗੈਰਾ ਕਹੇ ਆ, ਇਹ ਇੱਥੇ ਨਹੀਂ ਕਰਨੇ, ਇਹ ਜਦੋਂ ਤੁਸੀਂ ਦੁਬਾਰਾ ਵੀਡੀਓ ਸੁਣੋਗੇ ਨਾ YouTube ਤੇ 14 ਉਦੋਂ ਕਰਿਓ। ਹੁਣ ਤੁਸੀਂ ਗੱਲ ਸਿਰਫ ਧਿਆਨ ਤੁਹਾਡਾ ਪੜ੍ਹਨ ਤੇ ਸੁਣਨ ਤੇ ਹੀ ਹੋਣਾ ਚਾਹੀਦਾ, ਸਮਝਣ ਤੇ ਹੀ ਹੋਣਾ ਚਾਹੀਦਾ ਜੀ। ओके। ਠੀਕ ਹੈ ਨਾ? ਹੁਣ ਨਾ ਵਿੱਚ ਹੁਣ ਨਹੀਂ ਰੋਕਣਾਗਾ। ਸੋ ਉਦੋਂ ਆਪਣੇ ਕੋਲੇ ਆਪਸ਼ਨ ਹੁੰਦੀ ਹੈ ਰੋਕਣ ਦੀ ਵੀਡੀਓ ਨੂੰ, ਤੇ ਆਪਾਂ ਰੋਕ ਕੇ ਕਮੈਂਟ ਕਰ ਸਕਦੇ ਹਾਂ, ਰੋਕ ਕੇ ਉਹ ਚੀਜ਼ ਨੂੰ ਆਪਦੇ ਦਿਮਾਗ 'ਚ ਵੀ ਬਿਠਾ ਸਕਦੇ ਹਾਂ। ਠੀਕ ਹੈ? ठीक है। ਸੋ ਹੁਣ ਆ ਗਿਆ ਐਮਪੀਜ਼, ਮੈਂਬਰ ਆਫ ਪਾਰਲੀਮੈਂਟ, ਉਹਨਾਂ ਦੀ ਕੁਆਲੀਫਿਕੇਸ਼ਨ। ਐਮਪੀਜ਼ ਦੀ ਕੁਆਲੀਫਿਕੇਸ਼ਨ ਆਰਟੀਕਲ 84, ਇਹ ਯਾਦ ਨਾ ਰੱਖੋ, ਕੋਈ ਚੱਕਰ ਨਹੀਂ, ਇਹ ਨਹੀਂ ਯਾਦ ਰੱਖਣਾ। ਸੋ ਕੁਆਲੀਫਿਕੇਸ਼ਨ ਐਮਪੀਜ਼ ਦੀ ਕੀ ਹੈ ਵੀ ਸਾਰਿਆਂ ਤੋਂ ਪਹਿਲਾਂ ਤਾਂ ਇਹ ਹੈ ਵੀ ਕਿਸੇ ਵੀ ਚੀਜ਼ ਦੀ, ਹਨਾ, ਵੀ ਆਪਾਂ ਵੇਖਿਆ ਵੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ, ਵੀ ਹੀ ਮਸਟ ਬੀ ਅ ਸਿਟੀਜ਼ਨ ਆਫ ਇੰਡੀਆ। ਕਲੀਅਰ ਹੈ? ਫਿਰ ਦੂਜੀ ਇਹਦੀ ਕੀ ਕਹੋਗੇ ਤੁਸੀਂ ਕੁਆਲੀਫਿਕੇਸ਼ਨ? ਜੇ ਆਪਾਂ ਲੋਕ ਸਭਾ ਦੇ ਮੈਂਬਰ ਦੀ ਗੱਲ ਕਰਨੀ ਹੈ ਤਾਂ ਉਹਦੀ ਜਿਹੜੀ ਏਜ ਹੈ ਕਿੰਨੀ ਹੋਣੀ ਚਾਹੀਦੀ ਹੈ? 25 ਸਾਲ। ਤੇ ਰਾਜ ਸਭਾ ਦੇ ਜੇ ਮੈਂਬਰ ਦੀ ਗੱਲ ਕਰਨੀ ਹੈ, ਉਹਦੀ ਏਜ ਕੀ ਹੋਣੀ ਚਾਹੀਦੀ ਹੈ? 30 ਸਾਲ। ਪਹਿਲਾਂ ਆਪਾਂ ਲੋਕ ਸਭਾ ਦੇ ਮੈਂਬਰ ਦੀ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ। ਲੋਕ ਸਭਾ ਦੇ ਮੈਂਬਰ ਦੀ ਕੁਆਲੀਫਿਕੇਸ਼ਨ ਦੇ ਵਿੱਚ ਪਹਿਲਾ ਪੁਆਇੰਟ ਕੀ ਆਊਗਾ? ਹੀ ਮਸਟ ਬੀ ਅ ਸਿਟੀਜ਼ਨ ਆਫ ਇੰਡੀਆ। ਦੂਜਾ ਪੁਆਇੰਟ ਕੀ ਆਊਗਾ? ਹੀ ਮਸਟ ਹੈਵ ਏਜ ਮੋਰ ਦੈਨ 25 ਈਅਰ। ਠੀਕ ਹੈ, ਲੋਕ ਸਭਾ ਵਾਸਤੇ। ਤੀਜਾ ਕੀ ਆਊਗਾ? ਹੀ ਮਸਟ ਮੇਕ, ਤੀਜਾ ਆਊਗਾ ਹੀ ਮਸਟ ਪੋਜੈਸ ਅਦਰ ਕੁਆਲੀਫਿਕੇਸ਼ਨ ਆਫ ਪ੍ਰਸਕ੍ਰਾਈਬਡ ਬਾय ਪਾਰਲੀਮੈਂਟ। ਜੇ ਪਾਰਲੀਮੈਂਟ ਨੇ ਕੋਈ ਹੋਰ ਕੰਡੀਸ਼ਨ ਲਾਈ ਹੈ, ਕੌਂਸਟੀਟਿਊਸ਼ਨ ਨੇ ਤਾਂ ਸਿਰਫ ਯਾਰ ਮੇਨਲੀ 2 ਹੀ ਕੰਡੀਸ਼ਨਾਂ ਕਹੀਆਂ। ਕੌਂਸਟੀਟਿਊਸ਼ਨ ਨੇ ਮੇਨਲੀ 2 ਹੀ ਕੰਡੀਸ਼ਨਾਂ ਕਹੀਆਂ। ਜਦੋਂ 1949 ਦੇ ਵਿੱਚ ਕੌਂਸਟੀਟਿਊਸ਼ਨ ਬਣਿਆ ਸੀ, ਉਹਨੇ 2 ਹੀ ਚੀਜ਼ਾਂ ਮੇਨਲੀ ਕਹੀਆਂ ਸੀਗੀਆਂ। ਇੱਕ ਤਾਂ ਵੀ ਉਹ ਸਿਟੀਜ਼ਨ ਹੋਣਾ ਚਾਹੀਦਾ ਇੰਡੀਆ ਦਾ, ਲੋਕ ਸਭਾ ਦਾ ਮੈਂਬਰ, ਤੇ ਦੂਜਾ ਉਹਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ? ਘੱਟੋ ਘੱਟ 25 ਸਾਲ। ਠੀਕ ਹੈ? ਤੀਜੀ ਗੱਲ ਤਾਂ ਕੰਡੀਸ਼ਨ ਨਹੀਂ, ਤੀਜੀ ਗੱਲ ਤਾਂ ਜਿਹੜੀ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਉਹ ਇਹ ਲਿਖਿਆ ਵੀ ਜਦੋਂ ਉਹ ਆਪਦਾ ਫਾਰਮ ਭਰਨ ਜਾਊਗਾ, ਜਦੋਂ ਮੰਨ ਕੇ ਚੱਲੋ ਬਲਤੇਜ ਨੇ ਇਲੈਕਸ਼ਨ 'ਚ ਖੜਾ ਹੋਣਾ ਐਮਪੀ ਦੀ 'ਚ, ਤਾਂ ਐਮਪੀ ਆਫ ਲੋਕ ਸਭਾ ਦੀ ਗੱਲ ਕਰ ਰਹੇ ਹਨ, ਐਮਪੀ ਆਫ ਲੋਕ ਸਭਾ ਦੀ ਇਲੈਕਸ਼ਨ 'ਚ ਖੜਾ ਹੋਣਾ, ਤੇ ਇਹ ਆਪਦਾ ਨੋਮੀਨੇਸ਼ਨ ਕਰਾਉਣ ਜਾਊਗਾ ਨਾ, ਫਾਰਮ ਭਰਦੇ ਹੁੰਦੇ ਆ ਵੀ ਹਾਂ ਵੀ ਅਸੀਂ ਖੜੇ ਹੁੰਦੇ ਆ ਵੋਟਾਂ ਦੇ ਵਿੱਚ। ਸਾਰੇ ਲੀਡਰ ਹੀ ਉਹ ਫਾਰਮ ਜਮ੍ਹਾਂ ਕਰਵਾ ਕੇ ਆਉਂਦੇ ਇਲੈਕਸ਼ਨ ਕਮਿਸ਼ਨਰ ਕੋਲ। ਇਲੈਕਸ਼ਨ ਕਮਿਸ਼ਨਰ ਨੇ ਬੰਦੇ ਲਾਏ ਹੁੰਦੇ ਆ ਆਪਦੇ ਹਰੇਕ ਜ਼ਿਲ੍ਹੇ ਦੇ ਵਿੱਚ। ਉਹਦੇ ਕੋਲੇ ਜਦੋਂ ਇਹ ਫਾਰਮ ਭਰਨ, ਫਾਰਮ ਜਮ੍ਹਾਂ ਕਰਾਉਣ ਜਾਊਗਾ, ਤੇ ਉਹਨੇ ਫਾਰਮ ਤੁਹਾਡਾ ਰੱਖ ਕੇ ਤੇ ਨਾਲ ਉਹਨੇ ਤੁਹਾਨੂੰ ਇੱਕ ਸਹੁੰ ਚੁਕਾਉਣਗੇ। ਸੋ ਉਹ ਸਹੁੰ ਚੁੱਕ ਲੂਗਾ ਉਹ ਬੰਦਾ ਜਿਹਨੇ ਵੋਟਾਂ 'ਚ ਖੜਾ ਹੋਣਾ। ਵੋਟਾਂ 'ਚ ਖੜੇ ਹੋਣ ਤੋਂ ਪਹਿਲਾਂ ਦੀ ਸਹੁੰ ਆਏ, ਵੋਟ ਲਾਉਣ ਤੋਂ ਪਹਿਲਾਂ। ਠੀਕ ਹੈ? ਤੁਹਾਨੂੰ ਸਹੁੰ ਚੁਕਾਈ ਜਾਊਗੀ, ਉਹ ਤੁਸੀਂ ਚੱਕ ਲਓਗੇ। ਉਹ ਆਲ ਕਲੀਅਰ ਹੋ ਗਿਆ ਵੀ ਇਹ ਕੋਈ ਕੰਡੀਸ਼ਨ ਨਹੀਂ ਨਾ, ਇਹ ਤਾਂ ਜਸਟ ਇਹ ਆ ਵੀ ਸਹੁੰ ਚੁਕਾਉਣਗੇ, ਤੁਸੀਂ ਚੱਕ ਲਓਗੇ। ਵੀ ਕੰਡੀਸ਼ਨ ਤਾਂ ਮੇਨਲੀ 25 ਸਾਲ ਵਾਲੀ ਹੈ ਤੇ ਸਿਟੀਜ਼ਨ ਆਫ ਇੰਡੀਆ ਵਾਲੀ, ਹਨਾ। ਤੇ ਜਿਹੜੀ ਚੌਥੀ ਗੱਲ ਉਹਨਾਂ ਨੇ ਲਿਖੀ ਹੈ ਕੌਂਸਟੀਟਿਊਸ਼ਨ ਦੇ ਵਿੱਚ, ਇੱਕ ਗੱਲ ਹੋਰ ਉਹਨਾਂ ਨੇ ਲਿਖਤੀ ਸੀਗੀ ਵੀ ਹਾਂ ਵੀ ਜੇ ਮੰਨ ਕੇ ਚਲੋ ਪਾਰਲੀਮੈਂਟ ਕੋਈ ਹੋਰ ਕੁਆਲੀਫਿਕੇਸ਼ਨ ਲਾਉਂਦੀ ਆ ਐਮਪੀ ਬਣਨ ਵਾਸਤੇ ਲੋਕ ਸਭਾ, ਕੱਲ ਨੂੰ ਹੁਣ ਮੰਨ ਕੇ ਚਲੋ ਪਾਰਲੀਮੈਂਟ ਕਾਨੂੰਨ ਬਣਾ ਦੇ ਵੀ ਐਮਪੀ ਜਿਹੜੇ ਆ ਭਾਰਤ ਦੇ ਐਮਪੀ ਆ ਜਿਹੜੇ ਅਨਪੜ੍ਹ ਨਹੀਂ ਹੋਣਗੇ, ਬਣਾ ਸਕਦੀ ਹੈ ਨਾ ਇਹ ਕਾਨੂੰਨ। ਜਿਵੇਂ ਹੁਣ 25 ਸਾਲਾਂ ਵਾਲਾ ਕਾਨੂੰਨ, 25 ਸਾਲਾਂ ਵਾਲਾ ਚਲੋ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ, ਤੇ ਕੌਂਸਟੀਟਿਊਸ਼ਨ ਨੇ ਪਾਰਲੀਮੈਂਟ ਨੂੰ ਪਾਵਰ ਦੇਤੀ ਆ। ਜਿਹੜਾ ਆਹ ਪੁਆਇੰਟ ਆ ਨਾ, ਹੀ ਮਸਟ possess other qualification as prescribed by parliament। ਪਾਰਲੀਮੈਂਟ ਜੇ ਕੋਈ ਹੋਰ ਕੁਆਲੀਫਿਕੇਸ਼ਨ ਵੀ ਲਾਉਂਦੀ ਹੈ ਤਾਂ ਉਹ ਵੀ ਉਹਨੂੰ ਪੂਰੀ ਕਰਨੀ ਪਊਗੀ। ਜੇ ਹੁਣ ਕੱਲ ਨੂੰ ਪਾਰਲੀਮੈਂਟ ਕਹਿ ਦੇ, ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਬਣ ਜੇ ਵੀ ਹਾਂਜੀ ਜਿਹੜੇ ਪ੍ਰੈਜ਼ੀਡੈਂਟ ਉਹਦੀ ਐਮਪੀ ਦੀ ਜਿਹਨਾਂ ਬੰਦਿਆਂ ਨੇ ਚੋਣ ਲੜਨੀ ਹੈ ਘੱਟੋ ਘੱਟ 10 ਪੜ੍ਹੇ ਹੋਣ, ਤਾਂ ਫਿਰ ਉਹ ਵੀ ਪੁਆਇੰਟ ਵਿੱਚ ਐਡ ਹੋ ਜਾਊਗਾ ਵੀ ਉਹਦੀ ਉਮਰ 25 ਸਾਲ ਹੋਵੇ, ਉਹ 10 ਪੜ੍ਹਿਆ ਹੋਵੇ, ਹਨਾ, ਇੰਡੀਆ ਦਾ ਸਿਟੀਜ਼ਨ ਹੋਵੇ। ਗੱਲ ਸਮਝ ਲੱਗ ਗਈ? ਸੋ ਹੁਣ ਇਸ ਵਕਤ ਕੀ ਹੈ, ਇਸ ਵਕਤ ਸਿਰਫ ਇੰਨੀ ਚੀਜ਼ ਹੈ
ਬਈ ਜਿਹੜੀ MP ਦੀ ਜਿਹੜੀ ਆਪਾਂ ਲੜਨ ਵਾਸਤੇ ਚੋਣ ਲੜਨ ਵਾਸਤੇ ਤੁਹਾਡੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ, ਤੁਸੀਂ ਇੰਡੀਆ ਦੇ ਨਾਗਰਿਕ ਹੋ, ਤੁਹਾਡੀ ਉਮਰ 25 ਸਾਲ ਹੋਵੇ ਘੱਟੋ ਘੱਟ, ਠੀਕ ਹੈ। ਤੇ ਜਿਹੜਾ ਇਹ ਆ ਵੀ ਆਪਣਾ ਪਾਰਲੀਮੈਂਟ ਆ, ਉਹ ਕੋਈ ਵੀ ਕਾਨੂੰਨ ਬਣਾ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਕੁਆਲੀਫਿਕੇਸ਼ਨ ਤੁਹਾਡੇ ਤੇ ਲਾ ਸਕਦੀ ਹੈ, ਉਹ ਵੀ ਤੁਹਾਨੂੰ ਪੂਰੀ ਕਰਨੀ ਪਊਗੀ, ਭਾਵੇਂ ਉਹ ਪੜ੍ਹਾਈ ਦੀ ਲਾ ਦੇ, ਭਾਵੇਂ ਕਿਸੇ ਹੋਰ ਚੀਜ਼ ਦੀ ਲਾ ਦੇ। ਸਮਝ ਲੱਗ ਗਈ? हाँ ਜੇ भाई ਪਾਰਲੀਮੈਂਟ ਜਿਹੋ ਜੀ ਹੋਣਾ, ਇਹਨਾਂ ਨੇ ਪੜ੍ਹਾਈ ਦੀ ਨਹੀਂ ਲਾਉਣੀ, ਇਹਨਾਂ ਨੇ ਕਹਿ ਦੇਣਾ ਇਹਨਾਂ ਨੇ ਪੈਸਿਆਂ ਦੀ ਲਾਉਣਗੇ। ਜਿਹਨੇ MP ਖੜਾ ਹੋਣਾ ਉਹਦੀ ਘੱਟੋ ਘੱਟ 10 ਕਰੋੜ ਰੁਪਇਆ ਹੋਵੇ, ਉਹਦੇ ਕੋਲੇ 20 ਕਰੋੜ ਰੁਪਇਆ ਹੋਵੇ, ਇਹ ਜਿਹੇ ਬਣਾਉਣਗੇ, ਹਨਾ। ਸੋ ਕਲੀਅਰ ਹੋ ਗਿਆ ਨਾ ਕੁਆਲੀਫਿਕੇਸ਼ਨ ਕੀ ਹੈ ਮੈਂਬਰਸ ਆਫ ਪਾਰਲੀਮੈਂਟ ਦੀ। ਸੋ ਹੁਣ ਡਿਸਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ। ਡਿਸਕੁਆਲੀਫਾਈ ਤਾਂ ਉਦੋਂ ਹੋਣਗੇ ਪਹਿਲਾਂ MP ਬਣ ਤਾਂ ਜਾਣ ਦਿਓ, ਹਨਾ। ਇਹ ਸੱਚ MP ਆਪਾਂ ਲੋਕ ਸਭਾ ਦੀ ਗੱਲ ਕਰ ਲਈ, ਤੇ ਰਾਜ ਸਭਾ ਦੇ ਵਿੱਚ ਸੇਮ ਹੀ ਆ ਚੀਜ਼ਾਂ ਸਾਰੀਆਂ, ਪਰ ਕੱਲੀ ਏਜ ਦਾ ਫਰਕ ਆ। ਲੋਕ ਸਭਾ ਦੇ ਵਿੱਚ ਘੱਟੋ ਘੱਟ ਏਜ 25 ਸਾਲ ਹੈ, ਰਾਜ ਸਭਾ ਦੇ ਵਿੱਚ ਕਿੰਨੀ ਹੈ, ਘੱਟੋ ਘੱਟ 30 ਸਾਲ, ਠੀਕ ਹੈ। ਸੋ ਆਪਣਾ ਕੁਆਲੀਫਿਕੇਸ਼ਨ ਵਾਲਾ ਜਿਹੜਾ ਪੁਆਇੰਟ ਆ ਉਹ ਕੰਪਲੀਟ ਹੋ ਗਿਆ। ਹੁਣ ਮੰਨ ਕੇ ਚੱਲੋ ਤੁਸੀਂ ਇਹ ਕੁਆਲੀਫਿਕੇਸ਼ਨ ਕਾਹਦੇ ਵਾਸਤੇ ਸੀ, ਵੋਟ ਲੜਨ ਵਾਸਤੇ, ਕਾਹਦੇ ਵਾਸਤੇ, ਚੋਣ ਲੜਨ ਵਾਸਤੇ। ਹੁਣ ਚੋਣ ਉਦੋਂ ਬਾਅਦ ਚ ਹੋ ਜੂਗੀ, ਚੋਣ ਵਾਲਾ ਦਿਨ ਆ ਗਿਆ, ਚੋਣਾਂ ਹੋ ਗਈਆਂ, ਵੋਟਾਂ ਹੋ ਗਈਆਂ, ਹਨਾ। ਉਦੋਂ ਬਾਅਦ ਚ ਵੋਟਾਂ ਦਾ ਰਿਜ਼ਲਟ ਆ ਗਿਆ ਤੇ ਬਲਤੇਜ ਸਿੰਘ ਹੋਰੀ MP ਬਣ ਗਏ, ਠੀਕ ਹੈ। ਹੁਣ ਜਦੋਂ MP ਬਣ ਗਏ, ਹੁਣ ਕੀ ਕਰਾਂਗੇ ਆਪਾਂ, MP ਬਣ ਕੇ ਕਿੱਥੇ ਜਾਵਾਂਗੇ, ਲੋਕ ਸਭਾ ਦੇ ਵਿੱਚ। ਕਿੱਥੇ ਜਾਵਾਂਗੇ, ਲੋਕ ਸਭਾ 'ਚ ਜਾਵਾਂਗੇ ਨਾ। ਹੁਣ ਲੋਕ ਸਭਾ ਦੇ ਵਿੱਚ ਕੀ ਆ, ਜਦੋਂ ਲੋਕ ਸਭਾ ਦੇ ਵਿੱਚ MP ਬਣ ਕੇ ਆਪਾਂ ਗਏ, ਉੱਥੇ ਇਹ ਨਹੀਂ ਵੀ ਤੁਸੀਂ ਹੁਣ MP ਬਣ ਗਿਆ ਤੇ ਤੁਹਾਨੂੰ ਵੀ ਤੁਸੀਂ ਉਹਨਾਂ ਟਾਈਮ ਰਹੋਗੇ ਜਿੰਨਾ ਟਾਈਮ ਦੂਜੇ MP ਰਹਿਣਗੇ, ਵੀ ਜਾਂ ਜਿੰਨਾ ਟਾਈਮ ਹਨਾ 5 ਸਾਲਾਂ ਵਾਸਤੇ ਤੁਸੀਂ ਰਹੋਗੇ, ਨਹੀਂ। ਤੁਹਾਨੂੰ ਪਹਿਲਾਂ ਵੀ ਡਿਸਕੁਆਲੀਫਾਈ ਕੀਤਾ ਜਾ ਸਕਦਾ ਲੋਕ ਸਭਾ ਦੇ ਵਿੱਚ। ਹੁਣ ਆਪਾਂ ਇਹ ਵੇਖਣਾ ਵੀ ਕਦੋਂ ਕਦੋਂ ਉਹ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਸਕੂਲ ਚੋਂ ਵੀ, ਜੇ ਹੁਣ ਮੰਨ ਕੇ ਚੱਲੋ ਕੋਈ ਜਵਾਕ ਆ ਸਕੂਲ 'ਚ ਲੱਗਿਆ, ਹਨਾ, ਤੇ ਉਹ ਹੁਣ ਜੇ ਸਕੂਲ ਦੇ ਵਿੱਚ ਜ਼ਿਆਦਾ ਹੀ ਕੋਈ ਪੁੱਠੇ ਕੰਮ ਕਰਨੇ ਸ਼ੁਰੂ ਕਰ ਦੂਗਾ, ਤੇ ਸਕੂਲ ਵਾਲੇ ਐਂਡ ਨੂੰ ਕੀ ਕਰਨਗੇ, ਨਾ ਕੱਟ ਕੇ ਹੱਥ 'ਚ ਫੜਾ ਦੇਣਗੇ ਵੀ ਚਲੋ ਸਤਿ ਸ੍ਰੀ ਅਕਾਲ, ਸਾਡੇ ਸਕੂਲ 'ਚ ਨਹੀਂ ਤੁਹਾਨੂੰ ਰੱਖਣਾ ਸੀ, ਠੀਕ ਆ। ਉਹੀ ਚੀਜ਼ ਆ ਵੀ ਜੇ ਹੁਣ MP ਕੋਈ ਇਹੋ ਜਿਹਾ ਹੋਊਗਾ ਵੀ ਜੇ ਮੰਨ ਕੇ ਚਲੋ ਜ਼ਿਆਦਾ ਹੁੱਲੜਬਾਜ਼ੀ ਕਰੂ, ਜਾਂ ਕੋਈ ਵੀ ਜਿਹੜੀਆਂ ਆਪਾਂ ਕੰਡੀਸ਼ਨਾਂ ਪੜਾਂਗੇ, ਜਿਹੜੀਆਂ ਆਹ ਕੰਡੀਸ਼ਨਸ ਨੂੰ ਪੂਰਾ ਨਾ ਕਰਦਾ ਹੋਊਗਾ, ਉਹ ਬਣ ਭਾਵੇਂ ਗਿਆ ਸੀ ਇੱਕ ਵਾਰੀ MP, ਪਰ ਉਹਨੂੰ ਕੱਢ ਦੇਣਗੇ ਬਾਅਦ 'ਚ। ਸੋ ਹੁਣ ਉਹ ਵੇਖੋ ਵੀ ਕੀ ਆ, under the constitution a person shall be disqualified for being elected as MP। ਕਦੋਂ ਕਦੋਂ ਉਹਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ, if he holds any office of profit under the union or state government। ਠੀਕ ਹੈ। ਹੁਣ ਮੰਨ ਕੇ ਚੱਲੋ ਬਲਤੇਜ ਨੇ MP ਦੀਆਂ ਵੋਟਾਂ 'ਚ ਤਾਂ ਖੜਾ ਹੋ ਗਿਆ ਸੀਗਾ, ਠੀਕ ਹੈ। ਵੋਟਾਂ ਵੇਲੇ ਉੱਤੇ ਕੋਈ ਕੰਡੀਸ਼ਨ ਨਹੀਂ ਸੀ ਆਫਿਸ ਆਫ ਪ੍ਰੋਫਿਟ ਵਾਲੀ, ਵੋਟਾਂ ਤੋਂ ਲੜ ਲਈਆਂ, ਠੀਕ ਹੈ। ਪਰ ਹੁਣ ਜਦੋਂ ਵੋਟਾਂ ਹੋ ਗਈਆਂ, ਹਨਾ, ਤੂੰ ਪਹਿਲਾਂ ਮਾਸਟਰ ਵੀ ਲੱਗਿਆ ਹੋਇਆ ਸੀਗਾ, ਹੁਣ ਤੋਂ ਪਹਿਲਾਂ ਮਾਸਟਰ ਲੱਗਿਆ ਸੀਗਾ, ਤੇ ਹੁਣ ਤੂੰ ਵੋਟ ਲੜ ਲਈ, ਚੋਣ ਲੜ ਲਈ, ਹੁਣ ਤੈਨੂੰ ਦੋਵਾਂ 'ਚ ਇੱਕ ਚੀਜ਼ ਛੱਡਣੀ ਪਊਗੀ, ਜਾਂ ਤਾਂ ਤੂੰ ਹੁਣ ਜਿੱਤ ਗਿਆ, ਹਨਾ, MP-ਸ਼ਿਪ ਛੱਡ ਦੇ, ਤੇ ਜਾਂ ਤੂੰ ਮਾਸਟਰੀ ਛੱਡ ਦੇ ਆਪਦੀ, ਠੀਕ ਹੈ। ਤੇ ਜੇ ਤੂੰ ਮਾਸਟਰੀ ਨੂੰ ਆਪਦੀ ਨੂੰ ਕੰਟੀਨਿਊ ਕਰੇਗਾ, ਤੇ ਫਿਰ ਉਹਨਾਂ ਨੇ ਤੈਨੂੰ ਆਪਦੀ ਆਪ ਕੱਢ ਦੇਣਾ। ਸਮਝ ਲੱਗੀ ਵੀ ਜਿਹੜਾ ਤੁਹਾਨੂੰ ਆਫਿਸ ਆ ਤੁਹਾਡੇ ਕੋਲੇ, ਗਵਰਨਮੈਂਟ ਦਾ ਕੋਈ ਸਰਕਾਰੀ ਨੌਕਰੀ ਹੈ ਜਾਂ ਸਰਕਾਰੀ ਆਫਿਸ ਤੁਹਾਡੇ ਕੋਲੇ ਹੈਗਾ, ਤੁਹਾਨੂੰ ਉਹ ਛੱਡਣਾ ਪਊਗਾ, ਕਾਹਦੇ ਵਾਸਤੇ, MP ਬਣਨ ਵਾਸਤੇ, ਠੀਕ ਹੈ। ਵੀ ਇਹ MP ਦੀ ਪਹਿਲਾਂ ਨਹੀਂ, ਪ੍ਰਾਇਰ ਕੰਡੀਸ਼ਨ ਨਹੀਂ ਗੀ। ਚੋਣ ਤੂੰ ਲੜ ਸਕਦਾ, ਉਵੇਂ ਇੱਕ ਮਾਸਟਰ ਖੜਾ ਹੋ ਜਾਏ ਚੋਣ 'ਚ, ਹੋ ਸਕਦਾ ਕੱਲ ਨੂੰ ਮੈਂ ਕਿਸੇ ਸਰਕਾਰੀ ਨੌਕਰੀ ਤੇ ਲੱਗਦਾ, ਤੁਸੀਂ ਕੱਲ ਨੂੰ ਪੁਲਿਸ 'ਚ ਲੱਗ ਜਾਂਦੇ, ਜੇ ਤੁਸੀਂ ਚੋਣ ਲੜਨੀ ਚਾਹੋ MP ਦੀ, ਤੁਸੀਂ ਲੜ ਸਕਦੇ ਆ। ਪਰ ਜੇ ਤੁਹਾਡੇ ਕੋਲ ਆਫਿਸ ਆਫ ਪ੍ਰੋਫਿਟ, ਹਾਂ ਜਿੱਤ ਗਏ, ਹਨਾ, ਜਦੋਂ ਉੱਥੇ ਜਾਓਗੇ ਲੋਕ ਸਭਾ ਦੇ ਵਿੱਚ, ਉਦੋਂ ਤੁਹਾਡੇ ਕੋਲੇ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਆਫਿਸ ਆਫ ਪ੍ਰੋਫਿਟ ਤੁਹਾਡੇ ਕੋਲੇ ਨਹੀਂ ਹੋਣਾ ਚਾਹੀਦਾ, ਠੀਕ ਹੈ। ठीक है। ਫਿਰ ਕੀ ਹੈ, ਇਫ ਹੀ, ਇੱਥੇ ਸਿਰਫ ਆਹ ਲਾਈਨ ਦਾ ਨਾ ਵੀ ਬਾਹਲੇ ਟੈਕਨੀਕਲ ਵਰਡਾਂ ਦੇ ਵਿੱਚ ਨਹੀਂ ਜਾਣਾਗਾ, ਵੈਸੇ ਇਹਨਾਂ ਦੇ ਇੱਥੇ ਕਹਿਣ ਦਾ ਮਤਲਬ ਕਿ ਇਫ ਹੀ ਹੋਲਡਸ ਐਨੀ ਆਫਿਸ ਆਫ ਪ੍ਰੋਫਿਟ ਅੰਡਰ ਦਾ ਯੂਨੀਅਨ ਔਰ ਸਟੇਟ ਗਵਰਨਮੈਂਟ, ਹਨਾ,
ਨਾਲ ਜਿਹੜਾ ਬ੍ਰੈਕਟ ਦੇ ਵਿੱਚ ਲਿਖਿਆ ਐਕਸੈਪਟ that of a minister or any other office exempted by parliament। ਸਿਰਫ ਉਹ ਆਫਿਸ ਤੁਸੀਂ ਆਪਦੇ ਕੋਲੇ ਰੱਖ ਸਕਦੇ ਹੋ ਜਿਹੜੇ ਨੂੰ ਪਾਰਲੀਮੈਂਟ ਨੇ ਛੋਟ ਦਿੱਤੀ ਹੋਈ ਹੈ। ਠੀਕ ਹੈ, ਸੋ ਮੇਨਲੀ ਬਸ ਤੁਸੀਂ ਇਹ ਗੱਲ ਹੀ ਯਾਦ ਰੱਖਣੀ ਹੈ ਵੀ ਆਫਿਸ ਆਫ ਪ੍ਰੋਫਿਟ ਤੁਹਾਡੇ ਕੋਲੇ ਨਹੀਂ ਹੋਣਾ ਚਾਹੀਦਾ। ਅੱਗੇ ਕੀ ਹੈ ਦੂਜੀ, ਇਫ ਹੀ ਇਜ਼ ਅਨਸਾਊਂਡ ਮਾਈਂਡ ਐਂਡ ਸਟੈਂਡਸ ਔਰ ਡਿਕਲੇਅਰਡ ਬਾਈ ਕੋਰਟ। ਅਨਸਾਊਂਡ ਮਾਈਂਡ ਮਤਲਬ ਕਮਲਾ ਹੋ ਗਿਆ ਉਹ, ਵੀ ਜੇ ਮੰਨ ਕੇ ਚੱਲੋ ਜਦੋਂ ਕੋਈ ਵੋਟਾਂ ਲੜ ਗਿਆ ਸੀਗਾ ਬੰਦੇ ਨੇ ਹਨਾ, ਉਦੋਂ ਠੀਕ ਸੀਗਾ, ਠੀਕ ਹੈ। ਪਰ ਮੰਨ ਕੇ ਚੱਲੋ ਸਪੋਜ਼ ਕਰੋ ਵੀ ਜੇ ਵੋਟਾਂ ਤੋਂ ਬਾਅਦ ਕੋਈ ਮਿਸ ਹੈਪਨਿੰਗ ਇਹ ਜੀ ਹੋ ਜਾਂਦੀ ਹੈ ਉਹਦੇ ਪਰਿਵਾਰ ਦੇ ਜਾਂ ਵੈਸੇ ਹੀ ਨਾਰਮਲੀ ਬਾਦਲ ਸਾਹਿਬ ਆਪਣੇ ਹਨਾ, ਵੀ ਕੋਈ ਵੀ ਬੰਦਾ ਉਹ ਉਹਦਾ ਦਿਮਾਗ ਹਿੱਲ ਜਾਂਦਾ, ਦਿਮਾਗ ਤੇ ਫਰਕ ਪੈ ਜਾਂਦਾ, ਠੀਕ ਹੈ। ਤੇ ਉਹ ਚੀਜ਼ ਕੋਰਟ ਨੇ ਹਨਾ ਵੀ ਮੋਹਰ ਲਾਤੀ ਉਹਦੇ ਤੇ ਵੀ ਹਾਂਜੀ ਵਾਕਈ ਇਹਦੇ ਦਿਮਾਗ 'ਚ ਫਰਕ ਪੈ ਗਿਆ, ਇਹਦਾ ਹੁਣ ਮਾਈਂਡ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਕੋਰਟ ਨੇ ਜਦੋਂ ਮੋਹਰ ਲਾਤੀ ਉਹਦੇ ਤੇ ਫਿਰ ਉਹ ਚੀਜ਼ ਨੂੰ ਕੀ ਉਹਨੂੰ ਡਿਸਕੁਆਲੀਫਾਈ ਉਹ ਕਰ ਸਕਦੇ ਆ, ਕਿਉਂਕਿ ਉਹਨੂੰ ਡਿਸਕੁਆਲੀਫਾਈ ਕਰਨਾ ਫਿਰ ਕੀ ਕਰਨਾ ਵੀ ਉੱਥੇ ਲੋਕ ਸਭਾ ਜਾ ਕੇ ਉਹਨੇ ਤਾਂ ਫਿਰ ਆਪਦਾ ਹੀ ਰੌਲਾ ਪਾਈ ਜਾਇਆ ਕਰਨਾ, ਉਧਰੋਂ ਮੋਦੀ ਨੇ ਭਾਸ਼ਣ ਦਿੰਦੇ ਹੋਇਆ ਕਰਨਾ ਤੇ ਉਹਨੇ ਰੋਣ ਲੱਗ ਪਿਆ ਕਰਨਾ ਵਿੱਚ। ਗੱਲ ਕਿਸੇ ਹੋਰ ਹਨਾ ਵੀ ਗੱਲ ਚੀਨ ਨਾਲ ਲੜਾਈ ਦੀ ਹੋਈ ਜਾਂਦੀ ਹੈ, ਉਹਨੇ ਗੱਲ ਪਾਕਿਸਤਾਨ ਦੀ ਲਿਆਉਣੀ ਹੈ, ਉਹਨੇ ਗੱਲਾਂ ਹੀ ਹੋਰ ਹੀ ਕਰਿਆ ਕਰਨੀਆਂ ਤੇ ਫਿਰ ਉਹ ਹਨਾ ਲੋਕ ਸਭਾ ਸਾਰੀ ਡਿਸਟਰਬ ਹੋਊਗੀ ਨਾ। ਤੁਹਾਨੂੰ ਦੱਸਿਆ ਵੀ ਲੋਕ ਸਭਾ ਦੀਆਂ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਉਹ ਸਾਰੀਆਂ ਰਿਕਾਰਡ ਹੁੰਦੀਆਂ, ਉਹਨਾਂ ਸਾਰੀਆਂ ਦੀ ਰਿਕਾਰਡਿੰਗ ਹੁੰਦੀ ਹੈ, ਵੀਡੀਓ ਰਿਕਾਰਡਿੰਗ ਹੁੰਦੀ ਹੈ ਇਹਨਾਂ ਦੀ। ਸੋ ਉਹ ਹਨਾ ਨਹੀਂ ਚੰਗਾ ਜਿਹਾ ਲੱਗਦਾ ਹੈ। ਸੋ ਤਾਂ ਕਰਕੇ ਸੋ ਪਹਿਲਾ ਪੁਆਇੰਟ ਤੁਹਾਨੂੰ ਪਤਾ ਵੀ ਆਫਿਸ ਆਫ ਪ੍ਰੋਫਿਟ ਜੇ ਹੋਇਆ ਫਿਰ ਵੀ ਉਹਨੂੰ ਡਿਸਕੁਆਲੀਫਾਈ ਕਰ ਸਕਦੀ ਹੈ, ਉਹਨੂੰ ਐਮਪੀਸ਼ਿਪ ਤੋਂ ਉਹਦੀ ਤੋਂ ਡਿਸਕੁਆਲੀਫਾਈ ਕੀਤਾ ਜਾ ਸਕਦਾ। ਦੂਜਾ ਕੀ ਹੈ ਵੀ ਜੇ ਕੋਰਟ ਨੇ ਪ੍ਰੂਵ ਕਰਤਾ ਵੀ ਉਹਦਾ ਅਨਸਾਊਂਡ ਮਾਈਂਡ ਹੈ। ਕਲੀਅਰ ਹੋ ਗਿਆ। ਤੀਜਾ ਪੁਆਇੰਟ ਕੀ ਹੈ, ਇਫ ਹੀ ਇਜ਼ ਅਨਡਿਸਚਾਰਜਡ ਇਨਸੋਲਵੈਂਟ ਐਂਡ ਸਟੈਂਡਸ ਸੋ ਡਿਕਲੇਅਰਡ ਬਾਈ ਕੋਰਟ। ਅਨਡਿਸਚਾਰਜਡ ਇਨਸੋਲਵੈਂਟ ਕੀ ਹੁੰਦਾ, ਦਿਵਾਲੀਆ, ਬੈਂਕ ਤੋਂ ਕਰਜ਼ਾ ਲਿਆ ਸੀ ਮੁੱਕਰ ਗਿਆ, ਹੱਥ ਹੀ ਖੜੇ ਕਰ ਗਿਆ, ਬੈਂਕ ਵਾਲਿਆਂ ਨੇ ਦਿਵਾਲੀਆ ਘੋਸ਼ਿਤ ਕਰਤਾ ਤੇ ਬੈਂਕ ਵਾਲਿਆਂ ਨੇ ਕੋਰਟ 'ਚ ਕੇਸ ਲਾਇਆ ਤੇ ਕੋਰਟ ਨੇ ਵੀ ਕਹਿਤਾ ਵੀ ਹਾਂਜੀ ਇਹ ਬੰਦਾ ਦਿਵਾਲੀਆ ਹੋ ਗਿਆ। ਠੀਕ ਹੈ, ਠੀਕ ਹੈ ਜੀ, ਪੈਸੇ ਮੁੱਕਰ ਗਏ ਤੁਸੀਂ ਬੈਂਕ ਦੇ ਤੇ ਕੋਰਟ ਨੇ ਇਹ ਚੀਜ਼ ਡਿਕਲੇਅਰ ਕਰਤੀ ਤੇ ਤੁਹਾਨੂੰ ਉਦੋਂ ਵੀ ਲਾਇਆ ਜਾ ਸਕਦਾ। 3 ਪੁਆਇੰਟ ਹੋ ਗਏ। ਫਿਰ ਇਫ ਹੀ ਇਜ਼ ਨਾਟ ਅ ਸਿਟੀਜ਼ਨ ਆਫ ਇੰਡੀਆ ਔਰ has voluntarily acquired the citizenship of a foreign state and its and is under any acknowledgement of allegiance to a foreign state। ਸੋ ਹੁਣ ਇਹ ਗੱਲ ਦਾ ਕੀ ਮਤਲਬ ਆ, ਪਹਿਲੀ ਗੱਲ ਤਾਂ ਪਹਿਲੀ ਲਾਈਨ ਤੇ ਸਮਝ ਆ ਗਈ ਨਾ, ਇਫ ਹੀ ਇਜ਼ ਨਾਟ ਅ ਸਿਟੀਜ਼ਨ ਆਫ ਇੰਡੀਆ, ਇਹ ਗੱਲ ਸਮਝ ਹੋ ਗਈ ਵੀ ਜੇ ਸਿਟੀਜ਼ਨ ਆਫ ਇੰਡੀਆ ਨਹੀਂ ਰਹਿੰਦਾਗਾ ਫਰਦਰ ਸਿਟੀਜ਼ਨ ਆਫ ਇੰਡੀਆ ਨਾ ਰਹਿਣ ਦਾ ਕਾਰਨ ਵੇਖੋ ਕੀ ਹੋ ਸਕਦਾ। ਜਦੋਂ ਆਪਾਂ ਸਿਟੀਜ਼ਨਸ਼ਿਪ ਕੀਤੀ ਸੀਗੀ ਉਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਵੀ ਵੇਖੋ ਸਿਟੀਜ਼ਨਸ਼ਿਪ ਕਦੋਂ ਕਦੋਂ ਹਨਾ ਤੁਹਾਡੇ ਤੋਂ ਖੋਈ ਜਾ ਸਕਦੀ ਹੈ। ਸਿਟੀਜ਼ਨਸ਼ਿਪ ਇੱਕ ਤਾਂ ਖੋਈ ਜਾ ਸਕਦੀ ਹੈ ਵੀ ਤੁਹਾਡੀ ਟਰਮੀਨੇਟ ਕੀਤੀ ਜਾ ਸਕਦੀ ਹੈ। ਟਰਮੀਨੇਟ ਕਦੋਂ ਕਰਾਂਗੇ, ਠੀਕ ਹੈ। ਉਹ ਤਿੰਨ ਪੁਆਇੰਟ ਸੀਗੇ ਨਾ, ਤੁਸੀਂ ਚਲੋ ਟੈਕਨੀਕੈਲਿਟੀ 'ਚ ਨਾ ਜਾਇਓ, ਤੁਸੀਂ ਸਿੱਧੀ ਗੱਲ ਕਰ ਲਓ ਬਈ ਜਾਂ ਤਾਂ ਜੇ ਹੁਣ ਮੰਨ ਕੇ ਚੱਲੋ ਕੋਈ ਬੰਦਾ ਕੈਨੇਡਾ ਜਾ ਵੜਿਆ, ਉਹਨੇ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲਈ, ਜਦੋਂ ਬੰਦਾ ਕੋਈ ਕੈਨੇਡਾ ਜਾ ਵੜਿਆ ਉਹਨੇ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲਈ ਤੇ ਉਹਦੀ ਆਟੋਮੈਟਿਕਲੀ ਕੀ ਹੋ ਜੂਗੀ, ਆਟੋਮੈਟਿਕਲੀ ਜਿਹੜੀ ਇੰਡੀਅਨ ਸਿਟੀਜ਼ਨਸ਼ਿਪ ਆ ਉਹ ਕੀ ਹੋ ਜੂਗੀ, ਰੱਦ ਹੋ ਜੂਗੀ। ਇਹਦਾ ਪਤਾ ਨਾ, ਠੀਕ ਹੈ। ਹੁਣ ਤੁਸੀਂ ਇਹ ਗੱਲ ਦੱਸਣੀ ਹੈ ਵੀ ਇਹ ਆਰਟੀਕਲ ਕਿਹੜਾ, ਕਮੈਂਟ ਦੇ ਵਿੱਚ ਟਾਈਪ ਕਰਨਾ ਵੀ ਜਿਹੜਾ ਵੋਲੰਟਰਲੀ ਕੋਈ ਬੰਦਾ ਇੰਡੀਅਨ ਜਾ ਕੇ ਕੈਨੇਡਾ ਦੀ ਜਾਂ ਕਿਸੇ ਹੋਰ ਕੰਟਰੀ ਦੀ ਵੋਲੰਟਰਲੀ ਸਿਟੀਜ਼ਨਸ਼ਿਪ ਲੈ ਲੈਂਦਾ ਤੇ ਉਹਦੀ ਸਿਟੀਜ਼ਨਸ਼ਿਪ ਇੰਡੀਆ ਦੀ ਕੈਂਸਲ ਹੋ ਜਾਂਦੀ ਹੈ। ਸੋ ਉਹ ਕਿਹੜਾ ਆਰਟੀਕਲ ਆ, ਠੀਕ ਹੈ। ਸੋ ਆਪਾਂ ਜਿਹੜੀ ਲਾਸ ਆਫ ਸਿਟੀਜ਼ਨਸ਼ਿਪ ਦੀ ਗੱਲ ਕਰੀ ਜਾਂਦੇ ਸੀਗੇ ਹਨਾ, ਮੇਨਲੀ ਆਪਾਂ 3 ਤਰੀਕਿਆਂ ਨਾਲ ਲਾਸ ਕਰ ਸਕਦੇ ਸੀ ਨਾ, ਇੱਕ ਤਾਂ ਬਾਈ ਰਨਾਊਂਸੀਏਸ਼ਨ, ਬਾਈ ਟਰਮੀਨੇਸ਼ਨ ਔਰ ਬਾਈ ਡੈਪਰੀਵੇਸ਼ਨ। ਰਨਾਊਂਸੀਏਸ਼ਨ 'ਚ ਤੁਸੀਂ ਆਪ ਹੀ ਛੱਡਤੀ, ਕਹਿ ਕੇ ਛੱਡਤੀ ਵੀ ਹਾਂਜੀ ਮੈਂ ਛੱਡਦਾ ਬਈ ਇੰਡੀਆ ਦੀ ਸਿਟੀਜ਼ਨਸ਼ਿਪ, ਜਦੋਂ ਤੁਸੀਂ ਇੰਡੀਆ ਦੀ ਸਿਟੀਜ਼ਨਸ਼ਿਪ ਹੀ ਨਹੀਂ ਤੁਹਾਡੇ ਕੋਲੇ
ਤੇ ਤੁਸੀਂ ਐਮਪੀ ਕਾਹਦੇ ਆ, ਕਿਉਂਕਿ ਐਮਪੀ ਦੇ ਵਿੱਚ ਪਹਿਲੀ ਕੰਡੀਸ਼ਨ ਹੀ ਆਪਾਂ ਇਹ ਲਾਈ ਸੀਗੀ हाँ ਵੀ भाई ਤੁਸੀਂ ਤੁਹਾਡੇ ਕੋਲੇ ਕੀ ਆ, ਤੁਹਾਡੇ ਕੋਲੇ ਤੁਸੀਂ ਇੰਡੀਆ ਦੇ ਨਾਗਰਿਕ ਹੋਣੇ ਚਾਹੀਦੇ, ਪਹਿਲੀ ਕੰਡੀਸ਼ਨ ਸੀ। ਉਦੋਂ ਬਾਅਦ ਦੇ ਵਿੱਚ ਕੀ ਆ ਗਿਆ, ਸੋ ਉਹ ਕੰਡੀਸ਼ਨ ਤਾਂ ਤੁਹਾਡੀ ਪੂਰੀ ਨਹੀਂ ਗੀ, ਤੁਸੀਂ ਆਟੋਮੈਟਿਕਲੀ ਤੁਸੀਂ ਐਮਪੀ ਹੈ ਨਹੀਂ ਗੇ, ਤੁਹਾਨੂੰ ਰਿਮੂਵ ਕੀਤਾ ਜਾ ਸਕਦਾ, ਡਿਸਕੁਆਲੀਫਾਈ ਕੀਤਾ ਜਾ ਸਕਦਾ। ਫਿਰ ਦੂਜਾ ਕੀ ਹੈ, ਜਿਹੜੀ ਟਰਮੀਨੇਸ਼ਨ ਵਾਲੀ ਗੱਲ ਸੀਗੀ ਹਨਾ, हाँ भाई ਲਾਸ ਆਫ ਸਿਟੀਜ਼ਨਸ਼ਿਪ ਸੀ ਬਾਈ ਰਨਾਊਂਸੀਏਸ਼ਨ ਬਾਈ ਟਰਮੀਨੇਸ਼ਨ। ਬਾਈ ਟਰਮੀਨੇਸ਼ਨ ਦੇ ਵਿੱਚ ਇਹ ਸੀਗਾ ਵੀ ਜਦੋਂ ਆਪਾਂ ਪਹਿਲਾਂ ਕੈਨੇਡਾ ਜਾ ਕੇ ਆਪਾਂ ਉੱਥੋਂ ਦੀ ਵਾਲੰਟੈਰੀਲੀ ਆਪਾਂ ਸਿਟੀਜ਼ਨਸ਼ਿਪ ਅਕਵਾਇਰ ਕਰ ਲੈਂਦੇ ਹਾਂ, ਤਾਂ ਵੀ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਹੈ ਇੰਡੀਆ ਦੀ ਉਹ ਖਤਮ ਹੋ ਜੂਗੀ, ਸਰਕਾਰ ਟਰਮੀਨੇਟ ਕਰ ਦੂਗੀ, ਤੁਹਾਡੀ ਸਿਟੀਜ਼ਨਸ਼ਿਪ ਨੂੰ ਖਤਮ ਕਰ ਦੂ। ਤੀਜਾ ਸੀਗਾ ਬਾਈ ਡੈਪਰੀਵੇਸ਼ਨ। ਡੈਪਰੀਵੇਸ਼ਨ ਨਾਲ ਤੁਹਾਡੀ ਸਿਟੀਜ਼ਨਸ਼ਿਪ ਕਾਹਤੋਂ ਖਤਮ ਕਰਦੀ ਸੀ, ਜਦੋਂ ਇਹ ਪਤਾ ਲੱਗਦਾ ਸੀ ਵੀ ਹਾਂ ਇਹ ਤਾਂ ਚੀਨ ਨਾਲ ਰਲਿਆ ਹੋਇਆ, ਇਹ ਬੰਦਾ ਹੀ ਪਾਕਿਸਤਾਨ ਨਾਲ ਰਲ ਗਿਆ, ਵੀ ਜੰਗ ਹੋਈ ਜਾਂਦੀ ਹੈ, ਭਾਰਤ ਤੇ ਚੀਨ ਦੀ ਜੰਗ ਲੱਗੀ ਪਈ ਹੈ, ਤੇ ਤੁਸੀਂ ਚੀਨ ਦੀਆਂ ਗੱਲਾਂ ਕਰੀ ਜਾਂਦੇ ਆ, ਚੀਨ ਨੂੰ ਸੀਕ੍ਰੇਟ ਹਨਾ, ਜਿਵੇਂ ਉਹ ਵਿਭੀਸ਼ਣ ਵਾਲੀ ਗੱਲ ਹੋ ਜਾਂਦੀ ਆ, ਤੁਸੀਂ ਚੀਨ ਨੂੰ ਆਪਦੇ ਘਰ ਦੇ ਭੇਤੀ ਵਾਲੀ ਗੱਲ ਆ, ਆਪਦੇ ਘਰ ਦੇ ਭੇਤ ਤੁਸੀਂ ਚੀਨ ਨੂੰ ਦੱਸੀ ਜਾਂਦੇ, ਤੇ ਜੇ ਚੀਜ਼ ਪ੍ਰੂਵ ਹੋ ਗਈ ਠੀਕ ਹੈ, ਤੇ ਤੁਹਾਨੂੰ ਇੰਡੀਆ ਤੋਂ ਦੇਸ਼ ਨਿਕਾਲਾ ਦੇ ਦੇਣਗੇ, ਤੁਹਾਨੂੰ ਕੀ ਕਰ ਦੇਣਗੇ, ਡਿਪਰਾਈਵ ਕਰ ਦੇਣਗੇ ਇੰਡੀਆ ਦੀ ਸਿਟੀਜ਼ਨਸ਼ਿਪ ਤੋਂ। ਸੋ ਸਿਟੀਜ਼ਨਸ਼ਿਪ ਨੂੰ ਲੋਸ ਕਰਨ ਦੇ ਤਿੰਨ ਹੀ ਤਰੀਕੇ ਸੀਗੇ, ਬਾਈ ਰਨਾਊਂਸੀਏਸ਼ਨ ਆਪ ਛੱਡਦੀ, ਠੀਕ ਹੈ, ਕਹਿ ਕੇ ਛੱਡੀ ਆ ਵੀ ਹਾਂਜੀ ਮੈਂ ਰਨਾਊਂਸ ਕਰਦਾ, ਠੀਕ ਹੈ। ਫਿਰ ਬਾਈ ਟਰਮੀਨੇਸ਼ਨ, ਟਰਮੀਨੇਸ਼ਨ ਉਦੋਂ ਹੋਊਗੀ ਜਦੋਂ ਤੁਸੀਂ ਬਾਹਰਲੇ ਦੇਸ਼ 'ਚ ਜਾ ਵੜੇ, ਉੱਥੋਂ ਦੀ ਸਿਟੀਜ਼ਨਸ਼ਿਪ ਲੈ ਲਈ, ਕਿਉਂਕਿ ਇੰਡੀਅਨ ਕਾਨੂੰਨ ਕਹਿੰਦਾ ਵੀ ਤੁਸੀਂ ਇੱਕ ਟਾਈਮ ਤੇ ਇੱਕੋ ਸਿਟੀਜ਼ਨਸ਼ਿਪ ਰੱਖ ਸਕਦੇ ਹੋ। ਜੇ ਕੈਨੇਡਾ ਦੀ ਤੁਸੀਂ ਰੱਖ ਲਈ ਆਪਦੇ ਕੋਲੇ, ਕੈਨੇਡਾ ਦੇ ਵਿੱਚ ਤੁਸੀਂ ਪੀਆਰ ਹੋ ਗਏ, ਤੁਹਾਡੀ ਇੱਧਰਲੀ ਸਿਟੀਜ਼ਨਸ਼ਿਪ ਖਤਮ। ਤੀਜਾ ਬਾਈ ਡੈਪਰੀਵੇਸ਼ਨ। ਬਾਈ ਡੈਪਰੀਵੇਸ਼ਨ ਦੇ ਵਿੱਚ ਇਹ ਆ ਵੀ ਜਦੋਂ ਤੁਸੀਂ ਕੋਈ ਇਹੋ ਜਿਹਾ ਕੰਮ ਕਰੋਗੇ ਹਨਾ, ਵੀ ਫੋਰਨ ਨੇਸ਼ਨ ਦੇ ਨਾਲ ਤੁਸੀਂ ਆਪਦੇ ਸੰਬੰਧ ਐਸਟੈਬਲਿਸ਼ ਕਰੋਗੇ, ਤੇ ਉਹਨਾਂ ਨੂੰ ਘਰ ਦੇ ਭੇਜ ਦਿਓਗੇ ਇੰਡੀਅਨ ਗਵਰਨਮੈਂਟ ਦੇ ਜਾਂ ਵੀ ਇੰਡੀਅਨ ਪਾਰਲੀਮੈਂਟ ਦੇ ਹਨਾ, ਵੀ ਤੁਸੀਂ ਉਹ ਭੇਜ ਦੱਸੋਗੇ, ਜਾਂ ਵੈਸੇ ਨਾਰਮਲ ਬੰਦਾ ਕੋਈ ਇੱਕ ਆਮ ਬੰਦਾ ਵੀ ਹੈ, ਜੇ ਉਹ ਕੋਈ ਇਹੋ ਜਿਹੀ ਗੱਲ ਦੱਸੂਗਾ ਵੀ ਜਿਹਦੇ ਨਾਲ ਚੀਨ ਦਾ ਫਾਇਦਾ ਹੋਵੇ ਤੇ ਭਾਰਤ ਦਾ ਨੁਕਸਾਨ ਹੋਵੇ, ਸੋ हाँ भाई ਉਹ ਬੰਦੇ ਦੀ ਵੀ ਸਿਟੀਜ਼ਨਸ਼ਿਪ ਉੱਥੋਂ ਖੋਈ ਜਾ ਸਕਦੀ ਹੈ। ਸੋ ਉਹੀ ਗੱਲ, ਆਹੀ ਗੱਲਾਂ ਇਸ ਪੁਆਇੰਟ ਦੇ ਵਿੱਚ ਲਿਖੀਆਂ। ਪਹਿਲੀ ਗੱਲ ਤਾਂ ਹੀ ਇਜ਼ ਨਾਟ ਅ ਸਿਟੀਜ਼ਨ ਆਫ ਇੰਡੀਆ, ਕਦੋਂ ਨਹੀਂ ਰਹੂਗਾ ਉਹ, ਜਦੋਂ ਉਹਨੇ ਰਨਾਊਂਸ ਕਰਤੀ, ਫਿਰ ਉਹ ਜਦੋਂ ਉਹਨੇ ਸਿਟੀਜ਼ਨਸ਼ਿਪ ਹੀ ਰਨਾਊਂਸ ਕਰਤੀ ਤਾਂ ਐਮਪੀਸ਼ਿਪ ਵੀ ਉਹਦੀ ਖਤਮ ਹੋ ਜੂਗੀ। ਦੂਜਾ, ਜਦੋਂ ਉਹਨੇ ਵਾਲੰਟੈਰੀਲੀ ਅਕਵਾਇਰ ਕਰ ਲਈ ਸਿਟੀਜ਼ਨਸ਼ਿਪ ਹੋਰ ਕੰਟਰੀ ਦੀ, ਇਹ ਉਹੀ ਟਰਮੀਨੇਸ਼ਨ ਵਾਲਾ ਪੁਆਇੰਟ ਹੋ ਗਿਆ, हाँ भाई ਤੇ ਉਹਦੀ ਹੁਣ ਸਿਟੀਜ਼ਨਸ਼ਿਪ ਉਦੋਂ ਵੀ ਖਤਮ ਹੋ ਜੂਗੀ, ਉਦੋਂ ਵੀ ਉਹ ਸਿਟੀਜ਼ਨ ਰਹਿਣਾ ਹੀ ਨਹੀਂ ਇੰਡੀਆ ਦਾ ਹਨਾ। ਤੇ ਅਗਲੀ हाँ भाई ਲਾਈਨ ਕੀ ਲਿਖੀ ਹੈ, ਔਰ is under any acknowledgement of allegiance to a foreign state। ਆ ਉਹੀ ਗੱਲ ਆ, ਮਤਲਬ ਵੀ ਜੇ ਫੋਰਨ ਸਟੇਟ ਦੀ ਕਿਸੇ ਦੀ ਉਹ ਮਦਦ ਕਰ ਰਿਹਾ, ਭਾਰਤ ਦਾ ਨੁਕਸਾਨ ਕਰੀ ਜਾਂਦਾ, ਤਾਂ ਉਦੋਂ ਵੀ ਉਹ ਕੀ ਹੋ ਜਾਊਗਾ, ਸਿਟੀਜ਼ਨਸ਼ਿਪ ਉਹਦੀ ਲੈ ਲੈਣਗੇ, ਆਪਾਂ ਵੇਖਿਆ ਡਿਪਰਾਈਵ ਕਰ ਦੇਣਗੇ ਉਹਨੂੰ ਸਿਟੀਜ਼ਨਸ਼ਿਪ ਤੋਂ, ਤੇ ਪਲੱਸ ਕੀ ਹੋ हाँ ਜਾਊਗਾ, ਪਲੱਸ ਉਹਨੇ ਐਮਪੀ ਦੀ ਨਹੀਂ ਰਹਿਣਾ। ਸੋ ਆਈ ਥਿੰਕ ਗੱਲ ਕਲੀਅਰ ਹੈ, हाँ भाई ਠੀਕ ਹੈ। ਸੋ ਅੱਗੇ ਡਿਸਕੁਆਲੀਫਿਕੇਸ਼ਨ ਦਾ ਕੀ ਪੁਆਇੰਟ ਹੈ, ਅੰਡਰ ਦਾ ਫਾਲੋਇੰਗ ਕੰਡੀਸ਼ਨਸ a member of the parliament vacates his seat। ਹਾਂ, ਹੁਣ ਆ ਸੀਗਾ ਡਿਸਕੁਆਲੀਫਾਈ ਹੋ ਗਿਆ ਹਨਾ, ਹੁਣ ਇੱਥੇ ਡਿਸਕੁਆਲੀਫਾਈ ਕੀਤਾ ਵੀ ਕੱਢਤਾ ਉਹਨੂੰ, ਤੇ ਇੱਥੇ ਵੀ ਉਹ ਵੀ ਕਹਿਣਾ ਮਤਲਬ ਉਹਨੇ ਆਪਦੀ ਸੀਟ ਛੱਡਣੀ ਆ, ਖਾਲੀ ਕਰੂਗਾ ਕਦੋਂ, ਜਦੋਂ ਦੇਖੋ ਪਹਿਲੀ ਗੱਲ ਆ ਗਈ ਡਬਲ ਮੈਂਬਰਸ਼ਿਪ ਦੀ। ਡਬਲ ਮੈਂਬਰਸ਼ਿਪ ਕੀ ਹੋ ਗਈ ਵੀ ਉਹ ਦੋਵਾਂ ਹਾਊਸਸ ਦਾ ਹੀ ਮੈਂਬਰ ਬਣ ਜੇ, ਰਾਜ ਸਭਾ ਦਾ ਵੀ ਤੇ ਲੋਕ ਸਭਾ ਦਾ ਵੀ। ਹੁਣ ਉਹ ਬੰਦਾ ਯਾਰ ਹਨਾ ਸ਼ਕਤੀਮਾਨ ਤਾਂ ਹੈ ਨਹੀਂ ਕਿ ਉਹ ਦੋਵਾਂ ਥਾਵਾਂ ਤੇ ਜਾ ਵੜੂਗਾ, ਇੱਕ ਥਾਂ ਤੇ ਗੰਗਾਧਰ ਜਾ ਵੜੂਗਾ, ਦੂਜੀ ਥਾਂ ਤੇ ਸ਼ਕਤੀਮਾਨ ਜਾ ਵੜੂਗਾ, हाँ भाई ਉਹ ਤਾਂ ਬਲਤੇਜ ਆ ਜਾਂ ਸੁਖਬੀਰ ਬਾਦਲ ਹੋਰੀ ਆ, ਉਹ ਤਾਂ ਸੋ ਉਹ ਤਾਂ ਇੱਕ ਥਾਂ ਤੇ ਹੀ ਰਹਿ ਸਕਦੇ ਆ। ਸੋ ਡਬਲ ਮੈਂਬਰਸ਼ਿਪ ਜੇ ਤੁਹਾਡੇ ਕੋਲੇ ਆ ਗਈ ਤਾਂ ਤੁਹਾਨੂੰ ਇੱਕ ਹਾਊਸ ਦੀ, ਭਾਵੇਂ ਰਾਜ ਸਭਾ ਦੀ ਛੱਡ ਦਿਓ ਭਾਵੇਂ ਲੋਕ ਸਭਾ ਦੀ ਛੱਡ ਦਿਓ, ਤੁਹਾਨੂੰ ਮੈਂਬਰਸ਼ਿਪ ਛੱਡਣੀ ਪਊਗੀ, ਠੀਕ ਹੈ। ਫਿਰ ਡਿਸਕੁਆਲੀਫਿਕੇਸ਼ਨ ਰਿਜ਼ਾਈਨੇਸ਼ਨ ਨਾਲ ਵੀ ਹੋ ਸਕਦਾ ਹਨਾ, ਵੈਕੈਂਸੀ ਉਵੇਂ ਵੀ ਕ੍ਰੀਏਟ ਹੋ ਸਕਦੀ ਹੈ। ਫਿਰ ਐਬਸੈਂਸ, ਜੇ ਹਾਂ ਆ ਵੇਖੋ ਕਿੱਡਾ ਘੈਂਟ ਪੁਆਇੰਟ ਲਿਖਿਆ ਵੀ ਜੇ 60 ਦਿਨਾਂ ਤੱਕ ਲਗਾਤਾਰ ਐਬਸੈਂਟ ਰਹਿ ਗਏ ਨਾ ਤੁਸੀਂ ਬਿਨਾਂ ਪਰਮਿਸ਼ਨ ਤੋਂ, ਇੱਕ ਤਾਂ ਛੁੱਟੀ ਲਈ, ਜਿਵੇਂ ਹੁਣ ਮੰਨ ਕੇ ਚੱਲੋ ਤੁਸੀਂ ਸਕੂਲ 'ਚ ਗਏ ਆ, ਆਪਣੇ ਆਪਾਂ ਪੜ੍ਹਦੇ ਹੁੰਦੇ ਨਿਊ ਮਾਡਲ ਸਕੂਲ 'ਚ, ਸਕੂਲ 'ਚ ਪੜ੍ਹਦੇ ਹੁੰਦੇ ਹਨਾ। ਹੁਣ ਉੱਥੇ ਕੀ ਹੁੰਦਾ ਸੀਗਾ
ਵੀ ਤੁਸੀਂ ਛੁੱਟੀ ਮਾਰ ਲਈ ਇੱਕ, ਚਲੋ ਕਿਸੇ ਨੇ ਨਹੀਂ ਪੁੱਛਿਆ, ਦੋ ਮਾਰ ਲਈਆਂ, ਠੀਕ ਹੈ ਮੈਡਮ ਪੁੱਛਣਗੇ, ਤਿੰਨ ਮਾਰ ਲਈਆਂ, ਮਾੜਾ ਮੋਟਾ ਪੁੱਛਿਆ ਕਰਨਗੇ ਦੂਜੇ ਜਵਾਕਾਂ ਤੋਂ, ਹਨਾ ਤੁਸੀਂ 10 ਛੁੱਟੀਆਂ ਮਾਰ ਲਈਆਂ, ਮੰਨ ਕੇ ਚੱਲ ਤੁਸੀਂ 15 ਹੀ ਮਾਰ ਲਈਆਂ, ਤੇ 15 ਮਾਰ ਲਈਆਂ ਤੁਸੀਂ ਦੱਸਿਆ ਵੀ ਕੁਝ ਨਹੀਂਗਾ, ਤੇ ਤੁਹਾਡਾ ਨਾਂ ਕੱਟ ਦੇਣਗੇ, ਨਹੀਂ ਹੋਊ। ਹਾਂ ਬਈ ਜੇ ਦੱਸ ਕੇ ਗਏ ਆ ਬਿਮਾਰ ਆ ਤੁਸੀਂ, ਛੁੱਟੀ ਲੈ ਕੇ ਗਏ ਆ, ਤੇ ਹਾਂ ਭਾਵੇਂ ਤੁਸੀਂ ਮਹੀਨਾ ਨਾ ਆਓ। ਹੁਣ ਇੱਥੇ ਵੀ ਆਈ ਆ ਵੀ ਜਦੋਂ ਹੁਣ ਤੁਸੀਂ MP ਬਣੇ ਹੋਏ ਆ, ਹਨਾ ਭਗਵੰਤ ਮਾਨ ਆ, ਮੰਨ ਕੇ ਚਲੋ ਸੁਖਬੀਰ ਬਾਦਲ ਆ, ਹਨਾ ਇਹ MP ਬਣੇ ਹੋਏ ਆ, ਹੁਣ ਇਹ ਕਹਿੰਦੇ ਵੀ ਮੈਂ MP ਤਾਂ ਬਣ ਗਿਆ ਯਾਰ, ਮੈਨੂੰ ਦਿੱਲੀ ਜਾਣਾ ਬਹੁਤ ਔਖਾ ਲੱਗਦਾ, ਮੈਂ ਤਾਂ ਘਰੇ ਰਹੂੰਗਾ, ਮੇਰਾ ਨਹੀਂ ਕਰਦਾ, ਠੀਕ ਹੈ ਇੱਕ ਦਿਨ ਘਰੇ ਰਹਿ ਲੈ, 2 ਦਿਨ ਰਹਿ ਲੈ, ਚਲੋ ਠੀਕ ਹੈ। ਜੇ 60 ਦਿਨ ਲਗਾਤਾਰ ਵੀ ਲੋਕ ਸਭਾ ਦਾ ਸੈਸ਼ਨ ਚੱਲੀ ਜਾਂਦਾ ਤੇ ਬਿੱਲੀ ਦੀਆਂ ਇਹਦੀਆਂ 60 ਗੈਰ ਹਾਜ਼ਰੀਆਂ ਹੋ ਗਈਆਂ, ਤੇ ਇਹਨੇ ਕੋਈ ਪਰਮਿਸ਼ਨ ਵੀ ਨਹੀਂ ਲਈ ਵੀ ਹਾਂ ਘਰੇ ਰਹਿਣ ਦੀ, ਮੈਂ ਕਹਿੰਦਾ ਸਤਿ ਸ੍ਰੀ ਅਕਾਲ, ਦੁਬਾਰਾ ਲੜ ਕੇ ਆਇਓ ਚੋਣ, ਇਸ ਵਾਰੀ ਤੁਹਾਡਾ ਕੰਮ ਕੈਂਸਲ ਆ। ਗੱਲ ਸਮਝ ਲੱਗ ਗਈ? ਹਾਂ ਬਈ ਕਿੰਨੇ ਦਿਨ ਐਬਸੈਂਸ ਰਹਿਣ ਨਾਲ ਹੋ ਸਕਦਾ? 60 ਦਿਨ। ਜੇ 2 ਮਹੀਨਾ ਤੋਂ ਜ਼ਿਆਦਾ ਕੋਈ MP ਐਬਸੈਂਟ ਰਹੂਗਾ, ਸੀਟ ਖਾਲੀ। ਫਿਰ ਇਫ ਹਿਸ ਇਲੈਕਸ਼ਨ ਇਜ਼ ਡਿਕਲੇਅਰਡ ਵੋਇਡ ਬਾਈ ਦਾ ਕੋਰਟ, ਜੇ ਉਹਦੀ ਇਲੈਕਸ਼ਨ ਨੂੰ ਕੋਰਟ ਨੇ ਕਹਿਤਾ ਵੀ ਹਾਂ ਵੀ ਇਹਦੀ ਇਲੈਕਸ਼ਨ ਦੇ ਵਿੱਚ ਵੀ ਇਹਨੇ ਬੂਥ ਕੈਪਚਰਿੰਗ ਕੀਤੀ ਸੀ, ਹੈ ਵੋਟਾਂ ਖਰੀਦੀਆਂ ਸੀਗੀਆਂ, ਬੂਥਾਂ ਤੇ ਕਬਜ਼ੇ ਕੀਤੇ ਸੀਗੇ, ਤੇ ਵੋਟਾਂ ਧੱਕੇ ਨਾਲ ਪਵਾਈਆਂ ਇਹਨੇ, ਸੋ ਉਹ ਚੀਜ਼ ਜੇ ਪ੍ਰੂਵ ਹੋ ਗਈ ਫਿਰ ਵੀ ਉਹਦੀ ਇਲੈਕਸ਼ਨ ਜ਼ੀਰੋ। ਇਫ ਹੀ ਇਜ਼ ਐਕਸਪੈਲਡ ਬਾਈ ਦਾ ਹਾਊਸ, ਹਨਾ ਐਕਸਪੈਲਡ ਬਾਈ ਦਾ ਹਾਊਸ, ਤਾਂ ਉਹੀ ਗੱਲ ਹੋ ਗਈ ਜਿਹੜਾ ਆਪਾਂ ਪਿੱਛੇ ਪੁਆਇੰਟ ਪੜ੍ਹ ਕੇ ਆਏ ਆ ਵੀ ਕਿਵੇਂ ਕਿਵੇਂ ਹਾਊਸ ਦੇ ਵਿੱਚੋਂ ਉਹਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ, ਉਹੀ ਚੀਜ਼ ਹੋ ਗਈ। ਫਿਰ if he is elected as the office of to the office of president ਤੇ vice president, ਠੀਕ ਹੈ ਜੇ ਉਹ president ਬਣ ਗਿਆ ਜਾਂ vice president ਬਣ ਗਿਆ, ਫਿਰ ਵੀ ਉਹਨੂੰ ਉਹ ਸੀਟ ਛੱਡਣੀ ਪਊਗੀ। ਫਿਰ ਹੁਣ president ਰਹੂਗਾ, ਕਿਉਂਕਿ president ਦੇਖੋ president ਮੈਂਬਰ ਤਾਂ ਨਹੀਂ ਨਾ ਹੁੰਦਾਗਾ ਲੋਕ ਸਭਾ ਦਾ ਜਾਂ ਰਾਜ ਸਭਾ ਦਾ, ਨਹੀਂ ਹੁੰਦਾ। vice president ਮੈਂਬਰ ਹੁੰਦਾ ਲੋਕ ਸਭਾ ਰਾਜ ਸਭਾ ਦਾ, ਨਹੀਂ ਹੁੰਦਾ। ਸੋ ਜੇ ਉਹ ਨਹੀਂ ਹੁੰਦਾ ਤਾਂ ਫਿਰ ਉਹਨੂੰ ਉਹ ਜੇ ਉਹ ਮੈਂਬਰ ਬਣਿਆ ਹੋਇਆ ਤੇ ਉਹਨੂੰ ਆਪਦੀ ਸੀਟ ਛੱਡਣੀ ਪਊਗੀ। ਫਿਰ if he is appointed as a governor of ਸਟੇਟ। ਸੋ ਜਿਹੜੇ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਕੀ ਫਰਕ ਹੈ? ਡਿਸਕੁਆਲੀਫਿਕੇਸ਼ਨ ਦੇ ਵਿੱਚ ਤੇ ਵਕੇਸ਼ਨ ਦੇ ਵਿੱਚ ਸਿਰਫ ਇੰਨਾ ਕੁ ਫਰਕ ਹੈ ਵੀ ਵਕੇਸ਼ਨ ਦੇ ਵਿੱਚ ਆਪਾਂ ਇਹ ਕਿਹਾ ਵੀ ਕਦੋਂ ਕਦੋਂ ਸੀਟ ਖਾਲੀ ਹੋਊਗੀ, ਤੇ ਠੀਕ ਹੈ ਇੱਕ ਤਾਂ ਡਬਲ ਮੈਂਬਰਸ਼ਿਪ ਨਾਲ ਤੇ ਇੱਕ ਡਿਸਕੁਆਲੀਫਿਕੇਸ਼ਨ ਨਾਲ ਵੀ ਸੀਟ ਖਾਲੀ ਹੋ ਜੂਗੀ। ਸੋ ਡਿਸਕੁਆਲੀਫਿਕੇਸ਼ਨ ਦੇ ਕਿਹੜੇ ਕਿਹੜੇ 4 ਪੁਆਇੰਟ ਆਪਾਂ ਵੇਖੇ ਸੀ ਵੀ ਜੇ ਤਾਂ ਉਹ ਮੰਨ ਕੇ ਚੱਲੋ ਆਫਿਸ ਆਫ ਪ੍ਰੋਫਿਟ ਆ ਉਹਦੇ ਕੋਲੇ ਤਾਂ ਵੀ ਡਿਸਕੁਆਲੀਫਾਈ ਹੋ ਜੂਗਾ। ਹੋਰ ਡਿਸਕੁਆਲੀਫਿਕੇਸ਼ਨ ਦਾ ਕਿਹੜਾ ਪੁਆਇੰਟ ਸੀਗਾ? ਜੇ ਉਹ ਕਮਲਾ ਹੋ ਗਿਆ ਕੋਰਟ ਨੇ ਡਿਕਲੇਅਰ ਕਰਤਾ ਫਿਰ ਵੀ, ਜੇ ਉਹ ਦਿਵਾਲੀਆ ਹੋ ਗਿਆ ਕੋਰਟ ਨੇ ਡਿਕਲੇਅਰ ਕਰਤਾ ਫਿਰ ਵੀ, ਠੀਕ ਹੈ। ਫਿਰ ਉਦੋਂ ਬਾਅਦ ਵਿੱਚ ਲਾਸਟ ਕੀ ਸੀਗਾ ਕਿ ਜੇ ਉਹਨੇ ਇੰਡੀਆ ਦੀ ਸਿਟੀਜ਼ਨਸ਼ਿਪ, ਇੰਡੀਆ ਦਾ ਸਿਟੀਜ਼ਨ ਨਾ ਰਿਹਾ, ਹੁਣ ਇੰਡੀਆ ਦਾ ਸਿਟੀਜ਼ਨ ਆਪਾਂ ਨੂੰ ਪਤਾ ਵੀ 3 ਤਰੀਕਿਆਂ ਨਾਲ ਨਹੀਂ ਰਹਿੰਦਾ, ਹਨਾ ਉਹ ਤਿੰਨਾਂ ਨਾਲ ਕੀ ਉਹ ਡਿਸਕੁਆਲੀਫਾਈ ਹੋ ਜਾਊਗਾ ਵੀ ਕਿਸੇ ਵੀ ਤਰੀਕੇ ਨਾਲ ਉਹ ਸਿਟੀਜ਼ਨ ਨਾ ਰਿਹਾ, ਤੇ ਜਦੋਂ ਸਿਟੀਜ਼ਨ ਹੀ ਨਹੀਂ ਆ ਰਿਹਾ ਤੇ ਉਹ ਮੈਂਬਰ ਕਾਹਦਾ? ਗੱਲ ਸਮਝ ਲੱਗੀ? ਹਾਂ ਬਈ ਅਸਲ ਦੇ ਵਿੱਚ ਆਹ ਪੁਆਇੰਟ ਆ ਸਹੀ, ਵੈਕੈਂਸੀ ਕਦੋਂ ਕਦੋਂ ਕ੍ਰੀਏਟ ਹੋ ਸਕਦੀ ਆ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ, ਠੀਕ ਹੈ। ਪਹਿਲਾ ਪੁਆਇੰਟ ਆ ਜਦੋਂ ਡਬਲ ਮੈਂਬਰਸ਼ਿਪ ਹੋ ਗਈ ਉਦੋਂ ਵੈਕੈਂਸੀ ਕ੍ਰੀਏਟ ਹੋ ਸਕਦੀ ਹੈ। ਦੂਜਾ ਡਿਸਕੁਆਲੀਫਿਕੇਸ਼ਨ ਦੇ ਨਾਲ ਵੈਕੈਂਸੀ ਕ੍ਰੀਏਟ ਹੋ ਸਕਦੀ ਹੈ। ਤੇ ਡਿਸਕੁਆਲੀਫਿਕੇਸ਼ਨ ਦੇ ਵਿੱਚ 4 ਪੁਆਇੰਟ ਆ ਕਿਵੇਂ ਕਿਵੇਂ ਡਿਸਕੁਆਲੀਫਾਈ ਕਰ ਸਕਦੇ ਉਹਨੂੰ, ਕਿਵੇਂ ਕਿਵੇਂ ਕਰ ਸਕਦੇ ਆ ਉਹ ਤੁਹਾਨੂੰ ਦੱਸਤਾ, ਠੀਕ ਹੈ। ਫਿਰ ਤੀਜਾ ਪੁਆਇੰਟ ਕੀ ਹੈ? ਐਬਸੈਂਸ, ਜੇ 60 ਦਿਨਾਂ ਤੋਂ ਜ਼ਿਆਦਾ ਐਬਸੈਂਟ ਰਹੂਗਾ ਫਿਰ ਵੀ। ਚੌਥਾ ਪੁਆਇੰਟ ਕੀ ਹੈ? ਜੇ ਉਹਦੀ ਇਲੈਕਸ਼ਨ ਹੀ ਜਿਹੜੀ ਇਲੈਕਸ਼ਨ ਉਹਨੇ ਲੜੀ ਸੀ, ਹਨਾ ਤੇ ਉਸ ਕੀ ਇਹ ਪ੍ਰੂਵ ਹੋ ਗਿਆ ਵੀ ਇਹ ਤਾਂ ਧਾਂਦਲੇਬਾਜ਼ੀ ਹੋਈ ਹੈ ਜੀ ਉਹਦੇ ਚ ਇਲੈਕਸ਼ਨ ਦੇ ਵਿੱਚ ਤਾਂ ਬੂਥ ਕੈਪਚਰਿੰਗ ਹੋਈ ਹੈ, ਇਹ ਤਾਂ ਸਾਡੇ ਵਿਹੜੇ ਵਾਲੇ ਨੂੰ ਪੈਸੇ ਦੇ ਕੇ ਗਿਆ ਸੀਗਾ ਜਾਂ ਕਿਸੇ ਹੋਰ ਬੰਦਿਆਂ ਨੂੰ, ਹਨਾ ਵੀ ਪੈਸੇ ਦੇ ਕੇ ਇਹਨੇ ਵੋਟਾਂ ਖਰੀਦੀਆਂ, ਸਮਝ ਲੱਗ ਗਈ? ਹਾਂ ਬਈ ਫਿਰ ਇਹ ਚੀਜ਼ ਕੋਰਟ ਪ੍ਰੂਵ ਕਰੇ, ਹਨਾ ਫਿਰ ਉਦੋਂ ਬਾਅਦ ਵਿੱਚ ਕੀ ਹੈ ਜੇ ਹਾਊਸ ਨੇ ਐਕਸਪੈਲ ਕਰਤਾ, ਇਹ ਉਹੀ ਸੇਮ ਚੀਜ਼ ਹੀ ਹੈ ਹਨਾ। ਫਿਰ ਅੱਗੇ ਵੇਖੋ ਉਹ ਪ੍ਰੈਜ਼ੀਡੈਂਟ ਬਣ ਗਿਆ ਫਿਰ ਵੀ ਉਹਨੂੰ ਛੱਡਣੀ ਪੈਣੀ ਹੈ, ਜੇ ਉਹ ਗਵਰਨਰ ਬਣ ਗਿਆ ਫਿਰ ਵੀ ਉਹਨੂੰ ਛੱਡਣੀ ਪੈਣੀ ਹੈ। ਆਈ ਥਿੰਕ ਕਲੀਅਰ ਆ 6 ਪੁਆਇੰਟ, ਹਾਂ ਬਈ ਠੀਕ ਹੈ। ਸੋ ਅੱਗੇ ਆ ਗਿਆ ਓਥ ਐਂਡ ਸੈਲਰੀ। ਸੋ ਜਿਹੜੀ ਓਥ ਤੇ ਸੈਲਰੀ ਆ ਉਹਦੀ ਗੱਲ ਕਰਦੇ ਆ ਆਪਾਂ। ਐਵਰੀ ਮੈਂਬਰ ਹੈਜ਼ ਟੂ ਮੇਕ ਐਂਡ ਸਬਸਕ੍ਰਾਈਬ ਟੂ ਐਨ ਓਥ or affirmation before the president or some other person appointed by him for this purpose। so ਮੇਨ ਗੱਲ ਆ ਵੀ oath ਆ ਜਿਹੜੇ MPs ਆ, MPs ਨੂੰ oath ਕੌਣ ਚੁਕਾਊਗਾ, ਸੌਂ ਕੌਣ ਚੁਕਾਊਗਾ? ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ।
ਤੇ ਜਿਹੜੀ ਉਹਦੀ ਸੈਲ ਪ੍ਰੈਜ਼ੀਡੈਂਟ ਆਫ ਇੰਡੀਆ ਚੁਕਾਊਗਾ। ਤੇ ਜੇ ਪ੍ਰੈਜ਼ੀਡੈਂਟ ਕਿਸੇ ਕਾਰਨ ਕਰਕੇ ਮੰਨ ਕੇ ਚਲੋ ਪ੍ਰੈਜ਼ੀਡੈਂਟ ਨੇ ਸਹੁੰ ਚੁਕਾਉਣੀ ਸੀਗੀ ਐਮਪੀ ਨੂੰ, ਨਵੇਂ ਐਮਪੀ ਆਏ ਸੀ ਤੇ ਪ੍ਰੈਜ਼ੀਡੈਂਟ ਤਾਂ ਫਿਰਦਾ ਸਾਊਥ ਅਫਰੀਕਾ, ਫਿਰ ਉਹ ਸਹੁੰ ਹੁਣ ਕਿਵੇਂ ਚੁਕਾ ਲੂਗਾ? ਠੀਕ ਹੈ, ਸੋ ਫਿਰ ਉਹ ਕਿਸੇ ਹੋਰ ਬੰਦੇ ਦੀ ਡਿਊਟੀ ਲਾ ਲੂਗਾ ਭਾਈ, ਹਨਾ ਤੂੰ ਚੁਕਾ ਦੇ ਸਹੁੰ। ਵਾਈਸ ਪ੍ਰੈਜ਼ੀਡੈਂਟ ਨੂੰ ਕਹਿ ਦੇ ਜਾਂ ਕਿਸੇ ਹੋਰ ਬੰਦੇ ਨੂੰ ਕਹਿ ਦੇ, ਉਹ ਪ੍ਰੈਜ਼ੀਡੈਂਟ ਦੀ ਮਰਜ਼ੀ ਹੈ ਕਿਹੜੇ ਬੰਦੇ ਨੂੰ ਕਹਿਣਾ। ਠੀਕ ਹੈ, ਆਪਦੀ ਥਾਂ ਤੇ ਡਿਊਟੀ ਲਾ ਦੇ। ਸੈਲਰੀ ਤੁਹਾਨੂੰ ਪਤਾ ਹੀ ਹੈ, ਸੈਲਰੀਆਂ ਸਾਰਿਆਂ ਦੀਆਂ ਕੌਣ ਫਿਕਸ ਕਰਦਾ? ਪਾਰਲੀਮੈਂਟ। ਠੀਕ ਹੈ, ਸੈਲਰੀਜ਼ ਐਂਡ ਅਲਾਉੈਂਸਸ ਆਰ ਡਿਟਰਮਿਨਡ ਬਾय ਦ ਪਾਰਲੀਮੈਂਟ। ਦੇਖ ਲਓ, ਐਮਪੀਆਂ ਦੀ ਹੀ ਤਨਖਾਹ ਵਧਾਉਣੀ ਆ ਤੇ ਵਧਾਉਣੀ ਵੀ ਕਿਹਨੇ? ਐਮਪੀਆਂ ਨੇ। ਹੈ ਕਿਹੜਾ ਐਮਪੀ ਕਹੂਗਾ ਮੇਰੀ ਤਨਖਾਹ ਨਾ ਵਧੇ? ਜਦੋਂ ਹੀ ਆਉਂਦਾ ਤਨਖਾਹ ਵਾਲਾ ਬਿੱਲ ਤਾਂ ਆਉਣ ਨਹੀਂ ਦਿੰਦੇ, ਨਾ ਉਹਦੀ ਨਾਲ ਹੀ ਪੈਨ ਦੋ ਪੈਨ ਚੱਕ ਲੈਂਦੇ, ਇੱਕੋ ਹੱਥ 'ਚ ਫੜ ਲੈਂਦੇ ਆ, ਅਸੀਂ ਸਾਈਨ ਕਰਾਓ, ਦੱਸੋ ਕਿੱਥੇ ਕਰ ਰਿਹਾ? ਅਸੀਂ ਕਰਦੇ ਅਸੀਂ ਪਾਉਣੇ ਆ ਵੋਟਾਂ। ਹੈ ਉਦੋਂ ਨਾਲ ਦੀ ਨਾਲ ਹੀ ਵੱਧ ਜਾਂਦੀ ਹੈ ਤਨਖਾਹ। ਠੀਕ ਹੈ, ਇਹ ਜਿਹੜਾ ਪੁਆਇੰਟ ਹੈ ਇਹਨੂੰ ਯਾਦ ਰੱਖਣ ਵਾਸਤੇ ਮੈਂ ਤੁਹਾਨੂੰ ਉਦਾਹਰਨ ਦਿਆਂ। ਜਦੋਂ ਕਰੋਨਾ ਵਾਇਰਸ ਆਇਆ, ਸ਼ਾਇਦ ਤੁਹਾਡੇ ਯਾਦ ਹੋਵੇ, ਉਦੋਂ ਮੋਦੀ ਨੇ ਕਿਹਾ ਨਹੀਂ ਸੀ ਵੀ ਸਾਰੇ ਐਮਪੀਆਂ ਦੀ 10-10% ਮੈਂ ਤਨਖਾਹ ਕੱਟੂਗਾ। ਕਿਹਾ ਸੀਗਾ ਉਦੋਂ, ਕਿਹਾ ਸੀ ਵੀ 10-10% ਵੀ ਪੈਸੇ ਇਕੱਠੇ ਕਰਨੇ ਆ ਲੋਕਾਂ ਵਾਸਤੇ, ਵੀ ਉਹ ਤਾਂ ਪਤਾ ਨਹੀਂ ਵੀ ਲੋਕਾਂ ਤੇ ਲਾਏ ਆ ਕਿ ਕਿਹੋ ਜਿਹੇ ਨਹੀਂ, ਆਪਾਂ ਨੂੰ ਪਤਾ ਹੀ ਆ ਵੀ ਲਾਉਂਦੇ ਲੋਨ ਤਾਂ ਕਿਹੋ ਜਿਹਾ ਖਾ ਜਾਂਦੇ ਆ ਵੀ। ਪਰ ਵੀ ਕੇਰਾਂ ਇੱਕ ਵਾਰੀ ਇਹਨੇ ਕਿਹਾ ਸੀਗਾ ਵੀ ਮੈਂ ਤਨਖਾਹ ਕੱਟੂਗਾ, ਹਨਾ ਇਹਨੇ 10% ਕੱਟੀ ਵੀ ਸੀਗੀ। ਸੋ ਉਹ ਕਿਵੇਂ ਕੱਟੀ? ਉਹ ਪਾਰਲੀਮੈਂਟ ਦੇ ਵਿੱਚ ਪਹਿਲਾਂ ਉਹ ਆਇਆ ਸੀਗਾ, ਉਹ ਕਾਨੂੰਨ ਪਾਸ ਹੋਇਆ, ਫਿਰ ਉਹਦੇ ਬਾਅਦ ਚ ਕੱਟੀ ਗਈ ਹੈ। ਪਾਰਲੀਮੈਂਟ ਦੇ ਕਹਿਣ ਤੇ ਕੱਟੀ ਗਈ ਹੈ, ਉਣੀ ਐ ਨਹੀਂ ਕਿ ਸਰਕਾਰ ਨੇ ਸੋਚਿਆ ਤੇ ਕਰਤਾ, ਪਾਰਲੀਮੈਂਟ ਤੋਂ ਪਾਸ ਕਰਾਈ ਹੈ ਜੀ। ਠੀਕ ਹੈ, ਸੋ ਓਥ ਐਂਡ ਸੈਲਰੀ ਕਲੀਅਰ ਹੋ ਗਈ। ਹੁਣ ਅੱਗੇ ਆ ਗਿਆ ਸਪੀਕਰ ਆਫ ਲੋਕ ਸਭਾ। ਠੀਕ ਹੈ, ਸਪੀਕਰ ਆਫ ਲੋਕ ਸਭਾ ਦੇ ਵਿੱਚ ਪਹਿਲਾ ਪੁਆਇੰਟ ਕੀ ਹੈ? ਹੀ ਇਜ਼ ਇਲੈਕਟਡ ਬਾਈ ਲੋਕ ਸਭਾ ਫਰੋਮ ਅਮੰਗਸਟ ਇਟਸ ਮੈਂਬਰ। तो ਇਹਦਾ ਕਰ ਰਿਲੇਸ਼ਨ ਕਰ ਲੱਗਾ, मैं सारा दोबारा करवाई है मैम जी, छोटी वीडियो बना रहे हैं सारे, अज थोड़ा करवा देना। ठीक है, सो ही इज इलैक्टेड बाय द लोक सभा फ्रॉम अमंगस्ट इट्स मैंबर्स। आपदे मैंबरां दे विचों लोक सभा का स्पीकर चुनिया जाऊगा। ठीक है, एज सुन एज आफ्टर द फर्स्ट मीटिंग। फर्स्ट मीटिंग दे भी कहने का मतलब यार जिन्नी छेती हो सकता मीटिंग तो बाद उन्नी छेती वो सुन लिया जाऊगा। वैसे जे मान के चलो ये कीता ही है स्पीकर ऑफ लोक सभा, आप चंगी तरह ही कीता है ना, तो इहनूं आप स्किप कर सकते हैं, कोई वो नहीं। ठीक है, चेयरमैन तो शुरू करते हैं, चेयरमैन ऑफ राज्य सभा। स्पीकर वाला फिर आप पिछली वीडियो कीता ही है। ठीक है, तो चेयरमैन ऑफ राज्य सभा दे की है? द वाइस प्रेजिडेंट इज द एक्स ऑफिशियो चेयरमैन ऑफ राज्य सभा। वाइस प्रेजिडेंट की होगा? एक्स ऑफिशियो चेयरमैन। एक्स ऑफिशियो की मैं थोड़ा गल दसी सी की हुंदा। एक्स ऑफिशियो हुंदा मतलब ਉਹਦੇ ਕੋਲੇ ਅਹੁਦਾ ਹੋਣ ਕਰਕੇ ਹੀ ਉਹ ਆਟੋਮੈਟਿਕਲੀ ਬਣ ਜੂਗਾ। ਇਹ ਹੁਣ ਇਹ ਕੋਈ ਇਹ ਨਹੀਂ ਵੀ ਉਹਨੂੰ ਕੋਈ ਚੋਣ ਲੜਨੀ ਪਊਗੀ ਜਾਂ ਕੁਝ, ਹਨਾ ਵੀ ਚੇਅਰਮੈਨ ਬਣਨ ਵਾਸਤੇ ਰਾਜ ਸਭਾ ਦਾ ਉਹਨੇ ਚੋਣ ਕਾਹਦੇ ਵਾਸਤੇ ਲੜੀ ਹੈ? ਵਾਈਸ ਪ੍ਰੈਜ਼ੀਡੈਂਟ ਬਣਨ ਵਾਸਤੇ। ਠੀਕ ਹੈ, ਤੇ ਰਾਜ ਸਭਾ ਦੇ ਚੇਅਰਮੈਨ ਬਣਨ ਵਾਸਤੇ ਉਹਨਾਂ ਨੂੰ ਕੋਈ ਚੋਣ ਨਹੀਂ ਨਾ ਲੜਨੀ ਪਈ। ਜਦੋਂ ਹੀ ਵਾਈਸ ਪ੍ਰੈਜ਼ੀਡੈਂਟ ਬਣਿਆ ਨਾਲ ਦੀ ਨਾਲ ਹੀ ਉਹ ਆ ਗਿਆ। ਠੀਕ ਹੈ, ਗਿਫਟ ਮਿਲ ਗਿਆ ਇੱਕ ਹਿਸਾਬ ਦਾ ਤੁਹਾਨੂੰ। फिर एज ए प्रेजाइडिंग ऑफिसर द पावर्स एंड फंक्शंस ऑफ चेयरमैन ऑफ राज्य सभा आर सिमिलर टू दोज ऑफ स्पीकर ऑफ लोक सभा। भी प्रेजाइडिंग ऑफिसर दे जे आप हिसाब नाल वेने आ, जिहड़े काम लोक सभा दे विच स्पीकर करूगा ਉਹੀ ਕੰਮ राज्य सभा ਦੇ ਵਿੱਚ ਕੌਣ ਕਰੂਗਾ? ਚੇਅਰਮੈਨ। ਲੋਕ ਸਭਾ ਦੇ ਸਪੀਕਰ ਨੇ ਕੀ ਕਰਨਾ ਹੈਗਾ? ਆਰਡਰ ਨੂੰ ਮੇਨਟੇਨ ਕਰਨਾ ਸੀ, ਆਰਡਰ ਬਣਾਈ ਰੱਖਣਾ, ਸ਼ਾਂਤੀ ਉੱਥੇ ਬਣਾਈ ਰੱਖਣੀ ਹੈ। ਚੇਅਰਮੈਨ ਨੇ ਕੀ ਕਰਨਾ? राज्य सभा ਦੇ ਵਿੱਚ ਸ਼ਾਂਤੀ ਬਣਾਈ ਰੱਖਣੀ ਹੈ। ਉਹਨੇ ਲੋਕ ਸਭਾ 'ਚ ਬਣਾਉਣੀ ਸੀ ਨਾ ਸਪੀਕਰ ਨੇ। ਜਿੰਨਾ ਕੁਝ ਵੀ ਹੈ ਸਾਰਾ ਕੁਝ ਸੇਮ ਚੱਲੂਗਾ। ਜਿਵੇਂ ਮੰਨ ਕੇ ਚੱਲੋ ਸਪੀਕਰ ਦੇ ਵਿੱਚ ਕੀ ਹੁੰਦਾ ਸੀਗਾ ਵੀ ਆਪਾਂ ਵੇਖਿਆ ਸੀਗਾ ਵੀ ਜਦੋਂ ਉਹਨੂੰ ਲਾਉਣ ਵਾਸਤੇ, ਹਨਾ ਸਪੀਕਰ ਨੂੰ ਰਿਮੂਵ ਕਰਨ ਵਾਸਤੇ ਜਦੋਂ ਕੋਈ ਰੈਜ਼ੋਲੂਸ਼ਨ ਆਊਗਾ, ਕੋਈ ਬੰਦੇ ਪੇਸ਼ ਕਰਨਗੇ, ਤੇ ਉਹ ਜਦੋਂ ਵੋਟਿੰਗ ਹੋਊਗੀ ਉਹ ਚੀਜ਼ ਦੀ, ਸਪੀਕਰ ਨੂੰ ਲਾਉਣ ਵਾਸਤੇ ਵੋਟਿੰਗ ਹੋਊਗੀ ਰਿਮੂਵ ਕਰਨ ਵਾਸਤੇ, ਤੇ ਉਸ ਵੋਟਿੰਗ ਦੌਰਾਨ ਸਪੀਕਰ ਹਾਊਸ ਨੂੰ ਪ੍ਰਸਾਈਡ ਨਹੀਂ ਕਰੂਗਾ। ਉਦੋਂ ਉਹ ਮਾਸਟਰ ਵਾਲੀ ਕੁਰਸੀ ਤੇ ਨਹੀਂ ਬੈਠੂਗਾ। ਹਨਾ, ਉਹੀ ਸੇਮ ਜੀ ਰਾਜ ਸਭਾ ਦੇ ਵਿੱਚ ਵੀ ਹੈ। ਓਕੇ ਹੈ, ਡਿਪਟੀ ਚੇਅਰਮੈਨ ਹੋਊਗਾ, ਚੇਅਰਮੈਨ, ਡਿਪਟੀ ਚੇਅਰਮੈਨ
ਦੋਵਾਂ ਦੀ ਗੱਲ ਹੀ ਆ ਵੀ ਚੇਅਰਮੈਨ ਨੂੰ ਵੀ ਹੁਣ ਮੰਨ ਕੇ ਚਲੋ ਜੇ ਵਾਈਸ ਪ੍ਰੈਜ਼ੀਡੈਂਟ ਨੂੰ ਠੀਕ ਆ ਵੀ ਆਪਾਂ ਉਧਰ ਵੀ ਕਰਵਾਉਣਾ, ਪਰ ਵਾਈਸ ਪ੍ਰੈਜ਼ੀਡੈਂਟ ਦੀਆਂ ਵੋਟਾਂ ਤਾਂ ਇੱਧਰ ਵੀ ਪੈਣਗੀਆਂ ਨਾ ਲਾਉਣ ਵਾਸਤੇ ਐਬਸੋਲੂਟ ਮੈਜੋਰਟੀ ਵਾਲੀ, ਜਦੋਂ ਉਹ ਪੈ ਰਹੀ ਹੋਊਗੀ ਠੀਕ ਆ, ਉਦੋਂ ਵਾਈਸ ਪ੍ਰੈਜ਼ੀਡੈਂਟ ਨੇ ਆਪਦੀ ਕੁਰਸੀ ਤੇ ਨਹੀਂ ਬੈਠਣਾ, ਉਹਦੀ ਥਾਂ ਤੇ ਡਿਪਟੀ ਚੇਅਰਮੈਨ ਬੈਠੂਗਾ। ਠੀਕ ਹੈ, ਜੇ ਡਿਪਟੀ ਚੇਅਰਮੈਨ ਨੂੰ ਲਾਉਣ ਵਾਸਤੇ ਪਈ ਜਾਂਦੀ ਹੈ ਤਾਂ ਫਿਰ ਚੇਅਰਮੈਨ ਬਹਿ ਜਾਊਗਾ। ਵੀ ਜਿਹੜੇ ਬੰਦੇ ਨੂੰ ਰਿਮੂਵ ਕਰਨਾ ਆਪਾਂ, ਉਹੀ ਬੰਦਾ ਉਸ ਵਕਤ ਪ੍ਰੈਜ਼ਾਈਡਿੰਗ ਆਫੀਸਰ ਨਹੀਂ ਹੋ ਸਕਦਾ। ਠੀਕ ਹੈ, ਸੋ ਅੱਗੇ ਵੇਖੋ ਇਹਨਾਂ ਨੇ ਕੀ ਲਿਖਿਆ। ਡਿਪਟੀ ਚੇਅਰਮੈਨ elected by the ਰਾਜ ਸਭਾ itself from among its members। ਠੀਕ ਹੈ, ਜਿਹੜਾ ਹੁਣ ਆਪਾਂ ਚੇਅਰਮੈਨ ਦੀ ਗੱਲ ਕੀਤੀ, ਚੇਅਰਮੈਨ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾਗਾ। ਚੇਅਰਮੈਨ ਤਾਂ ਕੌਣ ਸੀਗਾ? ਵਾਈਸ ਪ੍ਰੈਜ਼ੀਡੈਂਟ ਸੀ। ਵਾਈਸ ਪ੍ਰੈਜ਼ੀਡੈਂਟ ਰਾਜ ਸਭਾ ਦਾ ਮੈਂਬਰ ਹੈ ਨਹੀਂਗਾ। ਠੀਕ ਹੈ, ਪਰ ਜਿਹੜਾ ਡਿਪਟੀ ਚੇਅਰਮੈਨ ਹੁੰਦਾ ਉਹ ਰਾਜ ਸਭਾ ਦਾ ਹੀ ਮੈਂਬਰ ਹੁੰਦਾ। ਸਪੀਕਰ ਆ ਉਹ ਲੋਕ ਸਭਾ ਦੇ ਵਿੱਚ ਹੀ ਚੁਣਿਆ ਜਾਂਦਾ। ਜਿਹੜਾ ਲੋਕ ਸਭਾ ਦਾ ਪ੍ਰੈਜ਼ਾਈਡਿੰਗ ਆਫੀਸਰ ਆ, ਉਹ ਜਿਹੜੇ ਲੋਕ ਸਭਾ ਦੇ MP ਆ ਉਹ ਆਪਦੇ ਚੋਂ ਚੁਣਦੇ ਆ, ਪਰ ਜਿਹੜਾ ਰਾਜ ਸਭਾ ਦਾ ਪ੍ਰੈਜ਼ਾਈਡਿੰਗ ਆਫੀਸਰ ਆ ਉਹ ਆਪਦੇ ਚੋਂ ਨਹੀਂ ਚੁਣਿਆ ਜਾਂਦਾਗਾ। ਉਹ ਅਸਲ 'ਚ ਕੌਣ ਹੁੰਦਾ? ਐਕਸ ਆਫੀਸ਼ੀਓ ਚੇਅਰਮੈਨ। ਚੇਅਰਮੈਨ ਕੌਣ ਹੁੰਦਾ? ਵਾਈਸ ਪ੍ਰੈਜ਼ੀਡੈਂਟ। ਹਾਂ, ਪਰ ਜਿਹੜਾ ਡਿਪਟੀ ਸਪੀਕਰ ਆ ਜਾਂ ਡਿਪਟੀ ਚੇਅਰਮੈਨ ਆ, ਉਹ ਹਾਂ ਵੀ ਦੋਵਾਂ ਦਾ ਹੀ ਸੇਮ ਹੀ ਹੋਊਗਾ। ਵੀ ਉਹ ਡਿਪਟੀ ਚੇਅਰਮੈਨ ਰਾਜ ਸਭਾ ਵਾਲੇ ਵੀ ਆਪਦੇ ਮੈਂਬਰਾਂ ਚ ਚੁਣਨਗੇ, ਤੇ ਜਿਹੜੇ ਲੋਕ ਸਭਾ ਵਾਲੇ ਆ ਉਹ ਵੀ ਆਪਦੇ ਮੈਂਬਰਾਂ ਚ ਚੁਣਦੇ ਆ। ਡਿਪਟੀ ਚੇਅਰਮੈਨ ਇਜ਼ ਨਾਟ ਸਬਆਰਡੀਨੇਟ ਟੂ ਦ ਚੇਅਰਮੈਨ, ਹੀ ਇਜ਼ ਡਾਇਰੈਕਟਲੀ ਰਿਸਪੋਂਸਿਬਲ ਟੂ ਰਾਜ ਸਭਾ। ਹਾਂ, ਜਿਹੜਾ ਡਿਪਟੀ ਚੇਅਰਮੈਨ ਆ ਉਹ ਕੋਈ ਐ ਨਹੀਂਗਾ ਵੀ ਹਾਂ ਵੀ ਉਹ ਤੋਂ ਛੋਟਾ ਹੋ ਗਿਆ ਚੇਅਰਮੈਨ ਤੋਂ, ਵੀ ਜਾਂ ਉਹ ਚੇਅਰਮੈਨ ਉਹਨੂੰ ਕੱਲ ਨੂੰ ਕਹਿ ਦੇ ਵੀ ਹਾਂ ਵੀ ਭਾਈ ਮੈਨੂੰ ਤੂੰ ਚਾਹ ਫੜਾਇਆ ਕਰ, ਜਾਂ ਕੋਈ ਵੀ ਕੰਮ ਵੀ ਜਿਹੜਾ ਐਵੇਂ ਰੋਬ ਮਾਰੀ ਜਾਵੇ ਵੀ ਤੂੰ ਤਾਂ ਮੇਰੇ ਤੋਂ ਛੋਟਾ। ਉਹ ਰਿਸਪੋਂਸੀਬਲ ਕਿਹਨੂੰ ਨਹੀਂਗਾ? ਉਹ ਚੇਅਰਮੈਨ ਨੂੰ ਰਿਸਪੋਂਸੀਬਲ ਨਹੀਂ, ਵਾਈਸ ਪ੍ਰੈਜ਼ੀਡੈਂਟ ਨੂੰ ਰਿਸਪੋਂਸੀਬਲ ਨਹੀਂ, ਰਾਜ ਸਭਾ ਨੂੰ ਰਿਸਪੋਂਸੀਬਲ ਹੈਗਾ ਉਹ, ਵੀ ਕਿਉਂਕਿ ਰਾਜ ਸਭਾ ਨੇ ਬਣਾਇਆ ਉਹਨੂੰ। ਠੀਕ ਹੈ, ਵੀ ਵਾਈਸ ਪ੍ਰੈਜ਼ੀਡੈਂਟ ਉਹ ਤਾਂ ਕੁਝ ਨਹੀਂ ਕਰ ਸਕਦਾ ਯਾਰ। ਡਿਪਟੀ ਚੇਅਰਮੈਨ ਦਾ ਵਾਈਸ ਪ੍ਰੈਜ਼ੀਡੈਂਟ ਕੁਝ ਨਹੀਂ ਕਰ ਸਕਦਾ, ਪਰ ਰਾਜ ਸਭਾ ਕਰ ਸਕਦੀ ਹੈ ਨਾ। ਰਾਜ ਸਭਾ ਕਿਉਂਕਿ ਉਹਨਾਂ ਨੇ ਬਣਾਇਆ, ਉਹਨਾਂ ਨੇ ਉਹਨੂੰ ਕਹਿ ਦੇਣਾ ਵੀ ਚਲੋ ਜੀ ਇਫੈਕਟਿਵ ਮੈਜੋਰਟੀ ਨਾਲ ਉਹਨੂੰ ਲਾ ਸਕਦੇ ਆ। ਮੈਜੋਰਟੀ ਯਾਦ ਆ ਨਾ ਕੱਲ ਵਾਲੀ? ਹੈਲੋ, ਮੈਜੋਰਟੀ ਕੱਲ ਸਪੀਕਰ ਦੀ ਬੈਠੀ ਹੋਈ ਸੀਗੀ। ਹਾਂ, ਇਫੈਕਟਿਵ ਉਹੀ ਸੇਮ ਚੀਜ਼ ਹੀ ਇੱਥੇ ਆ, ਇਫੈਕਟਿਵ ਮੈਜੋਰਟੀ ਦੇ ਨਾਲ ਉਹਨੂੰ ਲਾਇਆ ਜਾ ਸਕਦਾ। ਫਿਰ ਆ ਗਿਆ ਜੁਆਇੰਟ ਸੈਸ਼ਨ, ਆਰਟੀਕਲ 108। ਇਹ ਤਾਂ ਆਪਾਂ ਪਹਿਲਾਂ ਕੀਤਾ ਹੋਇਆ ਹੀ ਹੈ, ਸੌਖਾ ਹੀ ਹੈ, ਪੜ੍ਹ ਲੈਂਦੇ ਇੱਕ ਵਾਰੀ। ਠੀਕ ਹੈ, ਜੁਆਇੰਟ ਸੈਸ਼ਨ ਟੇਕਸ ਪਲੇਸ ਔਨ ਦਾ ਆਰਡਰ ਆਫ ਪ੍ਰੈਜ਼ੀਡੈਂਟ। ਕਦੋਂ ਹੁੰਦਾ? ਇਫ a bill passed by one house is rejected by the mother। ਦੱਸਿਆ ਜੀ ਤੁਹਾਨੂੰ ਵੀ ਜਦੋਂ ਇੱਕ ਹਾਊਸ ਨੇ ਪਾਸ ਕਰਤਾ, ਦੂਜੇ ਨੇ ਉਹ ਬਿੱਲ ਨੂੰ ਰਿਜੈਕਟ ਕਰਤਾ, ਤਾਂ ਪ੍ਰੈਜ਼ੀਡੈਂਟ ਕੀ ਸੱਦ ਲੂਗਾ? ਜੁਆਇੰਟ ਸੈਸ਼ਨ। ਦੂਜਾ ਪੁਆਇੰਟ ਕੀ ਹੈ? the amendments made by other house are not acceptable to the house where the bill originated। ਬਈ ਜਿਹੜੀਆਂ ਹੁਣ ਮੰਨ ਕੇ ਚੱਲੋ, ਇੱਕ ਤਾਂ ਇਹ ਸਿੱਧਾ ਹੀ ਆ ਵੀ ਉਹ ਦੂਜੇ ਹਾਊਸ ਨੇ ਰਿਜੈਕਟ ਹੀ ਕਰਤਾ ਹਨਾ, ਬਿੱਲ ਪਹਿਲੇ ਹਾਊਸ ਚ ਪਾਸ ਹੋਇਆ, ਦੂਜੇ ਨੇ ਕੀ ਕਰਤਾ? ਰਿਜੈਕਟ। ਦੂਜੀ ਪੋਸੀਬਿਲਿਟੀ ਕੀ ਹੋ ਸਕਦੀ ਹੈ ਵੀ ਬਿੱਲ ਪਹਿਲੇ ਹਾਊਸ ਚ ਪਾਸ ਹੋਇਆ, ਦੂਜੇ ਹਾਊਸ ਨੇ ਪਾਸ ਤਾਂ ਕਰਤਾ, ਪਰ ਉਹਨੇ ਨਾਲ ਇਹ ਵੀ ਕਹਿਤਾ ਵੀ ਐਂ ਨਹੀਂ ਅਸੀਂ ਪਾਸ ਕਰਦੇ, ਅਸੀਂ ਇਹਦੇ ਚ ਥੋੜੀ ਬਹੁਤ ਸੋਧਾਂ ਕਰਾਂਗੇ, ਸੋਧਾਂ ਕਰਕੇ ਪਾਸ ਕਰਤਾ। ਤੇ ਹੁਣ ਜਦੋਂ ਸੋਧਾਂ ਹੋਈਆਂ ਹਨਾ, ਉਹ ਤਾਂ ਸੋਧਾਂ ਦਾ ਮੰਨ ਕੇ ਚੱਲੋ ਲੋਕ ਸਭਾ 'ਚ ਆਪਾਂ ਬਿੱਲ ਪੇਸ਼ ਕੀਤਾ ਸੀ, ਲੋਕ ਸਭਾ ਨੇ ਬਿੱਲ ਪਾਸ ਕਰਕੇ ਰਾਜ ਸਭਾ 'ਚ ਭੇਜਤਾ ਸੀ, ਰਾਜ ਸਭਾ ਨੂੰ ਉਵੇਂ ਨਹੀਂ ਮਨਜ਼ੂਰ ਸੀ ਉਹ ਬਿੱਲ, ਉਹਨਾਂ ਨੇ ਉਹਦੇ 'ਚ ਸੋਧਾਂ ਕਰਕੇ ਉਹਨੂੰ ਜ਼ਰੂਰ ਪਾਸ ਕਰਤਾ। ਹੁਣ ਜਿਹੜੀਆਂ ਉਹਨਾਂ ਨੇ ਸੋਧਾਂ ਕੀਤੀਆਂ ਉਹ ਤਾਂ ਰਾਜ ਸਭਾ ਨੇ ਕੀਤੀਆਂ ਨਾ, ਲੋਕ ਸਭਾ ਨੂੰ ਤਾਂ ਹਜੇ ਤੱਕ ਉਹ ਸੋਧਾਂ ਪਾਸ ਕੀਤੀਆਂ ਹੀ ਨਹੀਂ। ਉਹ ਬਿੱਲ ਫੇਰ ਦੁਬਾਰਾ ਕਿੱਥੇ ਜਾਊਗਾ? ਲੋਕ ਸਭਾ 'ਚ ਜਾਊਗਾ, ਵੀ ਉਹ ਸੋਧਾਂ ਨੂੰ ਮਨਜ਼ੂਰੀ ਦੇਣ ਵਾਸਤੇ ਵੀ ਲੋਕ ਸਭਾ ਨੂੰ ਮਨਜ਼ੂਰ ਆ ਵੀ ਆ ਜਿਹੜੀਆਂ ਰਾਜ ਸਭਾ ਸੋਧਾਂ ਕਰੀ ਜਾਂਦਾ ਵਿੱਚ ਅਮੈਂਡਮੈਂਟਸ ਕਰ ਰਿਹਾ। ਠੀਕ ਹੈ, ਤੇ ਜੇ ਤਾਂ ਉਹਨਾਂ ਨੂੰ ਉਹ ਮਨਜ਼ੂਰ ਹੋ ਗਈਆਂ ਫਿਰ ਤਾਂ ਬਸ ਗੱਲ ਨਿਬੜ ਗਈ ਵੀ ਹਾਂ ਬਿੱਲ ਫਿਰ ਰਾਸ਼ਟਰਪਤੀ ਕੋਲ ਜਾਊਗਾ ਹਨਾ। ਪਰ ਜੇ ਲੋਕ ਸਭਾ ਨੂੰ ਅਮੈਂਡਮੈਂਟਸ ਮਨਜ਼ੂਰੀ ਨਾ ਹੋਈਆਂ ਫਿਰ ਟਸਲ ਹੋ ਗਿਆ, ਫਿਰ ਗਰਾਰੀ ਤਾਂ ਅੜ ਗਈ ਨਾ। ਫਿਰ ਤੀਜੀ ਕੀ ਹੋ ਸਕਦੀ ਹੈ ਕੰਡੀਸ਼ਨ? ਅਦਰ ਹਾਊਸ ਡੂ ਨਾਟ ਟੇਕ ਐਨੀ ਐਕਸ਼ਨ 6 months ਔਨ ਦਾ ਬਿੱਲ। ਠੀਕ ਹੈ, ਤੁਹਾਨੂੰ ਮੈਂ ਇਹ ਗੱਲ ਦੱਸੀ ਸੀਗੀ ਵੀ ਜਦੋਂ ਲੋਕ ਸਭਾ ਨੇ ਜਾਂ ਕਿਸੇ ਵੀ ਇੱਕ ਹਾਊਸ ਨੇ ਬਿੱਲ ਪਾਸ ਕਰਤਾ, ਜਦੋਂ ਦੂਜੇ ਹਾਊਸ ਦੇ ਵਿੱਚ ਬਿੱਲ ਜਾਂਦਾ, ਠੀਕ ਹੈ, ਉਹ ਬਿੱਲ ਵੱਧ ਤੋਂ ਵੱਧ ਕਿੰਨਾ ਟਾਈਮ ਉੱਥੇ ਰਹਿ ਸਕਦਾ? 6 ਮਹੀਨੇ। 6 ਮਹੀਨਿਆਂ ਦੇ ਵਿੱਚ ਉਹਨੂੰ ਐਕਸ਼ਨ ਲੈਣਾ ਪੈਂਦਾ ਦੂਜੇ ਹਾਊਸ ਨੂੰ। ਠੀਕ ਹੈ, ਸਮਝ ਲੱਗੀ? ਜੇ 6 ਮਹੀਨਿਆਂ ਬਾਅਦ ਵੀ ਕੋਈ ਐਕਸ਼ਨ ਨਾ ਲਊਗਾ ਤਾਂ ਉਹ ਕੀ ਆ?
ਆਟੋਮੈਟਿਕਲੀ ਇਹ ਮੰਨਿਆ ਜਾਊਗਾ ਉਹਨੇ ਪਾਸ ਨਹੀਂ ਕੀਤਾ ਤੇ ਫਿਰ ਉਹ ਜੁਆਇੰਟ ਸੈਸ਼ਨ ਸੱਦ ਸਕਦਾ ਰਾਸ਼ਟਰਪਤੀ। ਪਰ ਜੇ ਇੱਥੇ ਮਨੀ ਬਿੱਲ ਹੁੰਦਾ, ਮਨੀ ਬਿੱਲ ਕਿਹੜੇ ਹਾਊਸ 'ਚ ਪਾਸ ਕਰ ਸਕਦੇ ਹਾਂ ਆਪਾਂ? ਸਿਰਫ ਲੋਕ ਸਭਾ ਦੇ ਵਿੱਚ। ਮਨੀ ਬਿੱਲ ਨੂੰ ਰਾਜ ਸਭਾ ਦੇ ਵਿੱਚ ਪੇਸ਼ ਨਹੀਂ ਕਰ ਸਕਦੇ। ਵੈਸੇ ਨਾਰਮਲ ਬਿੱਲ ਆ, ਆਰਡਨਰੀ ਬਿੱਲ ਆ, ਉਹਨੂੰ ਕਿਸੇ ਵੀ ਹਾਊਸ ਦੇ ਵਿੱਚ ਤੁਸੀਂ ਪ੍ਰੈਜ਼ੈਂਟ ਕਰ ਸਕਦੇ ਆ। ਪਰ ਜਿਹੜਾ ਮਨੀ ਬਿੱਲ ਆ ਉਹਨੂੰ ਤੁਸੀਂ ਕਿੱਥੇ ਇੰਟਰੋਡਿਊਸ ਕਰੋਗੇ, ਕਿੱਥੇ ਪੇਸ਼ ਕਰੋਗੇ? ਸਾਰਿਆਂ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ। ਜਦੋਂ ਲੋਕ ਸਭਾ ਨੇ ਉਹਨੂੰ ਪਾਸ ਕਰਤਾ ਤੇ ਉਹ ਰਾਜ ਸਭਾ ਦੇ ਵਿੱਚ ਗਿਆ, ਤੇ ਰਾਜ ਸਭਾ ਦੇ ਵਿੱਚ ਇਹ ਨਹੀਂ ਵੀ ਰਾਜ ਸਭਾ ਉਹਨੂੰ 6 ਮਹੀਨੇ ਰੱਖੀ ਰੱਖੂਗੀ, 6 ਮਹੀਨਿਆਂ ਦੀ ਆਰਡਨਰੀ ਬਿੱਲ ਵਾਸਤੇ ਆ। ਠੀਕ ਹੈ, ਉਹਨਾਂ ਕੋਲੇ ਮਨੀ ਬਿੱਲ ਦੇ ਕੇਸ 'ਚ ਰਾਜ ਸਭਾ ਕੋਲ ਸਿਰਫ 14 ਦਿਨ ਆ। ਜੇ ਤਾਂ 14 ਦਿਨਾਂ ਦੇ ਵਿੱਚ ਰਾਜ ਸਭਾ ਨੇ ਉਹਨੂੰ ਪਾਸ ਕਰਤਾ ਤਾਂ ਠੀਕ ਆ, ਜੇ ਉਹਨੇ ਉਹਨੂੰ 14 ਦਿਨਾਂ 'ਚ ਪਾਸ ਨਹੀਂ ਕੀਤਾ ਤੇ ਉਹ ਆਟੋਮੈਟਿਕਲੀ ਇਹ ਮੰਨਿਆ ਜਾਊਗਾ ਵੀ ਬਸ ਰਾਜ ਸਭਾ ਵੱਲੋਂ ਪਾਸ ਆ। ਠੀਕ ਹੈ, ਰਾਜ ਸਭਾ ਕੋਲੇ ਕੋਈ ਪਾਵਰ ਨਹੀਂ ਵੀ ਉਹ ਮਨੀ ਬਿੱਲ ਨੂੰ ਰੋਕ ਸਕੇ। ਯਾਰ ਸਿੱਧੀ ਜੀ ਗੱਲ ਹੈ ਵੀ ਜਿਹੜਾ ਲੋਕ ਸਭਾ ਕੋਲ ਹੀ ਪਾਵਰ ਆ ਮਨੀ ਬਿੱਲ ਨੂੰ ਲੈ ਕੇ, ਰਾਜ ਸਭਾ ਦਾ ਬਸ ਉਹੀ ਇੱਕ ਫਾਰਮੈਲਿਟੀ ਜੀ ਪੂਰੀ ਕਰਦੇ ਆ। ਸੋ ਮੈਂ ਸਿਰਫ ਤੁਹਾਨੂੰ ਇਹ ਗੱਲ ਦੱਸੀ ਆ ਨਾ ਵੀ ਆਰਡਨਰੀ ਬਿੱਲ ਦੂਜੇ ਹਾਊਸ ਦੇ ਵਿੱਚ ਕਿੰਨਾ ਟਾਈਮ ਰਹਿ ਸਕਦਾ? 6 ਮਹੀਨੇ। ਠੀਕ ਹੈ, ਪਰ ਜਿਹੜਾ ਮਨੀ ਬਿੱਲ ਆ ਉਹ ਕਿੰਨੇ ਟਾਈਮ ਤੱਕ ਵੱਧ ਤੋਂ ਵੱਧ ਰਹਿ ਸਕਦਾ? 14 ਦਿਨ। 14 ਦਿਨਾਂ ਦੀ ਲਿਮਟ ਆ ਉਹਦੀ, ਇਹ ਚੀਜ਼ ਨੂੰ ਦਿਮਾਗ 'ਚ ਰੱਖਣਾ। ਠੀਕ ਹੈ, ਸੋ ਹੁਣ ਇੱਥੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਨਾ ਜੁਆਇੰਟ ਸੈਸ਼ਨ ਕਦੋਂ ਕਦੋਂ ਸੱਦੂਗਾ। 3 ਕੰਡੀਸ਼ਨਾਂ ਹੋ ਗਈਆਂ ਵੀ ਜਾਂ ਤਾਂ ਬਿੱਲ ਇੱਕ ਹਾਊਸ ਨੇ ਪਾਸ ਕਰਤਾ, ਦੂਜੇ ਨੇ ਸਿੱਧਾ ਰੱਦ ਹੀ ਕਰਤਾ, ਜਾਂ ਬਿੱਲ ਇੱਕ ਹਾਊਸ ਨੇ ਪਾਸ ਕਰਤਾ, ਦੂਜੇ ਨੇ 6 ਮਹੀਨਿਆਂ ਤੱਕ ਆਪਦੇ ਵੈਸੇ ਹੀ ਰੱਖੀ ਰੱਖਿਆ ਹੈਗਾ, ਕੋਈ ਨਾ ਪਾਸ ਕੀਤਾ ਨਾ ਕੁਛ ਵੀ ਨਹੀਂ ਹੈ ਨਾ, ਡਿਸਕਸ਼ਨ ਹੀ ਨਹੀਂ ਕੀਤੀ, ਉਹ ਕੁਛ ਨਹੀਂ ਹੈ। ਤੀਜਾ ਕੀ ਹੋ ਸਕਦਾ ਵੀ ਇੱਕ ਹਾਊਸ ਨੇ ਬਿੱਲ ਪਾਸ ਕਰਤਾ, ਦੂਜੇ ਨੂੰ ਵੀ ਬਿੱਲ ਨਾਲ ਬਾਹਲਾ ਇਤਰਾਜ਼ ਤਾਂ ਹੈ ਨਹੀਂ, ਪਰ 1-2 ਪੁਆਇੰਟਾਂ ਦੇ ਇਤਰਾਜ਼ ਆ, ਉਹਦੇ 'ਚ ਉਹਨੇ ਅਮੈਂਡਮੈਂਟ ਕਰਤੀ। ਪਰ ਜਿਹੜੇ ਅਮੈਂਡਮੈਂਟ ਜਦੋਂ ਕਰਵਾ ਕੇ ਫਿਰ ਦੁਬਾਰਾ ਪਹਿਲੇ ਹਾਊਸ ਦੇ ਵਿੱਚ ਗਿਆ ਉਹ ਬਿੱਲ, ਠੀਕ ਹੈ, ਤੇ ਉਹ ਪਹਿਲੇ ਹਾਊਸ ਵਾਲਿਆਂ ਦੇ ਵੀ ਐਂ ਕਿਵੇਂ ਅਮੈਂਡਮੈਂਟ ਕਰਤੇ, ਸਾਨੂੰ ਨਹੀਂ ਅਮੈਂਡਮੈਂਟਾਂ ਤੁਹਾਡੀਆਂ ਮਨਜ਼ੂਰ, ਸਾਨੂੰ ਤੁਹਾਡੀਆਂ ਸੋਧਾਂ ਮਨਜ਼ੂਰ ਨਹੀਂਆਂ, ਉੱਥੇ ਵੀ ਕਰਾਰੀ ਅੜ ਗਈ, ਅਸਲ ਹੋ ਗਿਆ। ਸੋ ਤੁਹਾਨੂੰ ਦੱਸਿਆ ਵੀ ਜਿੱਥੇ ਬਿੱਲ, ਹੁਣ ਇੱਥੇ ਬਿੱਲ ਕਿਹੜੀ ਹਾਲਤ 'ਚ ਪਿਆ? ਜਿਵੇਂ ਇੱਕ ਮਰੀਜ਼ ਪਿਆ ਹੁੰਦਾ ਐਮਰਜੈਂਸੀ ਦੇ ਵਿੱਚ, ਉਹ ਚੀਜ਼ ਆ ਵੀ ਬਿੱਲ ਨੂੰ ਹੁਣ ਨਾ ਹੀ ਤਾਂ ਇਹ ਪਤਾ ਲੱਗਦਾ ਵੀ ਮੈਂ ਬਚੂੰਗਾ ਤੇ ਨਾ ਹੀ ਪਤਾ ਲੱਗਦਾ ਵੀ ਮਰੂੰਗਾ। ਠੀਕ ਹੈ, ਫਿਰ ਉੱਥੇ ਫਿਰ ਜਦੋਂ ਐਮਰਜੈਂਸੀ ਹੁੰਦੀ ਹੈ ਫਿਰ ਆਪਾਂ ਉਦੋਂ ਕਿਹਨੂੰ ਫੋਨ ਕਰਦੇ ਹਾਂ? 108 ਤੇ ਐਂਬੂਲੈਂਸ ਆਉਂਦੀ ਹੈ। ਠੀਕ ਹੈ, ਸੋ ਉਹੀ ਗੱਲ ਆ ਇੱਥੇ ਫਿਰ ਕੀ ਉਦੋਂ ਰਾਸ਼ਟਰਪਤੀ ਕੀ ਸੱਦੂਗਾ? ਜੁਆਇੰਟ ਸੈਸ਼ਨ। ਕਿਹੜੇ ਆਰਟੀਕਲ ਦੇ ਅੰਡਰ? ਆਰਟੀਕਲ 108 ਦੇ ਅੰਡਰ। ਠੀਕ ਹੈ, ਸੋ ਕਲੀਅਰ ਹੋ ਗਿਆ ਨਾ। ਹੁਣ ਜੁਆਇੰਟ ਸੈਸ਼ਨ ਅੱਗੇ ਕੀ ਲਿਖਿਆ? ਜੁਆਇੰਟ ਸੈਸ਼ਨ ਇਜ਼ ਪ੍ਰੈਜ਼ਾਈਡਡ ਓਵਰ ਬਾਈ ਦਾ, ਕੌਣ ਪ੍ਰੈਜ਼ਾਈਡ ਕਰਦਾ ਜੁਆਇੰਟ ਸੈਸ਼ਨ ਨੂੰ? ਸਪੀਕਰ ਆਫ ਲੋਕ ਸਭਾ। ਸਾਦਾ ਕੌਣ ਸੀਗਾ? ਪ੍ਰੈਜ਼ੀਡੈਂਟ। ਡੈਡਲੌਕ ਓਵਰ ਏ ਬਿੱਲ is resolved by majority of the total number of members of the both house present and voting। ਹੁਣ ਜਦੋਂ ਇਕੱਠੇ ਹਨਾ ਜੁਆਇੰਟ ਸੈਸ਼ਨ ਸੱਦ ਲਿਆ, ਉਦੋਂ ਬਾਅਦ ਜਿਹੜਾ ਡੈਡਲੌਕ ਹੋਇਆ ਉਹਨੂੰ ਕਿਵੇਂ ਦੂਰ ਕੀਤਾ ਜਾਊਗਾ? ਫਿਰ ਉਹ ਹੁਣ ਇਕੱਠੇ ਸਾਰੇ ਦੇ ਸਾਰੇ ਮੈਂਬਰ ਆ ਗਏ, 545 ਮੈਂਬਰ ਆ ਗਏ ਲੋਕ ਸਭਾ ਦੇ, 245 ਮੈਂਬਰ ਆ ਗਏ ਰਾਜ ਸਭਾ ਦੇ, ਕਿੰਨੇ ਹੋ ਗਏ ਟੋਟਲ? 790 ਹੋ ਗਏ। 790 ਮੈਂਬਰ ਬੈਠੇ ਹੁਣ ਸਾਰੇ ਇਕੱਠੇ ਹੋਏ। ਠੀਕ ਹੈ, ਹੁਣ ਪ੍ਰੈਜ਼ੀਡੈਂਟ ਸਾਹਿਬ ਨੇ ਸੱਦਿਆ, ਉਧਰੋਂ ਪ੍ਰੈਜ਼ੀਡੈਂਟ ਨੇ ਵੀ ਸੱਦਿਆ ਹੋਇਆ ਹਨਾ, ਤੇ ਉਹਨਾਂ ਦੀ ਪ੍ਰਧਾਨਗੀ ਕੌਣ ਕਰੀ ਜਾਂਦਾ? ਸਪੀਕਰ ਹੀ ਕਰ ਰਿਹਾ, ਓਮ ਬਿਰਲਾ ਹੀ ਬੈਠਾ ਕੁਰਸੀ ਤੇ। ਸਪੀਕਰ ਕੌਣ ਹੁਣ ਆਪਣਾ? ਓਮ ਬਿਰਲਾ। ਸੋ ਓਮ ਬਿਰਲਾ ਜੀ ਕੁਰਸੀ ਤੇ ਬੈਠੇ ਆ, 790 ਬੰਦੇ ਮੂਹਰੇ ਬੈਠੇ ਆ। ਠੀਕ ਹੈ, ਹੁਣ ਰੌਲਾ ਸੀਗਾ ਹਨਾ ਬਿੱਲ ਦਾ, ਹੁਣ ਵੀ ਉਸ ਰੌਲੇ ਨੂੰ ਕਿਵੇਂ ਨਿਬੇੜਿਆ ਜਾਊਗਾ? ਠੀਕ ਹੈ, ਉਹ ਕਹਿ ਦੂਗਾ ਵੀ ਚਲੋ ਹੁਣ ਇਕੱਠੇ ਰਲ ਕੇ ਸਾਰੀ ਵੋਟਾਂ ਪਾ ਦਿਓ, 790 790 ਬੰਦੇ ਵੋਟਾਂ ਪਾਉਣਗੇ, ਜਿਹੜੇ ਬੰਦਿਆਂ ਦੀਆਂ ਵੋਟਾਂ ਜ਼ਿਆਦਾ ਹੋਈਆਂ ਉਹ ਚੀਜ਼ ਮੰਨ ਲੈਣਗੇ। ਹੁਣ ਤੁਸੀਂ ਇੱਥੇ ਇੱਕ ਗੱਲ ਸੋਚ ਕੇ ਵੇਖੋ ਵੀ ਕਿਹਦੀਆਂ ਵੋਟਾਂ ਜ਼ਿਆਦਾ ਹੋਣਗੀਆਂ? ਜੇ ਹੁਣ ਮੰਨ ਕੇ ਚਲੋ ਰਾਜ ਸਭਾ ਨੇ ਬਿੱਲ ਲਾਇਆ ਹੋਇਆ, ਰਾਜ ਸਭਾ ਨੇ ਬਿੱਲ ਨੂੰ ਹਨਾ ਰੋਕਿਆ ਹੋਇਆ, ਉਹਦੀ ਗੱਲ ਮੰਨੀ ਜਾਊਗੀ ਕਿ ਲੋਕ ਸਭਾ ਦੀ ਮੰਨੀ ਜਾਊਗੀ? ਲੋਕ ਸਭਾ ਦੀ ਮੰਨੀ ਜਾਊਗੀ, ਕਿਉਂਕਿ ਲੋਕ ਸਭਾ ਦੇ ਮੈਂਬਰ ਹੀ 545 ਆ, ਉਹਨਾਂ ਦੇ 245 ਸੀਗੇ। ਜੇ ਹੁਣ 790 ਬੰਦੇ ਵੋਟਾਂ ਪਾਉਣਗੇ, ਜਿਹੜੇ ਮੈਜੋਰਟੀ ਲੈ ਕੇ ਆਉਣਗੇ, ਤਾਂ ਆਟੋਮੈਟਿਕਲੀ ਹੈ ਵੀ ਰਾਜ ਸਭਾ ਲੋਕ ਸਭਾ ਜਿਹੜੇ ਪਾਸੇ ਨੂੰ ਜ਼ਿਆਦਾ ਭਾਰੀ ਬਹੁਮਤ ਦੇ ਦੂਗੀ, ਉਹੀ ਚੀਜ਼ ਮੰਨੀ ਜਾਊਗੀ। ਸੋ ਰਾਜ ਸਭਾ ਨੇ ਬਿੱਲ ਉਡਾਇਆ ਤਾਂ ਸੀਗਾ, 6 ਮਹੀਨਿਆਂ ਵਾਸਤੇ ਤਾਂ ਉਡਾਈ ਰੱਖਿਆ, ਪਰ ਉਸ ਤੋਂ ਬਾਅਦ ਜੇ ਜੁਆਇੰਟ ਸੈਸ਼ਨ ਸੱਦਿਆ ਗਿਆ ਤੇ ਫਿਰ ਲੋਕ ਸਭਾ ਦੀ ਇੱਕ ਹਿਸਾਬ ਦੀ ਮੰਨੀ ਜਾਊਗੀ, ਕਿਉਂਕਿ ਮੈਜੋਰਟੀ ਲੋਕ ਸਭਾ ਦੇ ਵਿੱਚ ਮੈਂਬਰ ਜ਼ਿਆਦੇ ਆ। ਜੇ 790 ਬੰਦਿਆਂ ਦੀ ਮੈਜੋਰਟੀ ਲਾਉਂਗੇ ਤਾਂ ਲੋਕ ਸਭਾ ਵਾਲਿਆਂ ਨੇ ਹਾਵੀ ਹੋਣਾ ਨਾ, ਸਮਝ ਲੱਗ ਗਈ ਨਾ?
ਹਾਂ ਪਰ ਬਿੱਲ ਲੜ ਵੀ ਸਕਦਾ ਫਿਰ ਵੀ ਉਵੇਂ ਨਹੀਂ, ਜਿਵੇਂ ਕਿ ਲੋਕ ਸਭਾ ਦੇ ਅੱਧੇ ਮੈਂਬਰ ਜ਼ਰੂਰੀ ਤਾਂ ਨਹੀਂ ਸਾਰੇ ਉੱਧਰ ਹੋਣਗੇ, ਕੁਛ ਉੱਧਰੋਂ ਹੀ ਹੋਣਗੇ। ਯਾਰ ਕੁਛ ਤਾਂ ਭਾਵੇਂ ਇੱਧਰ ਹੋਣਗੇ ਤੇ ਪਰ ਉਧਰਲੇ ਪਾਸੋਂ ਤਾਂ ਲੋਕ ਸਭਾ 'ਚ ਤਾਂ ਪਹਿਲਾਂ ਹੀ ਪਾਸ ਸੀ ਨਾ। ਹਾਂ ਉਹ ਬਾਤ ਤਾਂ ਠੀਕ ਹੈ, ਪਰ ਫਿਰ ਵੀ ਉਹ ਕੁਛ ਕਹਿ ਨਹੀਂ ਮੈਂ ਸਕਦੇ ਇੱਥੇ ਨਾ। ਸਰਕਾਰ ਦੀ ਨੇ ਨਾ ਗੱਲ ਕਰੀ ਜਾਂਦਾ ਹਨਾ, ਵੀ ਲੋਕ ਸਭਾ ਦੇ ਉਹ ਤਾਂ ਲੋਕ ਸਭਾ ਦਾ ਵੈਸੇ ਵੇਖੀਏ ਭਾਰ ਤਾਂ ਲੋਕ ਸਭਾ ਦਾ ਹੀ ਜ਼ਿਆਦਾ ਹੈ ਨਾ, ਹਾਂ ਉਹ ਤਾਂ 545 245 ਦਾ ਗੱਲ ਕਰਕੇ। ਹੁਣ 10 ਤੋਂ 90 ਹਾਂ ਸਰਕਾਰ ਕੋਲੇ ਹੁਣ ਮੰਨ ਕੇ ਚੱਲੋ ਰਾਜ ਸਭਾ ਦੇ ਵਿੱਚ ਜਮਾ ਹੀ ਬਹੁਮਤ ਹੈ ਨਹੀਂਗਾ। ਰਾਜ ਸਭਾ ਦੇ ਵਿੱਚ ਉਹਨਾਂ ਦੀਆਂ ਸੀਟਾਂ ਹੁਣ 250 ਚੋਂ ਮੰਨ ਕੇ ਚੱਲੋ 245 ਚ ਉਹਨਾਂ ਕੋਲੇ ਸੀਟਾਂ ਸਾਰੀਆਂ 50 ਬੰਦਿਆਂ ਦੀ ਸਪੋਰਟ ਹੀ ਹੈ ਹਨਾ। ਤੇ ਫਿਰ ਇੱਕ ਹਿਸਾਬ ਦੇ ਮੰਨ ਕੇ ਚੱਲੋ 245 ਚ 195 ਬੰਦੇ ਜਿਹੜੇ ਆ ਉਹ ਸਰਕਾਰ ਦੇ ਵਿਰੁੱਧ ਸੀ ਉਧਰੋਂ। ਹਾਂ ਦੂਜੇ ਪਾਸੋਂ ਲੋਕ ਸਭਾ ਚ ਮੰਨ ਕੇ ਚੱਲੋ ਵੀ 250 ਬੰਦਾ ਵਿਰੁੱਧ ਸੀਗਾ ਸਰਕਾਰ ਦੇ, ਤੇ 250 ਤੇ 190 ਕਿੰਨੇ ਹੋ ਗਏ, 440 ਹੋ ਗਏ। ਠੀਕ ਹੈ, ਤੇ ਫਿਰ ਇਹ ਵੱਧ ਗਏ ਉਸ ਹਿਸਾਬ ਨਾਲ ਤਾਂ ਵੀ ਬਿੱਲ, ਹਾਂ ਬਿੱਲ ਅੜ ਸਕਦਾ, ਅੜ ਗਿਆ ਬਿੱਲ ਫਿਰ ਅੜਿਆ ਨਹੀਂ ਮਤਲਬ ਰਾਜ ਸਭਾ ਇੱਕ ਹਿਸਾਬ ਕੈਂਸਲ ਹੋ ਗਿਆ। ਕੈਂਸਲ ਨਹੀਂ ਹੁੰਦਾਗਾ। ਫਿਰ ਉੱਥੇ ਉਹੀ ਗੱਲ ਆ ਨਾ, ਉਹ ਵੀ VOTING ਹੋਊਗੀ ਹਨਾ, ਤੇ ਉੱਥੇ ਜਿਹੜੇ ਪੱਖ ਦੇ ਵਿੱਚ ਵੋਟਾਂ ਜ਼ਿਆਦਾ ਪੈ ਜਾਣਗੀਆਂ ਉਹ ਪੱਖ ਨੂੰ ਮੰਨ ਲੈਣਗੇ, ਕੋਈ ਵੀ ਹੋਇਆ। ਬਾਈ ਇੰਨੀ ਚੀਜ਼ ਯਾਦ ਰੱਖਣੀ, ਬਿੱਲ ਉੱਥੇ ਕੈਂਸਲ ਨਹੀਂ ਹੋਣਾ। ਹਾਂ ਵੀ ਉਹ ਕੈਂਸਲ ਵੀ, ਹਾਂ ਵੀ ਜੇ ਉਹ ਰਾਜ ਸਭਾ ਕਹੀ ਜਾਂਦੀ ਹੈ ਵੀ ਨਹੀਂ ਅਸੀਂ ਕੈਂਸਲ ਕਰਨਾ, ਤੇ ਉਹ ਜੇ ਉਧਰਲੇ ਪਾਸੇ ਨੂੰ ਵੋਟਾਂ ਜ਼ਿਆਦਾ ਪੈ ਜਾਂਦੀਆਂ ਤੇ ਫਿਰ ਉਹ ਹੋ ਵੀ ਸਕਦਾ। ਤਾਂ ਮੇਨ ਗੱਲ ਆ ਵੀ ਇੱਥੇ ਡਿਸੀਜਨ ਆ ਜਾਊਗਾ। ਇੱਕ ਪਾਸਾ ਹਸਪਤਾਲ ਚ ਪਹੁੰਚ ਕੇ ਇੱਕ ਵਾਰੀ ਬੰਦਾ ਆਕਸੀਜਨ ਲੱਗ ਜਾਣੀ ਉਹਨੂੰ, ਤੇ ਠੀਕ ਹੋ ਜਾਣਾ ਉਹਨੇ। ਠੀਕ ਹੈ, ਬਿੱਲ ਦਾ ਇਲਾਜ ਹੋ ਜਾਊਗਾ। ਸੋ ਫਾਰ ਜੁਆਇੰਟ ਸਿਟਿੰਗਸ ਹੈਵ ਬੀਨ ਹੈਲਡ ਥਰਾਈਸ, 3 ਵਾਰੀ ਸੱਦੀ ਗਈ ਹੈ ਅਜੇ ਤੱਕ ਜੁਆਇੰਟ ਸਿਟਿੰਗ ਹਿਸਟਰੀ, ਇੰਡੀਆ ਦੀ ਹਿਸਟਰੀ ਚ। ਕਦੋਂ 1961 ਚ, 1978 ਚ ਤੇ 2002 ਚ। ਬਸ ਇੰਨੀ ਚੀਜ਼ ਯਾਦ ਰੱਖਣੀ ਹੈ ਜੁਆਇੰਟ ਸਿਟਿੰਗ ਦੇ ਵਿੱਚੋਂ, ਸਿਰਫ 2 ਗੱਲਾਂ ਯਾਦ ਰੱਖਣੀਆਂ। ਵੈਸੇ ਤਾਂ ਤੁਹਾਨੂੰ ਜੁਆਇੰਟ ਸਿਟਿੰਗ ਬਾਰੇ ਸਾਰਾ ਕੁਝ ਪਤਾ ਹੀ ਹੈ, ਆਰਟੀਕਲ ਯਾਦ ਹੋ ਗਿਆ, ਕਦੋਂ ਸੱਦੀ ਜਾ ਸਕਦੀ ਹੈ ਉਹ ਤੁਹਾਨੂੰ ਪਤਾ, ਕੌਣ ਸੱਦਦਾ, ਪ੍ਰੈਜ਼ੀਡੈਂਟ, ਕੌਣ ਪ੍ਰਜ਼ਾਈਡ ਕਰਦਾ, ਸਪੀਕਰ। ਠੀਕ ਹੈ, ਤੇ ਇਦੋਂ ਪਹਿਲਾਂ ਇੰਡੀਅਨ ਹਿਸਟਰੀ ਦੇ ਵਿੱਚ, ਇੰਡੀਅਨ ਪਾਰਲੀਮੈਂਟਰੀ ਹਿਸਟਰੀ ਚ ਕਿੰਨੇ ਵਾਰੀ ਜੁਆਇੰਟ ਸਿਟਿੰਗ ਸੱਦੀ ਗਈ ਹੈ? 3 ਵਾਰੀ ਬਸ, ਸਨ ਨਾ ਯਾਦ ਰੱਖੋ ਤੁਹਾਨੂੰ। ਨੈਸ਼ਨਲ ਐਮਰਜੈਂਸੀ 3 ਵਾਰ ਲੱਗੀ ਹੈ ਜੀ, 3 ਵਾਰ। ਹਾਂ ਗੱਲ ਸਮਝ ਲੱਗ ਗਈ। ਸੋ ਅੱਗੇ ਆ ਗਿਆ ਸੈਸ਼ਨਸ ਆਫ ਪਾਰਲੀਮੈਂਟ ਦੇ ਆਪਾਂ। ਠੀਕ ਹੈ, ਹੁਣ ਸੈਸ਼ਨਸ ਆਫ ਪਾਰਲੀਮੈਂਟ ਦੇ ਵਿੱਚ ਕੀ ਹੈ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਸੈਸ਼ਨ ਆਫ ਪਾਰਲੀਮੈਂਟ 3 ਸੈਸ਼ਨ ਹੁੰਦੇ ਆ, ਕਰਵਾਏ ਹੋਏ ਹੀ ਆ। ਠੀਕ ਹੈ, ਵਾਈਟ ਸੈਸ਼ਨ, ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ, ਇਹ ਚੱਲ ਰਹੇ ਆ ਆਪਣੇ। ਪਰ ਕੌਨਸਟੀਟਿਊਸ਼ਨ ਦੇ ਵਿੱਚ ਕੀ ਲਿਖਿਆ? ਕੌਨਸਟੀਟਿਊਸ਼ਨ ਦੇ ਵਿੱਚ ਸਿੱਧੀ ਇੱਕ ਗੱਲ ਲਿਖੀ ਆ ਵੀ ਕੋਈ ਵੀ ਜਿਹੜਾ 2 ਸੈਸ਼ਨ ਆ ਹਨਾ, ਪਾਰਲੀਮੈਂਟ ਦੇ 2 ਸੈਸ਼ਨਾਂ ਦੇ ਵਿੱਚ 6 ਮਹੀਨਿਆਂ ਤੋਂ ਵੱਧ ਦਾ ਟਾਈਮ ਨਹੀਂ ਪੈਣਾ ਚਾਹੀਦਾ। ਕੌਨਸਟੀਟਿਊਸ਼ਨ ਕੀ ਆਂਦਾ? ਕੌਨਸਟੀਟਿਊਸ਼ਨ 'ਚ ਕੀ ਲਿਖਿਆ? ਪਾਰਲੀਮੈਂਟ ਦੇ 2 ਸੈਸ਼ਨਾਂ ਦੇ ਵਿੱਚ ਕਿੰਨਾ ਜ਼ਿਆਦਾ ਟਾਈਮ ਨਹੀਂ ਹੋਣਾ ਚਾਹੀਦਾ, 6 ਮਹੀਨਿਆਂ ਤੋਂ। ਵੀ ਕਹਿਣ ਦਾ ਮਤਲਬ ਕੌਨਸਟੀਟਿਊਸ਼ਨ ਨੇ ਆਪਾਂ ਨੂੰ ਇਹ ਕਿਹਾ ਵੀ ਘੱਟੋ ਘੱਟ 2 ਸੈਸ਼ਨ ਤਾਂ ਹੋਣ ਹੀ, ਹਨਾ। ਇਹੀ ਮਤਲਬ ਹੈ ਚੀਜ਼ ਦਾ। ਪਾਰਲੀਮੈਂਟ ਦੇ 2 ਸੈਸ਼ਨਾਂ 6 ਮਹੀਨਿਆਂ ਤੋਂ ਵੱਧ ਦਾ ਟਾਈਮ ਨਹੀਂ ਪੈਣਾ ਚਾਹੀਦਾ। ਜੇ ਹੁਣ ਮੰਨ ਕੇ ਜਿਹੜੇ 6 ਮਹੀਨਿਆਂ ਦਾ ਆਪਾਂ ਵੇਖੀਏ ਤਾਂ ਸਾਲ 'ਚ 12 ਮਹੀਨੇ ਹੁੰਦੇ ਆ, 2 ਸੈਸ਼ਨ ਵੀ ਘੱਟੋ ਘੱਟ ਉਹਨਾਂ ਨੇ ਕਿਹਾ ਸੀ ਆਪਣੇ ਕੌਂਸਲ ਨੇ ਵੀ ਘੱਟੋ ਘੱਟ 2 ਸੈਸ਼ਨ ਹੋਣ। ਪਰ ਇੰਡੀਅਨ ਪਾਰਲੀਮੈਂਟ ਦੇ ਵਿੱਚ ਹੁਣ ਕਿੰਨੇ ਸੈਸ਼ਨ ਚੱਲਦੇ ਆ ਐਟ ਪ੍ਰੈਜ਼ੈਂਟ? 3। ਸਮਝ ਲੱਗੀ? ਹਾਂਜੀ। So parliament generally meets in 3 sessions in a year. White session फरवरी तो मई तक चलता लगभग, लॉन्गेस्ट सैशन होंगे। ठीक है, फिर मॉनसून सैशन जुलाई तो सितंबर तक चलता, फिर विंटर सैशन नवंबर तो दिसंबर तक चलता। तो ये होंगे शॉर्टेस्ट सैशन होंगे। ये सारा तुहानूं दस्सिया होया भी फस्ट सैशन ते लॉन्गेस्ट सैशन किहड़ा होंदा? वाइट सैशन। भावें फस्ट सैशन पुछ लैण ते भावें पुछ लैण लॉन्गेस्ट, ਉਹਦਾ आंसर की होगा? वाइट सैशन। दूजा की जे शॉर्टेस्ट पुछ लैण तो ਉਹਦਾ की आंसर आऊगा? विंटर सैशन। जे लास्ट सैशन भी पुछ लिया ईयर दा, वो भी किहड़ा होगा? विंटर सैशन, क्योंकि नवंबर दिसंबर से होंदा। ते आ वे अगे आ लाइन लिखी है, देयर शुड नॉट बी अ गैप ऑफ मोर देन 6 months बिटवीन द 2 सैशनस ऑफ द पार्लियामेंट। ठीक है, 6 ਮਹੀਨਿਆਂ ਤੋਂ ਜ਼ਿਆਦਾ ਗੈਪ ਨਹੀਂ ਪੈਣਾ ਚਾਹੀਦਾ। ਵੀ ਮੰਨ ਕੇ ਚੱਲੋ ਕਿਸੇ ਕਾਰਨ ਕਰਕੇ, ਜਿਵੇਂ ਐਤਕੀ ਕਰੋਨਾ ਆ ਗਿਆ ਸੀ ਹਨਾ, ਇੱਕ ਸੈਸ਼ਨ ਹੀ ਵਿੱਚੋਂ ਸਕਿਪ ਵੱਜ ਗਈ, ਮੌਨਸੂਨ ਸੈਸ਼ਨ ਹੋਇਆ ਹੀ ਨਹੀਂ। ਠੀਕ ਹੈ, ਤੇ ਫਿਰ ਹੁਣ ਮੰਨ ਕੇ ਚਲੋ ਮਈ ਤੋਂ ਲੈ ਕੇ ਨਵੰਬਰ ਤੱਕ ਆਉਂਦੇ ਆਉਂਦੇ ਹੋ ਸਕਦਾ 6 ਮਹੀਨੇ ਹੋਣ ਵਾਲੇ ਹੋਣ। ਫਿਰ ਉਹ
ਵਿੰਟਰ ਸੈਸ਼ਨ ਨੂੰ ਥੋੜਾ ਜਿਹਾ ਪਹਿਲਾਂ ਸੱਦਣ ਦੀ ਕੋਈ ਕਰਨਗੇ ਵੀ 6 ਮਹੀਨੇ ਤੋਂ ਵੱਧ ਦਾ ਗੈਪ ਨਹੀਂ ਪੈਣਾ ਚਾਹੀਦਾ। 6 ਮਹੀਨੇ ਤੋਂ ਘੱਟ 180 ਦਿਨਾਂ ਤੋਂ ਪਹਿਲਾਂ ਪਹਿਲਾਂ ਨਵਾਂ ਸੈਸ਼ਨ ਸਟਾਰਟ ਕਰ ਦੇਣਾ। ਸਮਝ ਲੱਗੀ ਵੀ ਕੋਈ ਇਹੋ ਜਿਹੀ ਸਥਿਤੀ ਆ ਸਕਦੀ ਹੈ ਨਾ ਵੀ ਹੁਣ ਜਿਵੇਂ ਕਰੋਨਾ ਆ ਗਿਆ ਸੀਗਾ ਤੇ ਐਤਕੀ ਵੀ ਉਹ ਸੈਸ਼ਨ ਹਨਾ ਵੀ ਇੱਕ ਸੈਸ਼ਨ ਇਹਨਾਂ ਨੂੰ ਰੱਦ ਕਰਨਾ ਵੀ ਪਿਆ ਸੀ, ਕੀਤਾ ਸੀਗਾ ਤੇ ਹੁਣ ਯਾਦ ਨਹੀਂ ਯਾਰ ਕਿਹੜਾ ਸੈਸ਼ਨ ਰੱਦ ਕੀਤਾ ਇਹਨਾਂ ਨੇ, ਸਾਲਾਂ ਵਾਲਾ ਕੀਤਾ ਸੀ, ਇੱਕ ਸੈਸ਼ਨ ਰੱਦ ਕੀਤਾ ਸੀਗਾ ਮੇਰੇ ਹੁਣ ਦਿਮਾਗ 'ਚ ਨੀਗਾ। ਇੱਕ ਮਿੰਟ ਮੈਂ ਵੇਖ ਕੇ ਦੱਸਦਾ ਹੁਣੇ ਰੁਕਿਓ। ਹਾਂ 2020 ਦਾ ਵਿੰਟਰ ਸੈਸ਼ਨ ਇਹਨਾਂ ਨੇ ਰੱਦ ਕੀਤਾ ਸੀ। ਠੀਕ ਹੈ ਜਦੋਂ ਉਹ ਆਇਆ ਸੀ ਕਰੋਨਾ ਪਿਛਲੇ ਸਾਲ, ਉਦੋਂ ਵਿੰਟਰ ਸੈਸ਼ਨ ਨਹੀਂ ਆਇਆ ਸੀ। ਸੋ ਆਈ ਥਿੰਕ ਹੁਣ ਇੰਨੀ ਗੱਲ ਆਪਾਂ ਨੂੰ ਕਲੀਅਰ ਹੈ ਹਨਾ। ਹੁਣ ਆਪਾਂ ਵੇਖਣਾ ਲੋਕ ਸਭਾ ਤੇ ਰਾਜ ਸਭਾ ਦੀਆਂ ਪਾਵਰਸ ਦੇ ਵਿੱਚ ਕੀ ਡਿਫਰੈਂਸ ਆ। ਠੀਕ ਹੈ ਸੋ ਇਹ ਤੁਸੀਂ ਕੀ ਕਰਨਾ, ਇਹਨਾਂ ਦੇ ਪੁਆਇੰਟ ਬਣਾ ਲਓਗੇ ਕਾਪੀ ਦੇ ਉੱਤੇ ਲਾਈਨ ਮਾਰ ਕੇ, ਇੱਕ ਪਾਸੇ ਲੋਕ ਸਭਾ ਇੱਕ ਰਾਜ ਸਭਾ। ਠੀਕ ਹੈ ਵੀ ਇੱਕ ਵਾਰੀ ਮੈਂ ਤੁਹਾਨੂੰ ਪੜਾਉਣਾ ਇੱਥੋਂ ਪਰ ਉਸ ਤੋਂ ਬਾਅਦ ਜੇ ਤੁਸੀਂ ਨੋਟਸ ਆਪਦੇ ਬਣਾਉਣੇ। ਠੀਕ ਹੈ ਸੋ ਪਹਿਲਾ ਡਿਫਰੈਂਸ ਕੀ ਆ, ਪਹਿਲਾ ਡਿਫਰੈਂਸ ਜਿਹੜਾ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਥੋੜਾ ਜਿਹਾ ਟਾਈਮ 5 ਮਿੰਟ ਪਹਿਲਾਂ, ਮਨੀ ਬਿੱਲ ਦਾ। ਠੀਕ ਹੈ ਮਨੀ ਬਿੱਲ ਆਰਡੀਨਰੀ ਬਿੱਲ ਤਾਂ ਆਪਾਂ ਕਹਿ ਰਹੇ ਸੀ ਕਿ ਵੀ ਦੋਵੇਂ ਹਾਊਸਸ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕਦਾ, ਦੋਵੇਂ ਹਾਊਸਸ ਦੇ ਵਿੱਚ ਪੇਸ਼ ਕੀਤਾ ਜਾ ਸਕਦਾ, ਪਰ ਜਿਹੜਾ ਮਨੀ ਬਿੱਲ ਆ ਉਹ ਕਿਹੜੇ ਹਾਊਸ 'ਚ ਪੇਸ਼ ਕਰ ਸਕਦੇ ਸਿਰਫ ਲੋਕ ਸਭਾ 'ਚ। ਠੀਕ ਹੈ ਆਰਡੀਨਰੀ ਬਿੱਲ ਕਿਹੜਾ ਉਹ ਯਾਰ ਆਰਡੀਨਰੀ ਬਿੱਲ ਕੋਈ ਵੀ ਬਿੱਲ ਆ, ਖੇਤੀ ਬਿੱਲ ਸੀਗਾ, ਆਰਡੀਨਰੀ ਬਿੱਲ ਕੋਈ ਵੀ ਹੈ, ਇਹ ਤੋਂ ਬਿਨਾ ਕੋਈ ਵੀ ਜਿਹੜਾ ਮਨੀ ਬਿੱਲ ਤੋਂ ਬਿਨਾ ਕੋਈ ਵੀ ਬਿੱਲ ਆ। ਠੀਕ ਹੈ ਸੋ ਇੱਕ ਮਨੀ ਬਿੱਲ ਕੈਨ ਬੀ ਇੰਟਰੋਡਿਊਸਡ ਓਨਲੀ ਇਨ ਲੋਕ ਸਭਾ, ਨਾਟ ਇਨ ਦਾ ਰਾਜ ਸਭਾ। ਪਹਿਲਾ ਡਿਫਰੈਂਸ ਹੋ ਗਿਆ। ਫਿਰ ਦੂਜਾ ਦਾ ਫਾਈਨਲ ਪਾਵਰ ਟੂ ਡਿਸਾਈਡ ਵੈਦਰ ਅ ਪਾਰਟੀਕੂਲਰ ਬਿੱਲ ਇਜ਼ ਅ ਮਨੀ ਬਿੱਲ ਔਰ ਨਾਟ, ਉਹ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿਹਦੇ ਕੋਲੇ ਹੁੰਦੀ ਹੈ, ਸਪੀਕਰ ਕੋਲੇ ਹੁੰਦੀ ਹੈ ਵੀ ਕਿਸੇ ਬਿੱਲ ਨੂੰ ਡਿਸਾਈਡ ਕਰਨਾ ਵੀ ਮਨੀ ਬਿੱਲ ਹੈ ਜਾਂ ਨਹੀਂ। ਕੱਲ ਤੁਹਾਨੂੰ ਆਧਾਰ ਬਿੱਲ ਵਾਲੀ ਐਗਜ਼ਾਮਪਲ ਵੀ ਦਿੱਤੀ ਸੀ। ਠੀਕ ਹੈ ਜਿਹੜਾ ਆਧਾਰ ਵਾਲਾ ਬਿੱਲ ਸੀਗਾ ਉਹ ਬਈ ਵੇਖਣ 'ਚ ਆਪਾਂ ਨੂੰ ਇਹ ਲੱਗਦਾ ਵੀ ਇਹ ਕਿਵੇਂ ਮਨੀ ਬਿੱਲ ਹੋਊਗਾ, ਪਰ ਸਪੀਕਰ ਨੇ ਕਹਿੰਦਾ ਇਹ ਮਨੀ ਬਿੱਲ ਹੈ। ਮਨੀ ਬਿੱਲ ਹੋਣ ਕਰਕੇ ਵੀ ਉਹ ਰਾਜ ਸਭਾ ਨੂੰ ਬਸ ਮੌਕਾ ਹੀ ਨਹੀਂ ਮਿਲਿਆ ਗਿਆ ਨਾ ਵੀ ਲੋਕ ਸਭਾ 'ਚ ਪਾਸ ਹੋਣ ਵਾਲੀ ਉਹ ਚੀਜ਼ ਦਾ ਸਿੱਧਾ ਹੀ ਉਹ ਬਿੱਲ ਬਣ ਗਿਆ ਵੀ ਲੋਕ, ਕਿਉਂਕਿ ਮਨੀ ਬਿੱਲ ਦਾ ਮੈਂ ਤੁਹਾਨੂੰ ਕਹੀ ਨਾ ਵੀ ਰਾਜ ਸਭਾ ਵੱਧ ਤੋਂ 14 ਦਿਨਾਂ ਵਾਸਤੇ ਰੱਖ ਸਕਦੀ, ਜੇ 14 ਦਿਨਾਂ ਤੋਂ ਉੱਤੇ ਹੁੰਦਾ ਤਾਂ ਉਹ ਐਂ ਸਮਝ ਲਿਆ ਜਾਂਦਾ ਵੀ ਉਹ ਬਿੱਲ ਕੀ ਹੋ ਗਿਆ, ਪਾਸ ਹੋ ਗਿਆ। ਸੋ ਫਾਈਨਲ ਪਾਵਰ ਕਿਹਦੇ ਕੋਲੇ ਆ ਡਿਸਾਈਡ ਕਰਨ ਦੀ ਵੀ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ, ਸਪੀਕਰ ਕੋਲੇ। ਠੀਕ ਹੈ ਸੋ ਫਿਰ ਦਾ ਸਪੀਕਰ ਆਫ ਲੋਕ ਸਭਾ ਪ੍ਰੈਜ਼ਾਈਡਸ ਓਵਰ ਜੁਆਇੰਟ ਸਿਟਿੰਗ ਆਫ ਬੋਥ ਦਾ ਹਾਊਸਸ ਆਫ ਪਾਰਲੀਮੈਂਟ। ਇਹ ਦੂਜਾ ਪੁਆਇੰਟ ਹੋ ਗਿਆ। ਪਹਿਲੇ ਪੁਆਇੰਟ ਦੇ ਵਿੱਚ ਕੀ ਹੈ, ਮਨੀ ਬਿੱਲ ਕਿੱਥੇ ਇੰਟਰੋਡਿਊਸ ਕੀਤਾ ਜਾ ਸਕਦਾ, ਸਿਰਫ ਲੋਕ ਸਭਾ ਸ਼ੁਰੂਆਤ ਲੋਕ ਸਭਾ ਦੇ ਵਿੱਚ ਹੋਊਗੀ। ਠੀਕ ਹੈ ਨਾਟ ਇਨ ਰਾਜ ਸਭਾ। ਦੂਜਾ ਜੇ ਹੁਣ ਆਪਾਂ ਕਹਿੰਦਾ ਮਨੀ ਬਿੱਲ ਨੂੰ ਇਹ ਮਨੀ ਬਿੱਲ ਵਾਲੇ ਪੁਆਇੰਟ ਦੇ ਵਿੱਚ ਹੀ ਲਿਖ ਦਾਂਗੇ ਨਾ ਵੀ ਫਾਈਨਲ ਅਥਾਰਟੀ ਕਿਹਦੇ ਕੋਲੇ ਆ ਵੀ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ, ਉਹ ਹੈਗੀ ਹੈ ਸਪੀਕਰ ਆਫ ਲੋਕ ਸਭਾ ਕੋਲੇ। ਠੀਕ ਹੈ ਜਿਹੜਾ ਹੁਣ ਦੂਜਾ ਪੁਆਇੰਟ ਲਿਖਾਂਗੇ, ਦੂਜੇ ਪੁਆਇੰਟ ਦੇ ਵਿੱਚ ਕੀ ਹੈ ਵੀ ਜਿਹੜੀ ਜੁਆਇੰਟ ਸਿਟਿੰਗ ਹੋਊਗੀ ਹਨਾ, ਜੁਆਇੰਟ ਸਿਟਿੰਗ ਨੂੰ ਪ੍ਰੈਜ਼ਾਈਡ ਕੌਣ ਕਰੂਗਾ, ਸਪੀਕਰ ਆਫ ਲੋਕ ਸਭਾ। ਹੁਣ ਵੇਖੋ ਜਿਹੜੇ ਪਹਿਲੇ ਪੁਆਇੰਟ ਦੇ ਵਿੱਚ ਕੀ ਚੀਜ਼ ਸ਼ੋ ਹੋ ਰਹੀ ਹੈ, ਕੌਣ ਹਾਵੀ ਹੈ, ਲੋਕ ਸਭਾ ਕਿ ਰਾਜ ਸਭਾ ਕਿ ਬਰਾਬਰ ਆ ਦੋਵੇਂ? ਲੋਕ ਸਭਾ ਹਾਵੀ ਹੈ ਨਾ, ਕਿਉਂਕਿ ਲੋਕ ਸਭਾ ਕਿਉਂ ਹਾਵੀ ਹੈ ਬਈ ਕਿਉਂਕਿ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਉਹ ਬਿੱਲ ਹਨਾ ਵੀ। ਵੈਸੇ ਆਰਡੀਨਰੀ ਬਿੱਲ ਤਾਂ ਕਿਸੇ ਵੀ ਹਾਊਸ 'ਚ ਪੇਸ਼ ਕਰ ਦਿੰਦੇ ਸੀ, ਉੱਥੇ ਤਾਂ ਬਰਾਬਰ ਸੀ ਦੋਵਾਂ ਹਾਊਸਾਂ ਦੀ ਪਾਵਰ। ਪਰ ਹੁਣ ਜੇ ਇੱਕ ਬਿੱਲ ਨੂੰ ਸਿਰਫ ਲੋਕ ਸਭਾ 'ਚ ਹੀ ਪੇਸ਼ ਕਰ ਸਕਦੇ ਆ, ਰਾਜ ਸਭਾ 'ਚ ਨਹੀਂ ਕਰ ਸਕਦੇ, ਤਾਂ ਮਤਲਬ ਲੋਕ ਸਭਾ ਉੱਪਰ ਹੋਗੀ ਇਸ ਪੁਆਇੰਟ ਦੇ ਹਿਸਾਬ ਨਾਲ ਹਨਾ। ਫਿਰ ਐਂ ਦੂਜੇ ਪੁਆਇੰਟ ਦੇ ਹਿਸਾਬ ਨਾਲ ਜੇ ਆਪਾਂ ਵੇਖੀਏ ਸਪੀਕਰ ਵਾਲੀ ਗੱਲ ਵੀ ਵੇਖੋ, ਜਦੋਂ ਹੁਣ ਮੰਨ ਕੇ ਚੱਲੋ ਜੁਆਇੰਟ ਸਿਟਿੰਗ ਹੋਈ ਸੀ ਉਦੋਂ ਉੱਥੋਂ ਦਾ ਚੇਅਰਮੈਨ ਰਾਜ ਸਭਾ ਦਾ ਜਾਂ ਡਿਪਟੀ ਚੇਅਰਮੈਨ ਵੀ ਤਾਂ ਪ੍ਰੈਜ਼ਾਈਡ ਕਰ ਸਕਦਾ ਸੀ ਨਾ, ਪਰ ਕਿਹਨੂੰ ਲਾਇਆ ਇਹਨਾਂ ਨੇ, ਸਪੀਕਰ ਨੂੰ। ਠੀਕ ਹੈ ਸੋ ਸਪੀਕਰ ਨੂੰ ਲਾਇਆ ਹੋਇਆ। ਉਸ ਕੇਸ 'ਚ ਵੀ ਕੀ ਆਪਣੇ
ਹਿਸਾਬ ਚ ਆਉਂਦੀ ਹੈ, ਕੌਣ ਉੱਪਰ ਹੋ ਗਿਆ, ਲੋਕ ਸਭਾ, ਲੋਕ ਸਭਾ ਹਨਾ। ਫਿਰ ਅੱਗੇ ਵੇਖੋ, ਇਹ 2 ਪੁਆਇੰਟ ਹੋ ਗਏ ਨਾ। ਹਾਂ ਦੋਵਾਂ ਪੁਆਇੰਟਾਂ ਦੇ ਹਜੇ ਤੱਕ ਲੋਕ ਸਭਾ ਲੀਡ ਚ ਆ, ਰਾਜ ਸਭਾ ਨਾਲੋਂ ਇਹਦੀ ਪਾਵਰ ਵੇਖਣ ਚ ਇਹ ਲੱਗ ਰਿਹਾ ਵੀ ਲੋਕ ਸਭਾ ਦੀ ਪਾਵਰ ਜ਼ਿਆਦਾ ਹੈ। ਤੀਜਾ ਪੁਆਇੰਟ ਵੇਖੋ, ਇਹ ਰੈਜ਼ੋਲੂਸ਼ਨ ਫਾਰ ਦਾ ਡਿਸਕੰਟੀਨਿਊਸ of national emergency can be passed only by the ਲੋਕ ਸਭਾ and not by the ਰਾਜ ਸਭਾ। ਤੀਜੀ ਗੱਲ, ਜਦੋਂ ਨੈਸ਼ਨਲ ਐਮਰਜੈਂਸੀ ਜਿਹੜੀ ਲੱਗੀ ਪਈ ਹੈ, ਠੀਕ ਹੈ, ਤੇ ਜੇ ਨੈਸ਼ਨਲ ਐਮਰਜੈਂਸੀ ਨੂੰ ਖਤਮ ਕਰਨਾ, ਨੈਸ਼ਨਲ ਐਮਰਜੈਂਸੀ ਨੂੰ ਕੀ ਕਰਨਾ, ਖਤਮ ਕਰਨਾ, ਤੇ ਉਹਦਾ ਜਿਹੜਾ ਰੈਜ਼ੋਲੂਸ਼ਨ ਆ ਉਹ ਕਿੱਥੇ ਪਾਸ ਹੋ ਸਕਦਾ, ਲੋਕ ਸਭਾ ਲੋਕ ਸਭਾ। ਜੇ ਰਾਜ ਸਭਾ ਨੇ ਨਹੀਂ ਪਾਸ ਕੀਤਾ, ਬਸ ਇਕੱਲੀ ਲੋਕ ਸਭਾ ਨਹੀਂ ਪਾਸ ਕਰਨਾ ਹੁੰਦਾ, ਰਾਜ ਸਭਾ 'ਚ ਪਾਸ ਕਰਾਉਣ ਦੀ ਲੋੜ ਹੀ ਨਹੀਂ, ਤੇ ਉਹ ਕੀ ਹੋ ਜਾਊਗਾ, ਐਮਰਜੈਂਸੀ ਖਤਮ ਹੋ ਜੂਗੀ। 3 ਪੁਆਇੰਟਾਂ ਦਾ ਪਤਾ ਲੱਗ ਗਿਆ। 3 ਪੁਆਇੰਟਾਂ 'ਚ ਹਜੇ ਤੱਕ ਕੌਣ ਲੀਡ 'ਚ ਆ, ਲੋਕ ਸਭਾ ਲੋਕ ਸਭਾ। ਫਿਰ ਆ ਗਿਆ, ਦਾ ਰਾਜ ਸਭਾ ਕੈਨਾਟ ਰਿਮੂਵ ਦਾ ਕਾਉਂਸਲ ਆਫ ਮਿਨਿਸਟਰ ਬਾਈ ਪਾਸਿੰਗ ਨੋ ਕੰਫੀਡੈਂਸ ਆਫ ਮੋਸ਼ਨ। ਇਹ ਵੀ ਆਪਾਂ ਨੂੰ ਪਤਾ, ਇਹ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਜਦੋਂ ਮੈਂ ਉਹ ਤੁਹਾਨੂੰ ਕਰਵਾ ਰਿਹਾ ਸੀਗਾ ਸੀਐਮ ਐਂਡ ਕਾਉਂਸਲ ਆਫ ਮਿਨਿਸਟਰ, ਪੀਐਮ ਐਂਡ ਕਾਉਂਸਲ ਆਫ ਮਿਨਿਸਟਰ। ਉਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਨਾ ਬਈ ਜਿਹੜੇ ਰਿਸਪੌਂਸੀਬਿਲਟੀ ਹੈ, ਰਿਸਪੌਂਸੀਬਲ ਜਿਹੜੇ ਆ ਪੀਐਮ ਐਂਡ ਕਾਉਂਸਲ ਆਫ ਮਿਨਿਸਟਰ ਕਿਹਨੂੰ ਹੋਣਗੇ, ਲੋਕ ਸਭਾ ਨੂੰ ਹੀ ਹੋਣਗੇ। ਰਾਜ ਸਭਾ ਵਾਲੇ ਵੱਧ ਤੋਂ ਵੱਧ ਕੀ ਕਰ ਸਕਦੇ ਆ, ਸਵਾਲ ਪੁੱਛ ਸਕਦੇ ਆ, ਪਰ ਰਾਜ ਸਭਾ ਵਾਲੇ ਇਹ ਤਾਂ ਨਹੀਂਗੇ ਵੀ ਹਾਂ ਵੀ ਉਹਨਾਂ ਨੂੰ ਲਾ ਦੇਣਗੇ। ਪੀਐਮ ਤੇ ਕਾਉਂਸਲ ਆਫ ਮਿਨਿਸਟਰ ਜਿਹੜੇ ਆ ਉਹ ਬਣੇ ਕਾਹਦੇ ਚੋਂ ਆ, ਲੋਕ ਸਭਾ ਚੋਂ। ਲੋਕ ਸਭਾ ਚ ਉਹਨਾਂ ਦੀ ਪਾਰਟੀ ਦੀ ਮੈਜੋਰਟੀ ਸੀਗੀ। ਜੇ ਹੁਣ ਮੰਨ ਕੇ ਚਲੋ ਲੋਕ ਸਭਾ ਨੂੰ ਉਹ ਸਹੀ ਢੰਗ ਨਾਲ ਜਵਾਬ ਨਾ ਦੇਣਗੇ, ਜਾਂ ਲੋਕ ਸਭਾ ਜਦੋਂ ਚਾਹੂਗੀ ਹਨਾ, ਤੇ ਉਹਨਾਂ ਦੀ ਸਰਕਾਰ ਉਦੋਂ ਭੰਗ ਹੋ ਸਕਦੀ ਹੈ ਨਾ। ਕਿ ਨੋ ਕੰਫੀਡੈਂਸ ਮੋਸ਼ਨ ਆ ਗਿਆ, ਮੰਨ ਕੇ ਚਲੋ ਨੋ ਕੰਫੀਡੈਂਸ ਮੋਸ਼ਨ ਪਾਸ ਹੋ ਗਿਆ, ਜੇ ਸਰਕਾਰ ਤਾਂ ਹੈ ਹੀ ਨਹੀਂ, ਫਿਰ ਸਰਕਾਰ ਤਾਂ ਖਤਮ ਹੋ ਜੂਗੀ ਨਾ। ਜੇ ਨੋ ਕੰਫੀਡੈਂਸ ਮੋਸ਼ਨ ਆਪੋਜੀਸ਼ਨ ਪਾਰਟੀ ਲੈ ਆਈ, ਵੋਟਾਂ ਪਈਆਂ, ਵੋਟਾਂ ਨੋ ਕੰਫੀਡੈਂਸ ਮੋਸ਼ਨ ਦੇ ਪੱਖ 'ਚ ਪੈ ਗਈਆਂ, ਸਰਕਾਰ ਤਾਂ ਉੱਥੇ ਪੀਐਮ ਤੱਕ ਖਤਮ ਹੋ ਗਿਆ। ਪੀਐਮ ਤਾਂ ਰਿਜ਼ਾਈਨ ਦੇਣਾ ਹੀ ਪਊਗਾ ਨਾ ਜਦੋਂ ਹੁਣ ਮੈਜੋਰਟੀ ਦੂਜੇ ਪਾਸੇ ਹੋ ਗਈ। ਪਰ ਇਹ ਲੋਕ ਸਭਾ 'ਚ ਆ, ਰਾਜ ਸਭਾ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਹੁਣ ਬੀਜੇਪੀ ਹੈ, ਜਦੋਂ ਹੁਣ 2014 ਦੇ ਵਿੱਚ ਮੋਦੀ ਆਇਆ, ਠੀਕ ਹੈ, ਉਦੋਂ ਰਾਜ ਸਭਾ ਦੇ ਵਿੱਚ ਤਾਂ ਮੈਜੋਰਟੀ ਕਾਂਗਰਸ ਦੀ ਸੀ ਨਾ। ਸਰਕਾਰ ਤਾਂ ਲੋਕ ਸਭਾ ਦੇ ਵਿੱਚੋਂ ਬਣਦੀ ਹੈ, ਤੇ ਲੋਕ ਸਭਾ ਦੇ ਮੈਂਬਰਾਂ ਨੂੰ ਹੀ ਰਿਸਪੌਂਸੀਬਲ ਹੁੰਦੀ ਹੈ ਗਵਰਨਮੈਂਟ। ਗੱਲ ਸਮਝ ਲੱਗ ਗਈ। ਰਾਜ ਸਭਾ ਨੂੰ ਨਹੀਂ ਰਿਸਪੌਂਸੀਬਲ ਹੁੰਦੀ। ਰਾਜ ਸਭਾ ਵਾਲੇ ਵੱਧ ਤੋਂ ਵੱਧ ਮਿਨਿਸਟਰਾਂ ਨੂੰ ਕੀ ਪੁੱਛ ਸਕਦੇ, ਸਵਾਲ ਜ਼ਰੂਰ ਕਰ ਸਕਦੇ ਹੋ, ਪਰ ਉਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਜੀ। ਸਜ਼ਾ ਦਾ ਕੀ ਮਤਲਬ ਹੁੰਦਾ ਕਿ ਉਹਨਾਂ ਨੂੰ ਲਾ ਨਹੀਂ ਸਕਦੇ, ਠੀਕ ਹੈ। ਸਵਾਲ ਪੁੱਛ ਸਕਦੇ ਆ, ਮੀਡੀਆ ਦੇ ਵਿੱਚ ਉਹ ਗੱਲ ਆ ਜੂਗੀ ਵੀ ਹਾਂ ਵੀ ਰਾਜ ਸਭਾ ਦੇ ਉਹ ਐਮਪੀ ਨੇ ਹਨਾ ਫਲਾਣੇ ਤੋਮਰ ਤੋਂ ਜਾਂ ਹੋਰ ਕਿਸੇ ਮਿਨਿਸਟਰ ਤੋਂ ਆਹ ਸਵਾਲ ਪੁੱਛਿਆ ਜੀ, ਵੋਟ ਨਹੀਂ ਕਰ ਸਕਦੇ। ਹਾਂ, ਵੋਟ ਕਰਕੇ ਉਹਨਾਂ ਨੂੰ ਲਾ ਨਹੀਂ ਸਕਦੇ, ਠੀਕ ਹੈ। ਸੋ ਦਾ ਰਾਜ ਸਭਾ ਕੈਨਟ ਰਿਮੂਵ ਦਾ ਕਾਉਂਸਲ ਆਫ ਮਿਨਿਸਟਰ ਬਾਈ ਪਾਸਿੰਗ ਨੋ ਕੰਫੀਡੈਂਸ। ਬਈ ਕਹਿਣ ਦਾ ਮਤਲਬ ਸਿੱਧਾ ਹੀ ਆ ਪੰਜਾਬੀ 'ਚ ਵੀ ਨੋ ਕੰਫੀਡੈਂਸ ਮੋਸ਼ਨ ਕਿੱਥੇ ਆਊਗਾ, ਕੱਲੀ ਲੋਕ ਸਭਾ ਦੇ ਵਿੱਚ ਹੀ ਆਊਗਾ, ਠੀਕ ਹੈ। ਮੈਂ ਤੁਹਾਨੂੰ ਦੇਖੋ 2 ਗੱਲਾਂ ਹੋਊਗੀਆਂ, ਮਨੀ ਬਿੱਲ ਕਿੱਥੇ ਇੰਟਰੋਡਿਊਸ ਕੀਤਾ ਜਾਊਗਾ, ਸਿਰਫ ਲੋਕ ਸਭਾ ਦੇ ਵਿੱਚ। ਇੰਟਰੋਡਿਊਸ ਕਰਨ ਦਾ ਮਤਲਬ ਪਹਿਲੀ ਵਾਰੀ ਪੇਸ਼ ਕਰਨਾ, ਪਾਸ ਉਹਨੂੰ ਰਾਜ ਸਭਾ ਕਰਦੀ ਆ, ਠੀਕ ਹੈ। ਉਹਨੂੰ 14 ਦਿਨਾਂ ਦਾ ਟਾਈਮ ਦਿੰਦੇ ਆ ਰਾਜ ਸਭਾ ਨੂੰ ਪਾਸ ਕਰਦੀ, ਜੇ ਨਹੀਂ ਕਰਦੀ 14 ਦਿਨਾਂ ਫਿਰ ਆਪਾਂ ਮੰਨ ਲੈਂਦੇ ਵੀ ਉਹ ਹੋ ਗਿਆ, ਠੀਕ ਹੈ। ਪਰ ਇੰਟਰੋਡਿਊਸ ਕਰਨਾ ਹੁੰਦਾ ਪਹਿਲੀ ਵਾਰੀ ਪ੍ਰੈਜ਼ੈਂਟ ਕਿੱਥੇ ਕਰ ਰਹੇ ਆ ਤੁਸੀਂ, ਠੀਕ ਹੈ। ਇਨੀਸ਼ੀਅਲ ਕਰਨਾ, ਇਨੀਸ਼ੀਅਲਾਈਜ਼ ਕਰਨਾ, ਉਹ ਚੀਜ਼ ਹੁੰਦੀ ਹੈ। ਸੋ ਉਹ ਵੀ ਮਨੀ ਬਿੱਲ ਵੀ ਲੋਕ ਸਭਾ 'ਚ ਗਿਆ ਪਹਿਲਾਂ ਹਨਾ। ਫਿਰ ਉਦੋਂ ਬਾਅਦ ਦੇ ਵਿੱਚ ਕੀ ਹੈ ਵੀ ਜਿਹੜਾ ਆ ਆਪਾਂ ਗੱਲ ਕਰੀ ਜਾਂਦੇ ਹਾਂ ਆਪਣਾ ਨੋ ਕੰਫੀਡੈਂਸ ਮੋਸ਼ਨ, ਇਹ ਵੀ ਇਕੱਲੀ ਲੋਕ ਸਭਾ 'ਚ ਹੀ ਆਇਆ, ਠੀਕ ਹੈ। ਫਿਰ ਆਪਾਂ ਗੱਲ ਕੀਤੀ ਸੀ ਐਮਰਜੈਂਸੀ ਵਾਲਾ, ਨੈਸ਼ਨਲ ਐਮਰਜੈਂਸੀ ਖਤਮ ਕਰਨਾ, ਉਹ ਵੀ ਲੋਕ ਸਭਾ ਦੀ ਮੈਜੋਰਟੀ ਦੇ ਹਿਸਾਬ ਨਾਲ ਸਿੱਧਾ ਹੀ ਹੋ ਸਕਦਾ। ਫਿਰ ਸਪੀਕਰ ਵਾਲੀ ਗੱਲ ਕਰ ਲਈ ਆਪਾਂ, 4 ਪੁਆਇੰਟ ਹੋ ਗਏ। 4 ਪੁਆਇੰਟਾਂ ਦੇ ਵਿੱਚ ਕੌਣ ਉੱਤੇ ਆ, ਲੋਕ ਸਭਾ, ਠੀਕ ਹੈ। ਸੋ ਆ ਅੱਗੇ ਆ ਪੁਆਇੰਟ ਦੇ ਵਿੱਚ ਤਾਂ ਇਹ ਲਿਖਿਆ ਵੀ ਕਾਹਤੋਂ ਨਹੀਂ ਨੋ ਕੰਫੀਡੈਂਸ ਮੋਸ਼ਨ ਪਾਸ ਹੁੰਦਾ ਇੱਧਰ ਰਾਜ ਸਭਾ 'ਚ। ਦਿਸ ਇਜ਼ ਬਿਕਾਜ਼ ਦ ਕਾਉਂਸਲ ਆਫ ਮਿਨਿਸਟਰ ਇਜ਼ ਕਲੈਕਟਿਵਲੀ ਰਿਸਪੌਂਸੀਬਲ ਓਨਲੀ ਟੂ ਦਾ ਲੋਕ ਸਭਾ। ਤੇ ਮੈਂ ਤੁਹਾਨੂੰ ਉੱਥੇ ਦੱਸਿਆ ਸੀ ਨਾ ਇੰਡੀਵਿਜੂਅਲ ਰਿਸਪੌਂਸੀਬਿਲਿਟੀ ਤੇ ਕਲੈਕਟਿਵਲੀ ਰਿਸਪੌਂਸੀਬਿਲਿਟੀ ਦੇ ਵਿੱਚ ਪੜ੍ਹੇ ਹੈਗੇ ਨਹੀਂ, ਕੱਲ ਰਿਵਾਈਜ਼ ਕੀਤਾ। ਹਾਂ, ਫਿਰ ਆ ਚੀਜ਼ਾਂ ਦਾ ਪਤਾ ਨਹੀਂ ਹੁਣ ਤੇ ਪਤਾ ਕਲੈਕਟਿਵ ਰਿਸਪੌਂਸਿਬਿਲਿਟੀ ਤੇ ਹਾਂ ਬਈ ਮੈਨੂੰ ਲੱਗਦਾ ਨਹੀਂ ਗਾ, ਪੜ੍ਹੀ ਜੀ ਜਾਂਦੇ ਆ। ਬਟ ਦਾ ਰਾਜ ਸਭਾ ਕੈਨ ਡਿਸਕਸ ਐਂਡ ਕ੍ਰਿਟੀਸਾਈਜ਼ ਦਾ ਪਾਲਿਸੀਜ਼ ਆਫ ਐਕਟੀਵਿਟੀਜ਼ ਆਫ ਗਵਰਨਮੈਂਟ, ਠੀਕ ਹੈ। ਜਿਹੜਾ ਕਲੈਕਟਿਵਲੀ ਰਿਸਪੌਂਸਿਬਲ ਉਹ ਕਿਹਨੂੰ ਆ, ਕਾਉਂਸਲ ਆਫ ਮਿਨਿਸਟਰ ਸਿਰਫ ਲੋਕ ਸਭਾ ਨੂੰ ਆ,
ਪਰ ਹਾਂ ਰਾਜ ਸਭਾ ਵਾਲੇ ਮੈਂਬਰ ਸਿਰਫ ਕੀ ਪੁੱਛ ਸਕਦੇ ਆ, ਇਕੱਲੇ ਸਵਾਲ ਪੁੱਛ ਸਕਦੇ ਆ। ਸੋ ਇਹ ਚੀਜ਼ ਕਲੀਅਰ ਆ। ਨੈਕਸਟ ਸਲਾਈਡ ਤੇ ਚੱਲਦੇ ਆ ਆਪਾਂ। ਸੋ ਆਪਾਂ ਡਿਪਟੀ ਚੇਅਰਮੈਨ ਦੀ ਗੱਲ ਕਰ ਲਈ ਸੀ ਹਨਾ। ਡਿਪਟੀ ਚੇਅਰਮੈਨ ਨੂੰ ਕਿਹਨੇ ਚੁਣਿਆ ਸੀਗਾ? ਰਾਜ ਸਭਾ ਮੈਂਬਰ ਹੂੰ ਜਿਹੜਾ ਰਾਜ ਸਭਾ ਦੀ ਹਾਂ, ਡਿਪਟੀ ਚੇਅਰਮੈਨ ਨੂੰ ਕਿਹਨੇ ਚੁਣਿਆ ਸੀਗਾ? ਰਾਜ ਸਭਾ ਦੇ ਮੈਂਬਰਾਂ ਨੇ ਹਨਾ। ਉਵੇਂ ਡਿਪਟੀ ਸਪੀਕਰ ਦੀ ਵੀ ਆਪਾਂ ਗੱਲ ਕਰ ਲਈ ਸੀ। ਡਿਪਟੀ ਸਪੀਕਰ ਆਪਾਂ ਨੂੰ ਰਹਿ ਗਿਆ ਸੀ ਨਾ। ਡਿਪਟੀ ਸਪੀਕਰ ਡਿਪਟੀ ਸਪੀਕਰ perform the duties of the speaker if the post of speaker is vacant or he is absent from the sitting of the house। ਵੀ ਭਾਵੇਂ ਤਾਂ ਸਪੀਕਰ ਦੀ ਜਿਹੜੀ ਪੋਜੀਸ਼ਨ ਆ ਉਹ ਵੇਕੈਂਟ ਹੋ ਜੇ, ਵੀ ਸਪੀਕਰ ਰਿਜ਼ਾਈਨ ਕਰ ਗਿਆ ਹੋਵੇ ਜਾਂ ਸਪੀਕਰ ਆ ਜਿਹੜਾ ਵੀ ਉਹਦਾ ਮਤਲਬ ਉਹਨੂੰ ਰਿਮੂਵ ਕਰਤਾ ਹੋਵੇ ਹਨਾ। ਰਿਮੂਵ ਕਰ ਸਕਦੀ ਹੈ ਲੋਕ ਸਭਾ, ਉਹਨੇ ਰਿਮੂਵ ਕਰਤਾ ਹੋਵੇ ਤਾਂ ਵੀ। ਤੇ ਜੇ ਮੰਨ ਕੇ ਚਲੋ ਵੇਕੈਂਟ ਨਹੀਂ ਤੇ ਹੋ ਸਕਦਾ ਉਹ ਕਿਤੇ ਦੌਰੇ ਤੇ ਗਿਆ ਹੋਵੇ, ਐਬਸੈਂਟ ਹੋਵੇ, ਜਾਂ ਵੀ ਉਹਨਾਂ ਦੇ ਕੋਈ ਘਰੇ ਉਹਦੇ ਮੁੰਡੇ ਦਾ ਵਿਆਹ ਹੋਵੇ, ਇਹ ਵੀ ਨਹੀਂ ਉਹਨੇ ਆਉਣਾ ਤੇ ਉਹ ਹਨਾ। ਸੋ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਪਹਿਲਾ ਸਪੀਕਰ ਇੰਡੀਆ ਦਾ ਕੌਣ ਸੀਗਾ? ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀਗਾ? ਮਾਵਲੰਕਰ। ਜੀਵੀ ਮਾਵਲੰਕਰ। ਤੇ ਡਿਪਟੀ ਸਪੀਕਰ ਕੌਣ ਸੀਗਾ? ਅਨੰਥਸ ਅਯੰਗਰ। ਅਯੰਗਰ ਯਾਦ ਰੱਖ ਲਓ, ਅਯੰਗਰ ਹੀ ਯਾਦ ਰੱਖ ਦੇਣਾ। ਉਹ ਮਾਵਲੰਕਰ ਸੀ, ਇਹ ਅਯੰਗਰ ਸੀਗਾ ਪਹਿਲਾ ਡਿਪਟੀ ਸਪੀਕਰ ਇੰਡੀਆ ਦਾ। ਸੋ ਹੁਣ ਆਪਾਂ ਅੱਗੇ ਗੱਲ ਆ ਗਏ ਆ ਲੈਜਿਸਲੇਚਰ ਪ੍ਰੋਸੀਜਰ ਇਨ ਪਾਰਲੀਮੈਂਟ। ਲੈਜਿਸਲੇਚਰ ਪ੍ਰੋਸੀਜਰ ਇਨ ਪਾਰਲੀਮੈਂਟ। ਸੋ ਇਹ ਮੈਂ ਕੱਲ ਨੂੰ ਇੱਕ ਵੀਡੀਓ ਇਹਦੀ ਹੋਰ ਬਣਾਉਂਗਾ, ਠੀਕ ਹੈ? ਕੱਲ ਨੂੰ ਆਪਣਾ ਸਾਰਾ ਖਤਮ ਹੋ ਜੂਗਾ। ਠੀਕ ਹੈ ਅੱਜ ਲਈ ਇੰਨਾ ਹੀ ਬਹੁਤ ਹੈ, ਠੀਕ ਹੈ? ਤੇ ਇਹਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਿਓ ਜੀ। ਤੇ ਕੱਲ ਤੋਂ ਮੈਂ ਟਰਾਈ ਕਰੂੰਗਾ ਵੀ ਤੁਹਾਡੇ ਜਿਹੜੇ ਲੈਕਚਰ ਆ ਨਾ ਉਹ ਰਿਕਾਰਡ ਕਰਕੇ ਪਾ ਦਾਂ, ਠੀਕ ਹੈ? ਜੇ ਤੁਹਾਨੂੰ ਬਾਅਦ ਦੇ ਵਿੱਚ ਕੋਈ ਦਿੱਕਤ ਆਊਗੀ, ਠੀਕ ਹੈ, ਤੇ ਤੁਸੀਂ ਮੇਰੇ ਤੋਂ ਪੁੱਛ ਲਓਗੇ, ਓਕੇ ਠੀਕ ਹੈ? ਸੋ ਮੈਂ ਕੁਐਸਚਨ ਜਿਵੇਂ ਅੱਜ ਪੁੱਛੇ ਆ, ਹੁਣ ਜਦੋਂ ਤੁਸੀਂ ਆ ਦੁਬਾਰਾ ਵੀਡੀਓ ਵੇਖੋਗੇ ਉਹਨੂੰ YouTube ਤੇ ਕਮੈਂਟ ਕਰੀ ਚੱਲਿਓ, ਆਨਸਰ ਉਹਨਾਂ ਦੇ ਦੇਣੇ ਆ ਜਿਹੜਾ ਕੁਐਸਚਨ ਮੈਂ ਪੁੱਛ ਲਿਆ। ਹੁਣ ਕੱਲ ਨੂੰ ਵੀ ਮੈਂ ਜਿਹੜੀ ਵੀਡੀਓ ਪਾਊਂਗਾ ਹਨਾ, ਜਿਹੜੇ ਆ ਰਹਿ ਗਿਆ ਦੂਜਾ ਪਾਰਟ, ਉਹਦੇ 'ਚ ਮੈਂ ਕੁਐਸਚਨ ਵਗੈਰਾ ਤੁਹਾਡੇ ਤੋਂ ਪੁੱਛੂੰਗਾ। ਤੁਸੀਂ ਹੁਣ ਨਾਲ ਦੇ ਨਾਲ YouTube ਦੇ ਉੱਤੇ ਆਪਦਾ ਕਮੈਂਟ ਆਨਸਰ ਲਿਖਦੇ ਰਹੋ, ਤੁਹਾਡੇ ਦਿਮਾਗ 'ਚ ਬੈਠੀ ਜਾਊਗੀ ਨਾਲ ਦੀ ਨਾਲ ਗੱਲ। ਓਕੇ, ਹਾਂ ਜੀ ਓਕੇ ਠੀਕ ਹੈ? ਇੱਕ ਵਾਰੀ ਇਹਨਾਂ ਜੇ ਪੁਰਾਣਾ ਰਿਵਾਈਜ਼ ਕਰੋ, ਜਿਵੇਂ ਹੁਣ ਕਲੈਕਟਿਵ ਰਿਸਪੌਂਸਿਬਿਲਟੀ ਆ, ਇੰਡੀਵਿਜੂਅਲ ਜਿੰਨਾ ਵੀ ਤੁਹਾਨੂੰ ਕਾਪੀ 'ਤੇ ਲਿਖਾਇਆ ਜਾਂ ਇਹ ਆ, ਭਾਵੇਂ ਲੈਕਚਰ ਦੁਬਾਰਾ ਸੁਣ ਲਓ ਸਾਰੇ, ਜਿਵੇਂ ਵੀ ਆ, ਤੁਸੀਂ ਸਾਰੀ ਚੀਜ਼ ਤੁਹਾਨੂੰ ਪੁਰਾਣੀ ਕਵਰ ਹੋਣੀ ਚਾਹੀਦੀ ਹੈ, ਫਿਰ ਅੱਗੇ ਤੋਂ ਤੁਰਨ ਦਾ ਫਾਇਦਾ। ਭਾਵੇਂ ਇੱਕ ਦਿਨ ਵਿੱਚ ਲੈ ਲਓ, ਕੋਈ ਚੱਕਰ ਨਹੀਂ, ਠੀਕ ਹੈ? ਪਰ ਕੁਛ ਨਹੀਂ ਪਿਛਲਾ ਵੀ ਹਾਂ ਪ੍ਰੈਜ਼ੀਡੈਂਟ ਤੋਂ ਲੈ ਕੇ ਇੱਥੇ ਤੱਕ ਕੁਛ ਨਹੀਂ ਛੁੱਟਣਾ ਚਾਹੀਦਾ, ਠੀਕ ਹੈ ਜੀ ਠੀਕ ਹੈ? ਠੀਕ ਹੈ ਜੀ ਚਲੋ ਠੀਕ ਹੈ ਫਿਰ। ਹੈਲੋ।